सत श्री अकाल, सलाम, नमस्कार, आदाब सब सत्कार सज्जनों ਨੂੰ जो इस वक्त जिंदगी ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:34 ਬੁੱਧਵਾਰ ਦੀ ਸ਼ਾਮ 29 ਜੂਨ ਸਨ 2022 15 ਹਾੜ ਨਾਨਕਸ਼ਾਹੀ ਸੰਮਤ 554 ਨੂੰ ਸ਼ਾਮ ਦੀ ਸਵਾ ਦੇ ਟਿਵਾਣਾ ਲਾਈਵ ਪ੍ਰੋਗਰਾਮ ਦੇ ਨਾਲ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਸਵਾਗਤ ਕਰਦਾ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ 5 10 12 15 ਮਿੰਟ ਅਕਸਰ ਲੇਟ ਹੁੰਦੇ ਆ। ਜੱਟਾਂ ਵਾਲਾ ਸੁਭਾਅ ਹੈ, ਨਹੀਂ ਬਦਲਦਾ। ਕਹਿੰਦਾ ਮੈਂ 2 ਮਿੰਟ 'ਚ 2 ਕਿੱਲੇ ਵਾਹ ਕੇ ਆਇਆ, ਕਿਉਂਕਿ ਸਾਡਾ ਜਿਹੜਾ ਸਮਾਂ ਨਾ ਵੈਸੇ ਤਾਂ ਬੜਾ ਅਹਿਸਾਸ ਤਾਂ ਹੁੰਦਾ ਦੋਸਤੋ, ਮਾਫੀ ਚਾਹੁੰਦੇ, ਪਰ ਕਈ ਵਾਰੀ ਮਸ਼ਰੂਫੀਅਤ ਹੀ ਇੱਦਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਤਾਰਾਂ ਤੂਰਾਂ ਸੈੱਟ ਕਰਦਿਆਂ ਦੇਰੀ ਹੋ ਜਾਂਦੀ ਹੈ। ਮਾਫੀ ਤੇ ਕੋਈ ਨਹੀਂ, ਆਪਣੇ ਉਹ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਪਰ ਸਾਡੇ ਨਾ ਸਮੇਂ ਸੈਕਿੰਡਾਂ ਮਿੰਟਾਂ 'ਚ ਨਹੀਂ, ਸਾਡੇ ਸਮੇਂ ਪਹਿਰਾਂ 'ਚ ਚੱਲਦੇ ਨੇ। ਵਿਸਿਆਂ ਚੱਸਿਆਂ ਘੜੀਆਂ ਪਹਿਰਾਂ ਤੇਤੀ ਵਾਰੀ ਬਹੁ। ਹਾਲਾਂਕਿ ਵਿਸੇ ਚੱਸੇ ਜੇ ਦੇਖਿਆ ਜਾਵੇ ਤਾਂ ਸੈਕਿੰਡਾਂ ਤੋਂ ਵੀ ਛੋਟੇ ਨੇ, ਪਰ ਅਸੀਂ ਪਹਿਰਾਂ ਤੇ ਪਹਿਰੇਦਾਰੀ ਕਰਦੇ ਹਾਂ ਨਾ। ਚੱਤੋ ਪਹਿਰ, ਅੱਠੋ ਪਹਿਰ, 2 ਪਹਿਰ, ਹੈ ਨਾ, ਤੀਆ ਪਹਿਰ। ਸੋ ਇਸ ਕਰਕੇ ਜਿੱਥੇ 3 ਘੰਟੇ ਦਾ ਹਿਸਾਬ ਕਿਤਾਬ ਹੋਵੇ ਉੱਥੇ 10-15 ਮਿੰਟ ਚੱਲਦਾ। ਮੋਦੀ ਕਹਿੰਦਾ ਹੁਣ ਚੱਲਦਾ ਨਹੀਂ ਹੈ, ਹੁਣ ਚੱਲਦਾ ਹੈ ਨਹੀਂ ਚੱਲੇਗਾ, ਹੁਣ ਤਾਂ ਕਹਿੰਦਾ ਕਾਫੀ ਕੁਝ ਕਰਨਾ ਪਏਗਾ। ਸਭ ਕਹਿਣ ਦੀਆਂ ਗੱਲਾਂ ਨੇ। ਜਿਸ ਤਰ੍ਹਾਂ ਮੋਦੀ ਸਾਹਿਬ ਪ੍ਰੈਸ ਦੀ ਆਜ਼ਾਦੀ ਦਾ ਰੌਲਾ ਪਾਉਂਦੇ ਨੇ, ਪਰ ਇੱਧਰੋਂ UN ਨੂੰ ਕਹਿੰਦਾ ਭਾਈ ਪੱਤਰਕਾਰਾਂ ਨਾਲ ਜੋ ਕੁਝ ਇੰਡੀਆ 'ਚ ਕਰ ਰਹੇ ਹੋ ਇਹ ਅੱਛਾ ਨਹੀਂ ਹੈ ਮੋਦੀ ਸਾਹਿਬ। ਖੈਰ ਉਹਦੇ ਤੇ ਵੀ ਗੱਲ ਕਰਾਂਗੇ। ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਤੇ ਲਾਈਵ ਸੁਣ ਸਕਦੇ ਹੋ। ਆਪਣੀ ਵੈਬਸਾਈਟ tivanaradio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਉੱਥੇ ਮਿਲੇਗਾ 667 930 9260। ਉਸ ਨੰਬਰ ਤੇ ਡਾਇਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਲਾਈਵ ਸੁਣ ਸਕਦੇ ਹੋ। 667 930 9260 ਇਹ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦਾ। ਤੇ ਦੂਸਰਾ, ਜੇ ਇਸ ਪ੍ਰੋਗਰਾਮ ਦਾ ਲਿੰਕ ਤੁਸੀਂ ਮੰਗਵਾਉਣਾ YouTube ਦਾ ਲਿੰਕ ਮੰਗਵਾਉਣਾ WhatsApp ਤੇ, ਤਾਂ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਉਹ WhatsApp ਗਰੁੱਪ ਹੈਗਾ 9876309655 9876309655 9876309655 WhatsApp ਗਰੁੱਪ ਹੈ। ਉਸ ਗਰੁੱਪ 'ਚ ਵੀ ਆਪ ਜੁੜ ਸਕਦੇ ਹੋ ਤੇ ਪ੍ਰੋਗਰਾਮ ਦਾ ਲਿੰਕ ਤੁਸੀਂ ਮੰਗਵਾ ਸਕਦੇ ਹੋ ਫਿਰ ਆਪਣੇ ਸੈੱਲ ਫੋਨ ਤੇ WhatsApp ਤੇ ਆਈਫੋਨ ਤੇ ਐਂਡਰਾਇਡ ਐਪਸ ਨੇ ਇੰਸਟਾਲ ਕਰੋ। ਫੇਸਬੁੱਕ ਤੇ YouTube ਪੇਜ ਦਾ ਲਿੰਕ ਹੈ, ਉਹ ਤੁਹਾਨੂੰ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ, ਦੋਸਤਾਂ ਮਿੱਤਰਾਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦਿਓ। ਇਹ ਸੀ ਜ਼ਰੂਰੀ ਬੇਨਤੀਆਂ। ਤੇ ਹੁਣ ਖਬਰਾਂ ਦੀ ਦੁਨੀਆ ਵੱਲ ਨੂੰ ਨਜ਼ਰ ਮਾਰਦੇ ਹਾਂ। ਭਗਵੰਤ ਮਾਨ ਸਰਕਾਰ ਕਹਿੰਦੀ ਕਿ ਅਸੀਂ ਗੈਂਗਸਟਰ ਛੱਡਣੇ ਕੋਈ ਨਹੀਂ, ਪਰ ਗੈਂਗਸਟਰਾਂ ਨੇ ਜੇਲ੍ਹ ਸੁਪਰਡੈਂਟ ਕੁੱਟ ਸੁੱਟਿਆ। ਗਰਮੀ ਅੱਤ ਦੀ ਹੈ, ਜਲ ਮਿਲਿਆ, ਪਰਮੇਸ਼ਰ ਮਿਲਿਆ ਤੇ ਬੱਚੇ ਗੁਰੂ ਘਰ ਨਹਾਉਣ ਗਏ। 3 ਬੱਚੇ ਸਰੋਵਰ 'ਚ ਡੁੱਬ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਹੈ ਨਾ। ਸੋ ਪਾਣੀ ਹੈ, ਪਾਣੀ ਨੂੰ ਵੇਖ ਕੇ ਹਰ ਜੀਅ ਮਚਲਦਾ ਕਿ ਖੇਡਿਆ ਜਾਵੇ ਪਾਣੀ 'ਚ, ਨਹਾਇਆ ਜਾਵੇ। ਖਾਸ ਕਰਕੇ ਗਰਮੀ 'ਚ ਤੁਸੀਂ ਵੇਖੋ ਕਿ ਜਿੱਦਾਂ ਭੋਰਾ ਕੁ ਗਰਮੀ ਹੁੰਦੀ ਹੈ ਤੇ ਉਦਾਂ ਹੀ 2-4 ਮੌਤਾਂ ਦੀਆਂ ਖਬਰਾਂ ਡੁੱਬਣ ਦੀਆਂ ਆ ਜਾਂਦੀਆਂ ਨੇ। 5 ਦਰਿਆਵਾਂ ਦੇ ਤਾਰੂ ਨਹਿਰਾਂ ਕੱਸੀਆਂ 'ਚ ਕੀ ਬੋਤਲਾਂ 'ਚ ਵੀ ਡੁੱਬੀ ਜਾ ਰਹੇ ਨੇ। ਕਈ ਬੀਅਰ ਪੀ ਕੇ ਨਹਾਉਣ ਲੱਗ ਪੈਣਗੇ, ਉਹ ਵੀ ਭਾਖੜਾ ਨਹਿਰ 'ਚ। ਤੇ ਇੱਕ ਕਮਲਾ ਤੇ ਦੂਸਰਾ ਸੇਵਿਆਂ ਦੇ ਰਾਹ ਪੈ ਜਾਂਦਾ। ਇੱਥੇ ਵਾਲੀ ਪੀੜ੍ਹੀ ਘੱਟ ਨਹੀਂ, ਬਾਹਰ ਵਾਲੇ ਕਿਹੜਾ ਘੱਟ ਨੇ। ਇੱਥੇ ਕਿਤੇ ਸੂਏ 'ਚ ਨਹੀਂ ਨਹਾਏ ਹੁੰਦੇ ਤੇ ਬਾਹਰ ਆ ਕੇ ਸਮੁੰਦਰਾਂ ਦੇ ਵਿੱਚ ਕਰੀਕਾਂ 'ਚ ਨਹਾਉਣ ਵੜ ਜਾਂਦੇ ਨੇ। ਸੋ ਇਸੇ ਕਰਕੇ ਕਹਿੰਦੇ ਆ ਕਿ ਬੱਚਿਆਂ ਨੂੰ ਭਾਈ ਪੈਸੇ ਖਰਚ ਕੇ 4 ਹੋਰ ਪਾਸਿਓਂ ਪੈਸੇ ਬਚਾ ਲਓ, ਉਹਨਾਂ ਨੂੰ 2-4 ਘੰਟੇ ਜੇ ਹੋ ਸਕੇ ਤਾਂ ਸਵਿਮਿੰਗ ਵਗੈਰਾ ਸਿਖਾ ਲਓ, ਜ਼ਰੂਰੀ ਹੈ। ਤੇ ਸਭ ਤੋਂ ਵਧੀਆ ਐਕਸਰਸਾਈਜ਼ ਹੈ, ਸਾਰੀਆਂ ਖੇਡਾਂ ਦੀ ਮਾਂ ਹੈ ਸਵਿਮਿੰਗ। ਹਰ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ 150-200 ਬੱਚਾ ਇਸੇ ਤਰ੍ਹਾਂ ਡੁੱਬ ਕੇ ਮਰਦਾ। ਸਵਿਮਿੰਗ ਕਰੋ ਭਾਵੇਂ ਨਾ ਕਰੋ, ਪਰ ਇੱਕ ਵਾਰੀ ਆਉਣੀ ਜ਼ਰੂਰ ਚਾਹੀਦੀ ਹੈ। ਇਹ ਠੀਕ ਹੈ ਕਿ ਸਵਿਮਿੰਗ ਪੂਲ ਘੱਟ ਨੇ। ਪਿੱਛੇ ਜੇ ਤੁਸੀਂ ਵੇਖੋ ਕਿ ਫਰੀਦਕੋਟ ਦੀ ਨਹਿਰ ਦੇ ਵਿੱਚ ਇੱਕ ਸਾਬਕਾ ਫੌਜੀ
ਜਿਹੜਾ ਫੌਜੀਆਂ ਨੂੰ ਟ੍ਰੇਨਿੰਗ ਦੇ ਰਿਹਾ ਸੀ, 2-3 ਫੌਜੀ ਉਹਦੇ 'ਚ ਡੁੱਬ ਗਏ, ਆਪ ਵੀ ਡੁੱਬ ਗਿਆ, ਦੂਜਿਆਂ ਨੂੰ ਕੱਢਣ ਲੱਗਿਆ। ਨਹਿਰ 'ਚ ਸਵਿਮਿੰਗ ਸਿਖਾਉਂਦਾ ਸੀ। ਤੇ ਚੱਲਦੇ ਪਾਣੀ 'ਚ ਸਵਿਮਿੰਗ ਖਤਰਨਾਕ ਹੋ ਜਾਂਦੀ ਹੈ ਜੇ ਤਾਰੂ ਵਧੀਆ ਨਹੀਂ ਹੈ। ਤੇ ਇਸ ਕਰਕੇ ਇਹ ਜਿਹੜੇ ਵਰਤਾਰੇ ਵਾਪਰ ਰਹੇ ਨੇ ਨਾ, ਜਿਵੇਂ ਮੱਸਿਆ ਸੀ ਅੱਜ, ਮੱਸਿਆ ਨਹਾਉਣ ਵਾਲੀ ਤੇਰੇ ਅੰਦਰੋਂ ਮੈਲ ਨਾ ਜਾਵੇ। ਫਾਜ਼ਿਲਕਾ ਦੇ ਨੇੜੇ ਪਿੰਡ ਸ਼ੇਰ ਮੁਹੰਮਦ ਦੇ ਵਿੱਚ 3 ਬੱਚੇ ਜੋ ਆਪਸ ਦੇ ਵਿੱਚ ਮਾਸੀ ਮਾਮੇ ਭੂਆ ਦੇ ਪੁੱਤਰ ਸਨ ਤੇ 12 ਤੋਂ 13 ਸਾਲ ਦੇ ਸਨ, ਤੇ ਇਹ ਤਿੰਨੇ ਬੱਚੇ ਸਰੋਵਰ ਦੇ ਵਿੱਚ ਡੁੱਬ ਗਏ ਕਿਉਂਕਿ ਮੱਸਿਆ ਦਾ ਦਿਨ ਸੀ। ਲੋਕ ਆਏ ਸਨ ਤੇ ਸ਼ਰਾਰਤਾਂ ਕਰਦੇ ਸੀ। ਕਹਿੰਦੇ ਤਾਂ ਇਹ ਹੈ ਕਿ ਪੈਰ ਤਿਲਕਣ ਨਾਲ ਡੁੱਬੇ ਨੇ, ਪਰ ਦੱਸਦੇ ਆ ਕਿ ਉਹ ਨਹਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰੰਥੀ ਸਿੰਘ ਤੇ ਸੇਵਾਦਾਰਾਂ ਨੇ ਬਾਹਰ ਕੱਢਿਆ, ਪਰ ਉਸ ਸਮੇਂ ਤੱਕ ਇਹਨਾਂ 3 ਮਾਸੂਮਾਂ ਦੀ ਮੌਤ ਹੋ ਚੁੱਕੀ ਸੀ। ਤੇ ਇਸ ਤਰ੍ਹਾਂ ਜਾਂ ਤਾਂ ਫਿਰ ਉਹਦੇ 'ਚ ਕੋਈ ਜੰਗਲਾ ਵਗੈਰਾ ਲਾਇਆ ਜਾਵੇ, ਜੇ ਇਸ ਤਰ੍ਹਾਂ ਦੀ ਗੱਲ ਹੈ ਕਿ ਜ਼ਿਆਦਾ ਡੂੰਘੇ 'ਚ ਬੱਚਾ ਨਾ ਜਾਵੇ। ਇੰਨਾ ਕੁ ਤਾਂ ਅਸੀਂ ਪ੍ਰੀਕਾਸ਼ਨ ਸਾਵਧਾਨੀਆਂ ਨਹੀਂ ਵਰਤਣੀਆਂ। ਮੰਦਭਾਗਾ ਆ, ਅਫਸੋਸ ਹੈ। ਖੈਰ, ਸੁਰਿੰਦਰ ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਸੁਰਿੰਦਰ, ਤੁਸੀਂ ਆਉਂਦੀ ਤੁਹਾਨੂੰ ਸਵਿਮਿੰਗ ਕਰ ਲੈਂਦੇ ਹੋ? ਇੱਕ ਵਾਰੀ ਨਹਿਰ 'ਚ ਡੁੱਬਿਆ ਜ਼ਰੂਰ ਸੀ। ਦੁਬਾਰਾ ਬੜੇ ਕਿ ਨਹੀਂ ਬੜੇ? ਯੂਨੀਵਰਸਿਟੀ ਚੰਗੇ ਭਲੇ ਬੈਠੇ ਤੇ ਉਹ ਦੋ, ਪਰ ਦੁਬਾਰਾ ਬੜੇ ਕਿ ਬੜੇ ਨਹੀਂ ਬੜੇ? ਨਹੀਂ ਦੱਸਦਾ ਹੁਣ ਕਿ ਉਹ ਦੋਸਤ ਮੇਰਾ ਆ ਗਿਆ, ਕਹਿੰਦਾ ਚਲੋ ਚੱਲੀਏ ਰਾਜਪੁਰੇ, ਕਿਉਂਕਿ ਉਹ ਰਾਜਪੁਰੇ ਨੂੰ ਬਿਲੋਂਗ ਕਰਦਾ ਸੀਗਾ, ਤੇ ਕਹਿੰਦਾ ਆ ਕੇ ਆਪਾਂ ਚੱਲਦੇ। ਮੈਂ ਚੰਗਾ, ਅਸੀਂ ਚਲੇ ਗਏ। ਉਹਨੇ ਨਹਿਰ 'ਚ ਪੱਕੀ 'ਚ ਉਹ ਗੰਡਾ ਕਿਹੜੀ ਨਹੀਂ, ਉਹ ਪਿੱਛੇ ਜਿਹੜੀ ਆ ਉਧਰੋਂ ਰਾਜਪੁਰੇ ਤੋਂ ਪਿੱਛੇ ਕਰਕੇ ਇੱਕ ਉਧਰ ਪੁਲ ਸੀਗਾ, ਤੇ ਨਹਿਰ ਕੋਈ ਪੱਕੀ ਸੀ? ਇਹੀ ਪੱਕੀ, ਇਹੀ ਵੱਡੀ ਵਾਲੀ ਹੋਈ। ਪਤਾ, ਭਾਵੇਂ ਰਫਲ ਹੈ ਤੇ ਭਾਵੇਂ ਨਹਿਰ ਹੈ, ਕੰਮ ਨਹੀਂ। ਪੱਕੀ ਕੀ ਹੋਇਆ ਕਿ ਉਹਨੇ ਇੱਕ ਨਾ ਟਿਊਬ ਚੱਕ ਲਿਆਂਦੀ ਟਰੱਕ ਦੇ ਟਾਇਰ ਵਾਲੀ, ਹਵਾ ਭਰਾ ਕੇ ਉਹ ਗੱਡੀ 'ਚ ਰੱਖ ਲਈ ਤੇ ਚੱਲ ਪਏ। ਨਾਲ 5 ਕਿਲੋ ਅੰਬ ਲੈ ਲਏ ਦੁਸਹਿਰੀ। ਉਹ ਸਾਡੀ ਮਾੜੀ ਕਿਉਂ ਪਤਾ ਅੰਬ ਨਾ ਉਹਨੇ ਕੀ ਕੀਤਾ, ਜਿਹੜੇ ਪੋਲੀਥੀਨ 'ਚ ਸੀ ਉਹਨੂੰ ਨਾ ਵਿੱਚ ਥੱਲੇ ਕਰਕੇ ਬੰਨ ਦਿੱਤਾ, ਉਹ ਸਰੀਏ ਨਾਲ, ਜਿੱਥੇ ਥੱਲੇ ਨੂੰ ਉਤਰੀ ਜਾਂਦੇ ਹੁੰਦੇ ਸਰੀਏ ਲੱਗੇ ਹੁੰਦੇ ਆ, ਤੇ ਉਹ ਪੋਲੀਥੀਨ ਪਾਣੀ ਨਾਲ ਭਰ ਗਿਆ। ਤੇ ਉਹ ਪਾਣੀ ਨਾਲ ਭਰ ਗਿਆ ਤੇ ਪੋਲੀਥੀਨ ਪਾੜ ਗਿਆ ਤੇ ਅੰਬ ਤਰਨ ਉਹਦੇ 'ਚ ਨਹਿਰ 'ਚ। ਤੇ 2 ਮਿੰਟਾਂ ਬਾਅਦ ਵਿੱਚ ਵੜੇ। ਮੈਂ ਉਹਨੂੰ ਕਿਹਾ ਕਿ ਬੈਲੈਂਸ ਰੱਖੀ, ਪਾਣੀ ਬੜਾ ਤੇਜ਼ ਆ। ਬੈਲੈਂਸ ਰੱਖਿਆ ਨਹੀਂ, ਟਿਊਬ ਉੱਪਰ ਤੇ ਸਰਦਾਰ ਜੀ ਥੱਲੇ ਟਿਊਬ ਦੇ। ਪਰ ਮੈਂ ਬੜਾ ਬਾਹਰ ਨਿਕਲਿਆ, ਨਿਕਲ ਕੇ ਬਾਹਰ ਪੱਗਾਂ ਸੀ, ਪੱਗ ਸੁੱਟ ਕੇ ਤੇ ਉਹਨੂੰ ਕੱਢ ਕੇ ਲਿਆਂਦਾ। ਮੈਂ ਕਿਹਾ ਚੱਲ ਵੀ ਘਰ ਨੂੰ ਚੱਲੀਏ, ਹੁਣ ਦੁਬਾਰਾ ਨਹੀਂ ਆਉਂਦਾ। ਅੰਬਾਂ ਵਾਲੀ ਤੁਹਾਡੇ ਨਾਲ ਹੋਈ, ਸੋ ਇਸ ਕਰਕੇ ਇਹ ਕੁਝ ਵੀ ਵਾਪਰ ਜਾਂਦਾ। ਤੁਸੀਂ ਤਾਂ ਅੰਬ ਲੈ ਕੇ ਗਏ, ਬਹੁਤ ਸਾਰੇ ਸ਼ਰਾਬੀ ਨਾ ਉਹ ਬੀਅਰ ਦੀਆਂ ਬੋਤਲਾਂ ਲੈ ਜਾ ਕੇ ਏਦਾਂ ਹੀ ਨਾ ਨਹਿਰ 'ਚ ਸਰੀਏ ਨਾਲ ਬੰਨ੍ਹ ਦਿੰਦੇ ਕਿ ਨਾਲ ਠੰਡੀ ਜੋ ਪੀ ਜਾਵਾਂਗੇ। ਤੁਸੀਂ ਵੇਖੋ ਹਰਿਆਣੇ ਦਾ ਜਿਹੜਾ ਕੀ ਸੀਗਾ ਇੰਚਾਰਜ ਬੀਜੇਪੀ ਦਾ, ਉਹ ਵੀ ਏਦਾਂ ਨਹਿਰ 'ਚ ਸਵਿਮਿੰਗ ਕਰਦਾ ਸੀ, ਕਹਿੰਦਾ ਮੈਂ ਸਟੰਟ ਕਰ ਰਿਹਾ। ਤੇ ਖੈਰ, ਇੱਕ ਸਰੋਤੇ ਜੁੜੇ ਨੇ। 5 ਨੰਬਰ ਸਵਾਗਤ ਹੈ, ਸੁਖਦੀਪ। ਜੀ ਸਤਿ ਸ਼੍ਰੀ ਅਕਾਲ, ਰਮਾਣਾ ਲਵੇਸ਼ ਤੋਂ ਬੋਲਦਾ ਜੇਤੋਂ। ਮੈਂ ਵੀ ਇਹੀ ਦੱਸਦਾ ਸੀਗਾ ਜੀ, ਨਹਿਰ ਵਾਲੀ ਗੱਲ ਆ ਵੀ ਜਿਹੜੀ ਨਹਿਰ ਦੇ ਆ ਜਿਹੜੇ ਡੁੱਬਦੇ ਆ, ਜਾਣਦਾ ਹੋਵੇ ਤੇ ਉਹ ਦੂਜੇ ਨੂੰ ਡੁੱਬਦੇ ਨੂੰ ਕੱਢਣਾ ਤੇ ਉਹਨੂੰ ਬੈਕ ਸਾਈਡ ਤੋਂ ਕੱਢਣਾ, ਜੇ ਮੂਹਰੇ ਤਾਂ ਮੂਹਰੇ ਉਹਦੇ ਨਾਲ ਵੱਖਰੀ ਪਾ ਕੇ ਤੇ ਉਹਨੂੰ ਵੀ ਥੱਲੇ ਡੋਬ ਲੈਂਦਾ। ਦੂਜੇ ਨਾਲ ਅਗਲੀ ਗੱਲ ਮੈਂ ਮੇਰੇ ਆਪਦੇ ਫਾਦਰ ਦੀ ਗੱਲ ਦੱਸਦਾ ਜੀ। ਤੇ ਸਾਡੇ ਨਾ ਰਮਾਣਾ ਲਵੇਸ਼ ਸਿੰਘ ਨੇ ਵਿਚਲੀ ਲਾਲ ਢਾਈ ਵਾਲੀ ਨਹਿਰ ਲੰਘ ਗਈ, ਜਿੱਥੋਂ ਮੈਂ ਕਿਹਾ ਹੁਣ ਮੂਸੇ ਵਾਲੇ ਦੇ ਵਿੱਚ ਵੀ ਇੱਕ ਮੁੰਡਾ ਆਇਆ ਹੋਇਆ ਹੈਗਾ, ਤੇ ਉਹ ਢਾਈ ਵਾਲੀ ਨਹਿਰ ਕੱਚੀ ਹੁੰਦੀ, ਹੁਣ ਤਾਂ ਪੱਕੀ ਹੈ। ਤੇ ਉਹਨੂੰ ਨਾ ਜਾ ਕੇ ਤੇ ਅਸੀਂ ਨਿੱਕੇ ਹੁੰਦੇ ਸੀ ਤੇ ਲੈ ਕੇ ਨਾ ਪਊਆ ਜੀ ਤੇ ਵਿੱਚ ਚੁੰਡੀ ਮਾਰਨੀ, ਚੁੰਡੀ ਮਾਰ ਕੇ ਵਿੱਚ ਵੜ ਕੇ ਉਹਨੇ ਮੂੰਹ ਲਾ ਕੇ ਤੇ ਪੀ ਲੈਣੀ। ਤੇ ਨਾ ਜਦੋਂ ਪੀਂਦੇ ਹੁੰਦੇ ਸੀਗੇ ਤੇ ਉਹਨਾਂ ਦੀ ਬੈਕ ਸਾਈਡ ਜਿਹੜੀ ਪਿੱਠ ਹੁੰਦੀ ਹੈ ਤੇ ਤਾਂ ਨਿਕਲੇ ਨਹੀਂ ਬਾਹਰ, ਤੇ ਬਾਹਰ ਨਿਕਲ ਗਏ ਤੇ ਜਦੋਂ ਸਿੱਧੇ ਹੋਣ ਲੱਗਦੇ ਨੇ ਸਾਨੂੰ ਪਊਆ ਵਿੱਚ ਜਾਣਾ। ਅਸੀਂ ਰੌਲਾ ਪਾ ਦੇਣਾ ਵੀ ਉਹ ਤੂੰ ਸ਼ਰਾਬ ਪੀਤੇ, ਤੂੰ ਸ਼ਰਾਬ ਪੀਤੇ। ਵੀ ਇਸ ਤਰ੍ਹਾਂ ਨਹੀਂ ਕਰਦੇ ਜਿਹੜੀ ਤੁਸੀਂ ਸ਼ਰਾਬੀ ਦੀ ਗੱਲ ਦੱਸੀ ਹੈ। ਇਹਦੇ ਬਹੁਤ ਢੰਗ ਹੁੰਦੇ ਨੇ, ਬਸ ਕਿਸੇ ਸਭ ਨੂੰ ਆਪਣਾ ਸਿੱਖਣਾ ਚਾਹੀਦਾ ਜੀ ਇਹ ਚੀਜ਼। ਧੰਨਵਾਦ, ਮਿਹਰਬਾਨੀ ਸੁਖਦੀਪ ਜੀ, ਮਿਹਰਬਾਨੀ। ਨਹੀਂ ਦੇਖੋ, ਬਕਾਇਦਾ ਨਾ ਤੁਸੀਂ ਅੱਜ ਕੱਲ ਤਾਂ ਸਵਿਮਿੰਗ ਪੂਲ ਨੇ। ਤੁਹਾਡੇ ਸੁਰਿੰਦਰ ਅਰਬਨ ਸਟੇਟ ਬਹੁਤ ਵਧੀਆ ਬਣਿਆ ਹੋਇਆ, 1000-1500 ਰੁਪਏ ਫੀਸ ਆ ਮੇਰਾ ਖਿਆਲ। ਥਾਪਰ 'ਚ 1000-1500 ਫੀਸ ਹੁੰਦੀ ਸੀ, ਹੁਣ ਤਾਂ ਪਤਾ ਨਹੀਂ, ਮੈਂ ਵੀ ਗਿਆ ਨਹੀਂ, ਕਈ ਸਾਲ ਹੋ ਗਏ। ਤੇ ਉੱਥੇ ਮਤਲਬ ਵਧੀਆ ਉਹਨਾਂ ਦੇ ਕੋਚ ਨੇ, ਸਵਿਮਰ ਨੇ। ਮਹਿੰਦਰਾ ਕਾਲਜ ਕੋਲ 1-2 ਪ੍ਰਾਈਵੇਟ ਵੀ ਨੇ। ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਉੱਥੇ ਸਿਖਾ ਲੈਣਾ ਚਾਹੀਦਾ।
ਕਿਉਂਕਿ ਪਾਣੀ ਨੂੰ ਵੇਖ ਕੇ ਨਾ ਬੰਦੇ ਦਾ ਕੀ ਬੱਚੇ ਦਾ ਕੀ ਸਭ ਦਾ ਮਨ ਮਚਲਦਾ ਹੈ, ਨਹਾਉਣ ਦੀ ਕੋਸ਼ਿਸ਼ ਕਰਦਾ, ਅਗਲਾ ਕਹਿੰਦਾ ਕੀ ਹੁੰਦਾ ਹੈ। ਸੋ ਇਸ ਦੌਰਾਨ ਇਸ ਵਰਤਾਰੇ ਦੇ ਵਿੱਚ ਨਾ ਬਹੁਤ ਨੁਕਸਾਨ ਹੁੰਦਾ ਹੈ। ਅਸੀਂ ਦਰਿਆਵਾਂ ਦੇ ਤਾਰੂ ਜਿਹੜਾ ਹੈ ਨਾ ਡੁੱਬ ਰਹੇ ਹਾਂ ਰੋਜ਼। ਸੋ ਇਸ ਕਰਕੇ ਜ਼ਰੂਰ ਸਵਿਮਿੰਗ ਬੜੀ ਗੁੱਡ ਐਕਸਰਸਾਈਜ਼ ਹੈ। ਚਾਲ ਸਾਹਿਬ ਰਸ਼ਪਿੰਦਰ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਤੇਰਾ ਨਾ ਭਾਈ ਬੀਬੀ ਅਨਮੋਲ ਗਗਨਮਾਨ ਇਹਦੀ ਇੰਟਰਵਿਊ ਸੁਣ ਰਿਹਾ ਮੈਂ, ਕਈ ਸਾਲਾਂ ਦੀ ਗੱਲ ਹੋ ਗਈ, ਉਦੋਂ ਇਕੱਲਾ ਗਾਉਣ ਵਾਲਾ ਹੀ ਕੰਮ ਕਰਦੇ ਸੀ। ਤੇ ਇਹਨੇ ਪਹਿਲਾਂ ਮਤਲਬ ਇਹਨੇ ਆਪਣੀ ਮਸ਼ਹੂਰੀ ਜੀ ਕੀਤੀ ਵੀ ਇਹਨੂੰ ਐਂ ਲੱਗਦਾ ਸੀ ਵੀ ਜੇ ਮੈਂ ਦੱਸੂਗੀ ਵੀ ਮੈਂ ਜੰਪਾਲ ਮਤਲਬ ਇੱਥੇ ਰਹੀ ਹਾਂ ਮੋਹਾਲੀ MCM ਪੜ੍ਹੀ ਆ ਤਾਂ ਮੇਰੇ ਨੰਬਰ ਜੇ ਬਣਨਗੇ ਵੀ ਬਹੁਤ ਪੜ੍ਹੀ ਲਿਖੀ ਆ। ਤੇ ਬਾਅਦ ਚ ਇਹਦੇ ਮੂੰਹੋਂ ਕਿਤੇ ਛੱਛੇ ਦੀ ਸੌਂ ਨਿਕਲ ਗਿਆ ਸੱਸਾ, ਪੁੱਛ ਦੀ ਜਗ੍ਹਾ ਪੁੱਸ ਕਹਿਤਾ। ਤੇ ਫੇਰ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰੇ, ਸਲੈਂਗ ਨੇ ਸਾਰਾ ਕੁਝ ਹੀ ਕੱਢ ਕੇ ਰੱਖਤਾ। ਹਾਸਾ ਬਹੁਤ ਆਇਆ ਉਹ ਗੱਲ ਤੇ। ਇਹ ਗੱਲ ਤਾਂ ਇੱਕ ਬਾਈ ਜੀ ਮਾੜਾ ਜਿਹਾ ਉੱਤੇ ਕਰਿਓ ਕਲੀਅਰ ਜੇ ਕੋਈ ਹੈ ਜਾਣਕਾਰੀ। ਜਿਹੜੇ ਜੂਝਦਾ ਪੰਜਾਬ ਵਾਲਿਆਂ ਨੇ ਬਹੁਤ ਪ੍ਰੈਸ਼ਰ ਬਣਾਇਆ ਸੀ ਪ੍ਰੈਸ ਕਾਨਫਰੰਸਾਂ ਕਰਕੇ, ਅੱਜ ਕੱਲ੍ਹ ਥਿਆਉਂਦਾ ਹੀ ਨਹੀਂ ਕੋਈ। ਧੰਨਵਾਦ ਜੀ। ਬਾਬੂ ਸਿੰਘ ਮਾਨ ਮਰਾਦਾ ਦਾ ਮੁੰਡਾ ਤੇ ਉਹ ਪੱਤਰਕਾਰ ਚਨਾਸਲ। ਹਾਂਜੀ, ਬਾਬੂ ਸਿੰਘ ਮਾਨ ਨੇ ਤਾਂ ਵੈਸੇ ਫੂਕ ਕੱਢਤੀ ਸੀ ਦੋਨਾਂ ਦੀ। ਉਹਦਾ ਮਤਲਬ ਇਹਦਾ ਨਾਂ ਲਿਆ ਦੋਨਾਂ ਦਾ, ਮਤਲਬ ਜਿਵੇਂ ਐ ਲੱਗਿਆ ਪਿਓ ਪੁੱਤਾਂ ਦੀ ਬਣਦੀ ਹੈ ਜੀ ਨਕਾਰ ਦੀ ਜਿੱਥੇ ਦੋਨੇ ਜਣੇ ਬੱਬੂ ਮਾਨ ਤੇ ਦੂਜਾ ਨਾਲ। ਹਾਂ ਅੱਜ ਕੋਈ ਨੀ ਪੁੱਛ ਰਹੇ। ਮੇਰੇ ਖਿਆਲ ਸੁਰਿੰਦਰ ਬਾਈ ਜੀ ਜੂਝਦਾ ਪੰਜਾਬ ਵੀ ਕਿਤੇ ਡੁੱਬ ਡੱਬ ਹੀ ਗਿਆ ਪੰਜਾਬ ਵਾਂਗੂ। ਬਾਈ ਰਸ਼ਪਿੰਦਰ ਚਾਹਲ ਪੁੱਛਦੇ ਸੀਗੇ ਤੇ ਕਹਿੰਦੇ ਉਹ ਜੂਝਦਾ ਪੰਜਾਬ ਵਾਲਾ ਸਵਿਮਿੰਗ ਕਿਤੇ ਕਰਦਾ ਤਰਦਾ ਕਿ ਉਹ ਵੀ ਡੁੱਬ ਗਿਆ। ਦੀਪਕ ਸ਼ਰਮਾ ਹੋਣੀ ਜਿਹੜੇ ਕਹਿੰਦੇ ਪੱਤਰਕਾਰੀ ਜਿਹੜੀ ਹੈ ਨਾ ਕਹਿੰਦੇ ਉਹ ਭਾਈ ਇੱਕ ਤਰਫਾ ਹੀ ਹੋਣੀ ਚਾਹੀਦੀ ਹੈ। ਖੈਰ ਉਹ ਤਾਂ ਪਤਾ ਨਹੀਂ ਜੂਝਦਾ ਪੰਜਾਬ ਤੱਕ ਕਦੇ ਸੁਣਿਆ, ਇੱਕ ਦੋ ਵਾਰੀ ਪਿੱਛੇ ਜੇ ਜੂਝਦੇ ਸੀ ਉਹ, ਪਰ ਰੁਪਈਆ ਜ਼ਰੂਰ ਡੁੱਬ ਗਿਆ ਮੋਦੀ ਸਾਹਿਬ ਦਾ ਤੇ ਰਿਕਾਰਡ ਤੋੜ ਪੱਧਰ ਤੇ ਆ ਗਿਆ। 79 ਰੁਪਏ 4 ਪੈਸੇ ਪ੍ਰਤੀ $1 ਦੇ ਰੇਟ ਤੇ 19 ਪੈਸੇ ਰੁਪਈਆ ਅੱਜ ਹੋਰ ਡਿੱਗਿਆ। ਯਾਨੀ 79 ਰੁਪਏ 4 ਪੈਸੇ ਦਾ $1 ਅਮਰੀਕਨ ਆਉਂਦਾ ਹੈ। ਜਿਸ ਤਰ੍ਹਾਂ ਦਾ ਰਿਕਾਰਡ ਤੋੜ ਜਿਹੜਾ ਗਿਰਾਵਟ ਰੁਪਈਏ ਚ ਆਈ ਹੈ ਤੇ ਮੋਦੀ ਸਾਹਿਬ ਪਤਾ ਨਹੀਂ ਕਿਉਂ ਕੱਛਾਂ ਵਜਾਈ ਜਾਂਦੇ ਨੇ ਤੇ ਇਹਦੇ ਬਾਰੇ ਮੋਦੀ ਦਾ ਲਾਣਾ ਵੀ ਨਹੀਂ ਕੋਈ ਬੋਲਦਾ। ਤੇ ਜਿਸ ਤਰ੍ਹਾਂ ਜਿਹੜਾ ਹਾਲਾਤ ਬਣੇ ਨੇ ਤੇ ਗੈਂਗਸਟਰਾਂ ਦੇ ਬਾਰੇ ਜੇ ਕਹੀਏ ਤਾਂ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਜੱਗੂ ਭਗਵਾਨਪੁਰੀਏ ਦਾ ਵੀ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਤੇ ਉਧਰ ਬਠਿੰਡੇ ਦੀ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰਾਂ ਨੇ ਉਹਨਾਂ ਨੇ ਜੇਲਰ ਕੁੱਟ ਸੁੱਟਿਆ। ਤੇ ਸ਼ੁਰੂਆਤ ਚਲੋ ਆਪਾਂ ਐਸੇ ਤੋਂ ਕਰਦੇ ਹਾਂ, ਪਰ ਇਸ ਤੋਂ ਪਹਿਲਾਂ ਜਿਵੇਂ ਜ਼ੁਬੈਰ ਮੁਹੰਮਦ ਜਿਹੜਾ ਆਲਟ ਨਿਊਜ਼ ਦਾ ਪੱਤਰਕਾਰ ਹੈ ਉਸ ਦੇ ਬਾਰੇ ਯੂਨਾਈਟਿਡ ਨੇਸ਼ਨ ਨੇ ਵੀ ਕਹਿ ਦਿੱਤਾ ਕਿ ਪੱਤਰਕਾਰ ਜੋ ਵੀ ਲਿਖਦਾ ਜਾਂ ਟਵੀਟ ਕਰਦਾ ਜਾਂ ਉਹ ਕਹਿੰਦੇ ਨੇ ਉਸ ਲਈ ਪੱਤਰਕਾਰ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ। ਤੇ ਹੁਣ ਗਰੰਟੀ ਕੀ ਹੈ ਕਿ ਪੱਤਰਕਾਰ ਵਾਕਈ ਪੱਤਰਕਾਰ ਹੋਵੇ? UN ਨੇ ਤਾਂ ਕਹਿਤਾ, ਪਰ ਇੱਥੇ ਤਾਂ ਹਰ ਮਤਲਬ ਬੁਲਾਰਾ ਹੈ ਪੋਲੀਟੀਕਲ ਪਾਰਟੀ ਦਾ, ਮਜ਼ਹਬ ਦਾ, ਹਰ ਬੰਦਾ ਕੀ ਬਾਬਾ ਕੀ ਸਾਧ ਕੀ ਚੋਰ ਕੀ ਸਾਰੇ ਹੀ ਪੱਤਰਕਾਰ ਬਣੇ ਨੇ। ਪੱਤਰਕਾਰੀ ਦੀ ਆੜ 'ਚ ਬਹੁਤੀ ਖੁੱਲ੍ਹ ਵੀ ਨਹੀਂ ਦਿੱਤੀ ਜਾ ਸਕਦੀ, ਕੁਛ ਨਾ ਕੁਛ ਤਾਂ ਐਥਿਕਸ ਰੱਖਣੇ ਹੋਣਗੇ। ਤੇ UN ਨੂੰ ਪਤਾ ਕੀ ਹੈ ਕਿ ਇੰਡੀਆ 'ਚ ਪੱਤਰਕਾਰੀ ਕਿੱਦਾਂ ਦੀ ਹੈ। ਸਾਰਾ ਪੰਜਾਬ ਤਾਂ ਪੀਲਾ ਕਰ ਦਿੱਤਾ, ਪੀਲੀ ਵਾਲਿਆਂ ਨੇ ਫਰਸ਼ ਵੀ ਪੀਲਾ, ਪੱਤਰਕਾਰੀ ਵੀ ਪੀਲੀ, ਅਖਬਾਰ ਵੀ ਪੀਲੇ। ਤੇ ਉੱਥੇ ਫਿਰ ਕਿਤੇ ਨਾ ਕਿਤੇ ਗੱਲ UN ਦੀ ਜਾਇਜ਼ ਵੀ ਹੈ ਤੇ ਉਧਰ ਮੋਦੀ ਦਾ ਭਗਵਾਂ ਕਰਨ ਹੋਈ ਜਾਂਦਾ, ਪੱਤਰਕਾਰ ਭਗਵੇਂ ਹੋ ਗਏ ਨੇ, ਉੱਥੇ ਜਾਇਜ਼ ਵੀ ਹੈ। ਪਰ ਜੇ ਕੋਈ ਕਿਸੇ ਧਰਮ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਦਾ ਤੇ ਉੱਥੇ ਫਿਰ ਪੱਤਰਕਾਰੀ ਵੀ ਜਾਇਜ਼ ਨਹੀਂ, ਉਹ ਭਾਵੇਂ ਨੂਪਰ ਸ਼ਰਮਾ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ। ਇਸ ਦੌਰਾਨ ਪੰਜਾਬ ਦੀ ਸਿਆਸਤ ਤੋਂ ਪਹਿਲਾਂ ਜੇ ਗੱਲ ਕਰੀਏ, ਜਿਵੇਂ ਜੱਗੂ ਭਗਵਾਨਪੁਰੀਏ ਦਾ ਰਿਮਾਂਡ ਹੋਇਆ ਤੇ ਬਠਿੰਡਾ ਦੇ ਵਿੱਚ ਇੱਕ ਹੋਰ ਗੈਂਗਸਟਰਾਂ ਨੇ ਗੁੰਡਾਗਰਦੀ ਕੀਤੀ ਹੈ। ਪਹਿਲਾਂ ਸਵਪਨ ਸ਼ਰਮਾ ਨੂੰ ਵੀ SSP ਨੂੰ ਇੱਥੋਂ ਧਮਕੀਆਂ ਆਈਆਂ ਸੀ ਤੇ ਗੈਂਗਵਾਰ ਤਾਂ ਚੁਣੌਤੀਆਂ ਫਿਰ ਦੇਈ ਜਾਂਦੀ ਹੈ ਪੰਜਾਬ ਸਰਕਾਰ ਨੂੰ। ਜੀ ਸੁਰਿੰਦਰ। ਰਾਹਦਾਰੀ ਰਿਮਾਂਡ ਮਿਲ ਗਿਆ, ਹੁਣ ਲਿਆ ਕੇ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਤੇ ਕੋਰਟ ਤੋਂ ਉਹਦਾ ਅੱਗੇ ਰਿਮਾਂਡ ਜਿਹੜਾ ਉਹ ਲੈ ਲਿਆ ਜਾਏਗਾ। ਹੁਣ ਜਿੱਥੋਂ ਤੱਕ ਜੇਲਰ ਵਾਲਾ ਝਗੜੇ ਦਾ ਸਵਾਲ ਆ, ਇਹ ਕਿਤੇ ਅਮਿਤਾਭ ਬੱਚਨ ਵਾਲੀ ਉਹ ਕਾਲੀਆ ਫਿਲਮ ਵਾਲਾ ਕੰਮ ਤਾਂ ਨਹੀਂ ਹੋ ਗਿਆ ਵੀ ਮੈਂ ਅਮਿਤਾਭ ਬੱਚਨ ਵੀ ਉਹ ਕਾਲੀਆ ਫਿਲਮ 'ਚ ਇਹੀ ਕੁਝ ਕਰਦਾ ਸੀ ਨਾ ਜੇਲ੍ਹ 'ਚ। ਇਸ ਕਰਕੇ ਉਹਦੇ 'ਚ ਮੇਰਾ ਪ੍ਰਾਣ ਹੁੰਦਾ, ਕੀ ਨਾਂ ਸੀ ਉਹਦਾ, ਪ੍ਰਾਣ ਕੀ ਨਾਮ ਸੀ ਉਹਦਾ ਜਿਹੜਾ ਜੇਲਰ ਬਣਿਆ ਹੋਇਆ ਸੀਗਾ,
ਤੇ ਹਾਂ, ਤੇ ਉਹ ਮੈਨੂੰ ਲੱਗਦਾ ਵੀ ਉਹੀ ਕੁਝ ਸਿੱਖ ਲਿਆ ਲੱਗਦਾ ਇਹਨਾਂ ਨੇ। ਪਰ ਉਹਦੇ ਨਾਲ ਨਾ ਇੱਕ ਤਾਂ ਜਿਹੜਾ ਜੇਲ੍ਹਾਂ ਦਾ ਸਿਸਟਮ ਆ ਨਾ, ਠੀਕ ਆ, ਜੇਲ੍ਹ ਮੰਤਰੀ ਜੋ ਮਰਜ਼ੀ ਕਹੀ ਜਾਵੇ, ਨਾ ਮੋਬਾਈਲ ਜਾਣੇ ਬੰਦ ਅੰਦਰ, ਨਾ ਨਸ਼ਾ ਜਾਣਾ ਅੰਦਰ ਬੰਦ, ਤੇ ਤੀਸਰੀ ਗੱਲ, ਜਿਹੜਾ ਜੇਲ੍ਹ ਡਿਪਾਰਟਮੈਂਟ ਇਹਨਾਂ ਤੋਂ ਹਿੱਸਾ ਪੱਤੀ ਲੈਂਦਾ ਰਿਹਾ ਹੁਣ ਤੱਕ, ਕਿਤੇ ਨਾ ਕਿਤੇ ਇਹ ਕੁੱਟ ਕਟਾਪੇ ਦਾ ਵੱਡਾ ਕਾਰਨ ਉਹ ਵੀ ਆ। ਨਹੀਂ ਤੇ ਜੇਲਰ ਹੋਵੇ ਤੇ ਜੇਲਰ ਨੂੰ ਅੰਦਰ ਜਿਹੜੇ ਗੈਂਗਸਟਰ ਕੁੱਟ ਜਾਣ ਤੇ ਫਿਰ ਲਾਹਨਤਾ ਜੇਲਰ ਤੇ ਜੇਲਰ ਕਹਾਉਣ ਦੀ। ਜਦੋਂ ਜੇਲ੍ਹ ਸੁਪਰਡੈਂਟ ਕਦੀ ਜੇਲ੍ਹ ਦੇ ਅੰਦਰ ਨਹੀਂ ਜਾਂਦਾ, ਉਹ ਡਿਊਟੀ 'ਚ ਆਪਣੇ ਆਫਿਸ 'ਚ ਬੈਠਦਾ ਹੈ। ਅੰਦਰ ਡਿਊਟੀ ਸਵੇਰੇ ਤੇ ਸ਼ਾਮ 2 ਟਾਈਮ ਗਿਣਤੀ ਕਰਨ ਦੀ ਜਿਹੜੀ ਆ, ਉਹ ਡਿਪਟੀ ਸੁਪਰਡੈਂਟ ਤੇ ਅਸਿਸਟੈਂਟ ਜੇਲ੍ਹ ਸੁਪਰਡੈਂਟਾਂ ਦੀ, ਹੌਲਦਾਰਾਂ ਦੀ, ਉਹਨਾਂ ਦੀ ਹੁੰਦੀ ਹੈ ਕਿ ਸਾਰੀਆਂ ਬੈਰਕਾਂ 'ਚ ਸਾਰੇ ਬੰਦੇ ਸਹੀ ਸਲਾਮਤ ਪਾਏ ਗਏ। ਉਹ ਅੱਗੇ ਸੁਪਰਡੈਂਟ ਨੂੰ ਦੱਸ ਦਿੰਦੇ ਨੇ, ਪਰ ਸੁਪਰਡੈਂਟ ਜਿਹੜਾ ਉਹਦਾ ਟਾਈਮ ਹੁੰਦਾ ਉਸ ਟਾਈਮ ਆਫਿਸ ਆਉਂਦਾ, ਜਾਂ ਕੋਈ ਐਮਰਜੈਂਸੀ ਹੋਵੇ ਆਉਂਦਾ। ਅਦਰਵਾਈਜ਼ ਜਦੋਂ ਉਹਨੇ ਹਫ਼ਤੇ 'ਚ 1 ਦਿਨ ਆਉਣਾ, ਉਦੋਂ ਉਹਦੇ ਨਾਲ ਡਿਪਟੀ ਸੁਪਰਡੈਂਟ ਜਿੰਨੇ ਵੀ ਆ, ਭਾਵੇਂ 2 ਹੋਣ ਭਾਵੇਂ 4 ਹੋਣ, ਅਸਿਸਟੈਂਟ ਜੇਲ੍ਹ ਸੁਪਰਡੈਂਟ ਤੇ ਬਾਕੀ ਸਾਰੀ ਗਾਰਡ ਦਾ 50 ਕੁ ਜਣਿਆਂ ਦਾ ਕਾਫਲਾ ਉਹਦੇ ਨਾਲ ਹੁੰਦਾ। ਹੁਣ ਮੈਨੂੰ ਤੇ ਇਹੀ ਨਹੀਂ ਸਮਝ ਆਈ ਕਿ ਜੇਲ੍ਹ ਸੁਪਰਡੈਂਟ ਅੰਦਰ ਕੁੱਟਿਆ ਕਿੱਦਾਂ ਗਿਆ ਜੀ। ਫਿਰ ਇਹੀ ਕਹਿ ਸਕਦੇ ਆ ਨਾ ਕਿ ਕੋਈ ਨਾ ਕੋਈ ਜਿਹੜਾ ਪਿਛਲਾ ਹਿੱਸਾ ਪੱਤੀ ਚੱਲਦਾ ਸੀ ਉਹ ਕਿਤੇ ਨਾ ਕਿਤੇ ਇਨਵੋਲਵ ਹੋਏਗਾ। ਨਹੀਂ ਤੇ ਅੰਦਰ ਬੈਠੇ ਗੈਂਗਸਟਰ ਦਾ ਏਡੀ ਹਿੰਮਤ ਕੋ ਜੇਲ੍ਹ ਸੁਪਰਡੈਂਟ ਦੀ ਗਰਦਨ ਨੂੰ ਹੱਥ ਪਾ ਲਵੇ। ਹੁਣ ਇਸ ਕਰਕੇ ਕਿਤੇ ਨਾ ਕਿਤੇ ਸੋਚਣਾ ਪਏਗਾ ਜਿਹੜਾ ਇਹ ਕੰਮ ਚੱਲਿਆ ਹੋਇਆ, ਕਿਉਂਕਿ ਪਹਿਲਾਂ ਵੀ ਨਾ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਈ ਸੀ ਉਹਦੇ 'ਚ ਵੀ ਅਸਿਸਟੈਂਟ ਜੇਲ੍ਹ ਸੁਪਰਡੈਂਟ ਜੇਲ੍ਹ ਗਏ ਸੀ। ਉਹਦਾ ਰੀਜ਼ਨ ਕੀ ਸੀਗਾ ਕਿ ਉੱਥੇ ਇਹਨਾਂ ਦਾ ਹਿੱਸਾ ਪੱਤੀ ਚੱਲਦਾ ਰਿਹਾ, ਇਸੇ ਕਰਕੇ ਉਹ ਅੰਦਰੋਂ ਬੰਦਿਆਂ ਨੂੰ ਭਜਾਉਣ 'ਚ ਕਾਮਯਾਬ ਹੋ ਗਏ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਕਾਣੇ ਹੋਵੋ ਤਾਂ ਫਿਰ ਸਮੱਸਿਆ ਕੀ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਅੰਦਰੋਂ ਬੈਰਕ ਤੋਂ ਲੈ ਕੇ ਉਹਨਾਂ ਦਾ ਡਿਊਟੀ ਤੱਕ ਆਉਣ ਜਾਣਾ ਆਮ ਲੱਗਿਆ ਰਹਿੰਦਾ। ਨਹੀਂ ਤੇ ਡਿਊਟੀ ਤੱਕ ਉਹੀ ਬੰਦਾ ਜਾਂਦਾ ਜਿਹਦੀ ਮੁਲਾਕਾਤ ਆਈ ਹੁੰਦੀ ਆ। ਅੰਦਰੋਂ ਬੈਰਕ 'ਚੋਂ ਬੰਦਾ ਬਾਹਰ ਨਹੀਂ ਨਿਕਲ ਸਕਦਾ। ਤੁਸੀਂ ਦੇਖੋ, ਬੈਰਕ ਦੇ ਅੰਦਰੋਂ ਨਿਕਲਣਾ, ਫੇਰ ਬੈਰਕ ਦੇ ਅੰਦਰਲੇ ਹਾਤੇ 'ਚੋਂ ਬਾਹਰ ਨਿਕਲਣਾ, ਫਿਰ ਉਹ ਗੋਲ ਚੱਕਰ ਤੋਂ ਲੈ ਕੇ ਉਹਦਾ ਡਿਊਟੀ ਤੱਕ ਪਹੁੰਚ ਜਾਣਾ ਬੰਦਿਆਂ ਦਾ ਕੋਈ ਛੋਟੀ ਗੱਲ ਥੋੜੀ ਹੁੰਦੀ। ਇਹ ਸਾਰੇ ਕਾਰਨ ਉਦੋਂ ਬਣਦੇ ਨੇ ਪਰਮਿੰਦਰ, ਜਦੋਂ ਅੰਦਰਲੇ ਜਿਹੜੇ ਹਵਾਲਾਤੀ ਤੇ ਕੈਦੀ ਨੇ ਉਹ ਵੀ ਜੇਲ੍ਹ ਵਾਲਿਆਂ ਦੇ ਭੇਤੀ ਹੋ ਜਾਂਦੇ ਆ। ਜਦੋਂ ਇਹਨਾਂ ਦਾ ਆਪਸੀ ਲੈਣ ਦੇਣ ਚੱਲਦਾ, ਜਦੋਂ ਭੇਤੀ ਹੋ ਗਿਆ ਫਿਰ ਅਗਲਾ ਜਿਹਨੂੰ ਜਿੱਥੇ ਮਰਜੀ ਨੱਪ ਲਵੇਗਾ। ਇਸ ਕਰਕੇ ਅਦਰਵਾਈਜ਼ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਜੇਲਰ ਨੂੰ ਹੱਥ ਪਾ ਚੁੱਕੇ ਜੀ। ਇਹਦੇ 'ਚ ਜਿਹੜਾ ਅੱਜ ਵਾਪਰਿਆ, ਤੁਸੀਂ ਵੇਖੋ, ਬਠਿੰਡਾ ਜੇਲ੍ਹ 'ਚ ਪਹਿਲਾਂ ਵੀ ਸਵਪਨ ਸ਼ਰਮਾ ਨੂੰ ਜਾਂ ਹੋਰਾਂ ਨੂੰ SSP ਤੱਕ ਨੂੰ ਧਮਕੀਆਂ ਆਉਂਦੀਆਂ ਨੇ। ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇਹ ਜੇਲ੍ਹ ਵਾਰਡਨ ਤੇ ਹਮਲਾ ਹੋਇਆ। ਕੈਂਟ ਥਾਣੇ ਦੇ ਵਿੱਚ ਜੇਲ੍ਹ ਸੁਪਰਡੈਂਟ ਗੌਰਵਦੀਪ ਸਿੰਘ ਨੇ ਜੋ FIR ਕਰਵਾਈ ਹੈ, ਸ਼ਿਕਾਇਤ ਕਰਾਈ ਹੈ DDR, ਕਿ ਗੈਂਗਸਟਰ ਰਾਜਵੀਰ ਸਿੰਘ ਵਾਸੀ ਗੁਰਦਾਸਪੁਰ ਤੇ ਗੁਰਦੀਪ ਸਿੰਘ ਵਾਸੀ ਲੁਧਿਆਣਾ, ਇਹਨਾਂ ਦੋਨੋਂ ਗੈਂਗਸਟਰ ਨੇ ਜੇਲ੍ਹ ਵਾਰਡਨ ਤੇ ਹਮਲਾ ਕੀਤਾ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਰਾਜਵੀਰ ਕੋਲੋਂ ਮੋਬਾਈਲ ਫੋਨ ਤੇ 5 SIM ਕਾਰਡ ਬਰਾਮਦ ਕੀਤੇ ਗਏ ਤੇ ਇਹ ਗੈਂਗਸਟਰਾਂ ਨੇ ਨਾ ਸਿਰਫ ਜੇਲ੍ਹ ਵਾਰਡਨ ਗੁਰਮੀਤ ਸਿੰਘ ਦੀ ਕੁੱਟਮਾਰ ਕੀਤੀ ਹੈ, ਸਗੋਂ ਹੋਰ ਅਧਿਕਾਰੀਆਂ ਨੂੰ ਵੀ ਧੱਕੇ ਮਾਰੇ ਨੇ ਤੇ ਜੇਲ੍ਹ ਦੇ ਸੁਰੱਖਿਆ ਨਾਕੇ ਤੋਂ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਤੇ ਹਮਲਾਵਰਾਂ ਨੇ ਬਠਿੰਡਾ ਜੇਲ੍ਹ ਦੇ ਵਿੱਚੋਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵੀ ਧਮਕੀਆਂ ਦਿੱਤੀਆਂ ਨੇ ਕਿ ਘਬਰਾਓ ਨਾ, ਟੱਬਰ ਟੀਰ ਦਾ ਖਿਆਲ ਰੱਖਿਓ। ਥਾਣਾ ਕੈਂਟ ਦੇ SHO ਪਰਮ ਸਿੰਘ ਚਹਿਲ ਨੇ ਇਹ ਵੀ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੂੰ ਜੋ ਸ਼ਿਕਾਇਤ ਮਿਲੀ ਹੈ ਉਸ ਦੌਰਾਨ ਇਹਨਾਂ ਗੈਂਗਸਟਰਾਂ ਦੇ ਖਿਲਾਫ 353, 186, 23, 506 ਤੇ ਜੇਲ੍ਹ ਪ੍ਰਿਜ਼ਨ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਮਸਲਾ ਜਾਣੀ ਇਹੀ ਸੀ ਕਿ ਉਹਨਾਂ ਕੋਲੋਂ ਜਿਹੜੇ SIM ਕਾਰਡ ਬਰਾਮਦ ਹੋਏ ਨੇ ਤੇ ਇਸ SIM ਕਾਰਡ ਦੇ ਦੌਰਾਨ ਇਹ ਜਿਹੜਾ ਵਰਤਾਰਾ ਕਿ ਇਹ ਚੀਜ਼ਾਂ ਮਿਲਣੀਆਂ, ਤੇ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਕਿਉਂਕਿ ਧਮਕੀਆਂ ਤਾਂ ਦਿੰਦੇ ਨੇ, ਕੋਈ ਦੋਰਾਵਾ ਨਹੀਂ ਹੈ, ਲੀਡਰ ਵੀ ਦਿੰਦੇ ਨੇ। ਤੁਸੀਂ ਜੇ ਇਹਨਾਂ ਨੂੰ ਛੱਡੋ, ਲੀਡਰ ਵੀ, ਆਮ ਬੰਦਾ ਵੀ, ਕੋਈ ਨਹੀਂ, ਅਗਲਾ ਕਹਿੰਦਾ ਜੇਲ੍ਹ 'ਚੋਂ ਬਾਹਰ ਜਾਣ ਦੇ। ਈਵਨ ਦਫ਼ਤਰ 'ਚ ਅਗਲਾ ਧਮਕੀ ਦਿੰਦਾ, ਕੋਈ ਨਹੀਂ ਤੈਨੂੰ ਦੇਖ ਲੂੰ, ਹੈ ਨਾ। ਉਹਦਾ ਭਗਵੰਤ ਮਾਨ ਵੀ ਕਹਿ ਦਿੰਦਾ ਸੀ ਪੱਤਰਕਾਰਾਂ ਨੂੰ, ਤੈਨੂੰ ਕੋਈ ਚਾਹੀਦਾ, ਤੈਨੂੰ ਮੈਂ ਦੇਖ ਲੂੰ। ਸੋ ਇਹ ਦੇਖ ਲੂੰ ਕਹਿਣ ਦਾ ਨਾ ਜਿਹੜਾ ਸਿਲਸਿਲਾ, ਇਹ ਮਾੜਾ ਹੈ। ਕਿਸੇ ਦੀ ਡਿਊਟੀ ਦੇ ਵਿੱਚ ਇਸ ਤਰ੍ਹਾਂ ਖਲਲ ਪਾਉਣਾ, ਭਾਵੇਂ ਕੋਈ ਵੀ ਹੈ।
ਤੇ ਕਿਤੇ ਨਾ ਕਿਤੇ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਦਾ ਸਿਲਸਿਲਾ ਹੈ। ਉਧਰ ਸਿੱਧੂ ਮੂਸੇਵਾਲਾ ਕਾਂਡ ਦੇ ਵਿੱਚ ਦੇਖੋ FIR ਹੋਈ ਹੈ, ਹਾਲਾਂਕਿ ਉਹਦੀ ਮਾਂ ਚਰਨ ਕੌਰ ਨੇ ਪਹਿਲਾਂ ਇੱਕ ਗਾਣਾ ਲੀਕ ਕਰਨ ਵਾਲੇ ਨੂੰ ਮਾਫ ਵੀ ਕਰ ਦਿੱਤਾ। ਇੱਕ ਵਿਅਕਤੀ ਫੜਿਆ ਗਿਆ ਸੀ, ਉਹ ਮਾਫ ਕਰ ਦਿੱਤਾ ਮੂਸੇਵਾਲੇ ਦੀ ਮਾਤਾ ਜੀ ਨੇ, ਤੇ ਉਸ ਦੇ ਵਿੱਚ ਵੀ FIR ਉਹਨਾਂ ਨੇ ਕੀਤੀ ਹੈ ਕਿ ਜਿਨ੍ਹਾਂ ਨੇ ਗਾਣਾ ਲੀਕ ਕੀਤਾ। ਪਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਜੱਗੂ ਭਗਵਾਨਪ੍ਰੀਆ ਦਾ ਜਿਹੜਾ ਰਿਮਾਂਡ ਲੈ ਲਿਆ ਗਿਆ, ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਤੋਂ ਇਹ ਹਾਸਲ ਕੀਤਾ ਗਿਆ ਤੇ ਉਸ ਨੂੰ ਕੱਲ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਸਿਲਸਿਲੇ ਵਿੱਚ ਜਿਹੜੀ ਬਾਕੀ ਡਿਵੈਲਪਮੈਂਟ ਜੀ ਕੁਝ ਘਟ ਗਈ ਹੈ ਤੇ ਹੁਣ ਕਈ ਦਿਨਾਂ ਬਾਅਦ ਜੱਗੂ ਭਗਵਾਨਪੁਰੀ ਤੇ ਗੱਲ ਜਿਹੜੀ ਹੈ ਉਹ ਮੁੜ ਕੇ ਉੱਠੀ ਹੈ। ਤੇ ਕੀ ਮਹਿਸੂਸ ਕਰਦੇ ਹੋ ਕਿ ਇਹ ਸੈਸ਼ਨ ਤੱਕ ਹੀ ਜ਼ਿਆਦਾ ਰਹੇਗਾ ਜਾਂ ਫਿਰ ਇਸ ਤੇ ਕੁਝ ਹੋਰ ਸਬੂਤ ਮਿਲਦੇ ਨੇ? ਜੀ ਜੀ ਇਹ ਤਾਂ ਵਿਚਾਰੇ ਜਿਹੜਾ ਕੋ ਦਿੱਲੀ ਪੁਲਿਸ ਕੋਲੇ ਆ ਉਹਨਾਂ ਤੋਂ ਲੈ ਕੇ ਇੱਥੇ ਆ ਰਹੇ ਨੇ। ਸਿੱਧਾ ਤੇ ਇਹਨਾਂ ਦੇ ਹੱਥ ਪੱਲੇ ਬਹੁਤਾ ਕੁਝ ਨਹੀਂ ਆਇਆ। ਲਾਰੈਂਸ ਬਿਸ਼ਨੋਈ ਸੀ, ਉਹ ਉਹਨਾਂ ਦੇ ਕਸਟਡੀ 'ਚ ਸੀ, ਉੱਥੋਂ ਲਿਆਏ ਆ। ਜੱਗੂ ਭਗਵਾਨਪੁਰੀਆ ਇਹ ਦਿੱਲੀ ਤਿਹਾੜ ਜੇਲ੍ਹ 'ਚ ਆ, ਉੱਥੋਂ ਇਹਨੂੰ ਲਿਆ ਗਿਆ। ਹੁਣ ਵੱਡੀ ਗੱਲ ਇਹ ਆ ਤੇ ਚਲੋ ਉਹਨਾਂ ਦੇ ਕੋਲੇ ਸੀਗਾ, ਉੱਥੋਂ ਇਹਨਾਂ ਨੇ ਲੈ ਲਿਆ। ਹੁਣ ਇਸ ਤੋਂ ਬਾਅਦ ਜਿਹੜੇ ਬਾਕੀ ਦੇ ਉਹਨਾਂ ਕੋਲੇ 3 ਸ਼ਾਰਪ ਸ਼ੂਟਰ ਪਕੜੇ ਹੋਏ ਨੇ, ਉਹ ਰਿਮਾਂਡ ਖਤਮ ਹੋਏਗਾ, ਉਹਦੇ ਬਾਅਦ ਉਹ ਹੋਰ ਰਿਮਾਂਡ ਲੈਂਦੇ ਆ ਜਾਂ ਨਹੀਂ ਲੈਂਦੇ, ਕੀ ਇਹ ਲੈ ਕੇ ਉਦੋਂ ਹੀ ਆਉਂਦੇ ਆ, ਕੀ ਕੁਛ ਹੁੰਦਾ ਆਉਣ ਵਾਲੇ ਦਿਨਾਂ 'ਚ ਸਥਿਤੀ ਜਿਹੜੀ ਉਹ ਸਾਰੀ ਕਲੀਅਰ ਹੋ ਜਾਏਗੀ। ਪਰ ਕੁੱਲ ਮਿਲਾ ਕੇ ਆ ਵੀ ਅਜੇ ਇਹਨਾਂ ਦੇ ਅੱਲੇ ਪੱਲੇ ਬਹੁਤਾ ਕੁਛ ਨਹੀਂ ਹੈ। ਕਹਿਣ ਨੂੰ ਅਸੀਂ 4 ਦਿਨਾਂ 'ਚ ਕਰ ਦਿਆਂਗੇ, 24 ਘੰਟਿਆਂ 'ਚ ਕਰ ਦਿਆਂਗੇ, 72 'ਚ ਕਰ ਦਿਆਂਗੇ, ਫੇਰ ਕਹਿ ਦਿੰਦੇ ਆ ਜੀ ਇਹ ਤਾਂ ਪਿਛਲੇ 75 ਸਾਲ ਦਾ ਗੰਦ ਇੱਕ ਦਿਨ 'ਚ ਨਹੀਂ ਪੂੰਝਿਆ ਜਾ ਸਕਦਾ। ਹੁਣ ਪੁੱਛਣ ਵਾਲਾ ਹੋਵੇ ਵੀ ਗੈਂਗਸਟਰ 1947 ਦੇ ਥੋੜੀ ਤੁਰੇ ਆਉਂਦੇ ਆ, ਜੇ ਕਹਿ ਦੋ ਕਿ 1947 ਤੋਂ। ਹੁਣ ਇਸ ਕਰਕੇ ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਸੱਤਾ ਚਲਾਉਣੀ ਤੇ ਹੰਡਾਉਣੀ ਬੜੀ ਔਖੀ ਹੁੰਦੀ ਆ। ਜਦੋਂ ਬਿਊਰੋਕ੍ਰੇਸੀ ਤੁਹਾਡੇ ਕੰਟਰੋਲ 'ਚ ਨਾ ਹੋਵੇ, ਜਦੋਂ ਸੱਤਾ ਦੇ 3-3 4-4 ਕੇਂਦਰ ਹੋਣ, ਫਿਰ ਇਹੀ ਕੁਛ ਵਾਪਰਦਾ ਜਿਹੜਾ ਕੁਛ ਹੁਣ ਵਾਪਰ ਰਿਹਾ। ਹੁਣ ਜਦੋਂ ਜਿੰਨੀ ਦੇਰ ਤੱਕ ਕੇਸ ਸੋਲਵ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਤਾਂ ਕਹਾਂਗੇ ਕਿ ਪੰਜਾਬ ਪੁਲਿਸ ਦੇ ਹੱਥ ਬਹੁਤਾ ਕੁਛ ਨਹੀਂ ਲੱਗਿਆ ਹੋਇਆ। ਘੱਟੋ ਘੱਟ ਵੈਪਨਾਂ ਦੀ ਰਿਕਵਰੀ ਹੋਵੇ ਤੇ ਜਿਹੜੇ ਸ਼ਾਰਪ ਸ਼ੂਟਰ ਨੇ ਉਹ ਕਿੰਨੇ ਨੇ? ਦਿੱਲੀ ਪੁਲਿਸ 6 ਕਹਿੰਦੀ, 6 ਨੇ, 4 ਨੇ, 8 ਨੇ, ਕਲੀਅਰ ਤਾਂ ਹੋਵੇ ਨਾ, ਤੇ ਫਿਰ ਉਹਨਾਂ ਦੀ ਅਰੈਸਟ ਪਵੇ। ਅਜੇ ਤਾਂ ਦਿੱਲੀ ਪੁਲਿਸ ਕੋਲੇ ਆ ਰਿਮਾਂਡ ਤੇ, ਹੁਣ ਉੱਥੋਂ ਆਉਣਗੇ ਇਹਨਾਂ ਦੇ ਕੋਲੇ ਲਿਆ ਕੇ ਉਹਨਾਂ ਨੂੰ ਅੱਗੇ ਅਰੈਸਟ ਪਾਉਣਗੇ, ਫਿਰ ਕਲੀਅਰ ਕਰਨਗੇ, ਸਾਰਾ ਵੈਪਨ ਪਕੜੇ ਜਾਣ, ਉਹਦੇ ਬਾਅਦ ਚਾਰਜਸ਼ੀਟ ਪੇਸ਼ ਹੋਏਗੀ ਕੋਰਟ ਦੇ ਵਿੱਚ ਜਾ ਕੇ, ਉੱਥੇ ਫਿਰ ਚਾਰਜ ਫਰੇਮ ਹੋਣਗੇ, ਫਿਰ ਟ੍ਰਾਇਲ ਚੱਲਣਾ। ਯਾਨੀ ਕਿ ਪ੍ਰੋਸੀਜਰ ਅਜੇ ਲੰਬਾ। ਜੇ ਕਹਿ ਦਈਏ ਕਿ ਅੱਜ ਹੀ ਨਿਬੜ ਜੇ ਜਾਂ ਕੱਲ ਨਿਬੜ ਜੇ, ਅਜੇ ਨਿਬੜਦਾ ਨਹੀਂ ਲੱਗਦਾ, ਕਿਉਂਕਿ ਇਹਨਾਂ ਦੇ ਲਈ ਵੱਡੀ ਸਮੱਸਿਆ ਜਿਹੜੀ ਜੇ ਗੈਂਗਸਟਰ ਬਣੇ ਹੋਏ ਨੇ ਨਾਲ ਦੀ ਨਾਲ ਦਿੱਲੀ ਪੁਲਿਸ ਵੀ ਆ, ਕਿਉਂਕਿ ਦਿੱਲੀ ਪੁਲਿਸ ਜਿਹੜੀ ਆ ਉਹ ਇਹਨਾਂ ਤੋਂ ਪਹਿਲਾਂ ਉਹ ਪਕੜ ਲੈਂਦੀ ਆ, ਜੋ ਪਕੜ ਲੈਂਦੀ ਉਹ ਰਿਮਾਂਡ ਲੈ ਲੈਂਦੇ। ਪਹਿਲੀ ਗੱਲ ਤਾਂ ਉਹਨਾਂ ਦਾ ਰਿਮਾਂਡ ਬਣਦਾ ਨਹੀਂ ਸੀ, ਰਿਮਾਂਡ ਤਾਂ ਲਾਰੈਂਸ ਬਿਸ਼ਨੋਈ ਦਾ ਵੀ ਨਹੀਂ ਸੀ ਬਣਦਾ, ਕਿਉਂਕਿ ਜੇ ਉਹਦੀ ਇਨਵੋਲਵਮੈਂਟ ਸੀਗੀ ਤੇ ਮਾਨਸੇ ਨਾਲ ਸੰਬੰਧਿਤ ਕੇਸ ਸੀਗਾ ਤੇ ਉਹਦੀ ਸੀ, ਉਹ ਪੰਜਾਬ 'ਚ ਆ ਤੇ ਉਹਨਾਂ ਨੇ ਉਹਦਾ ਰਿਮਾਂਡ ਕਿਉਂ ਲਿਆ? ਉਸ ਤੋਂ ਅੱਗੇ ਆ ਜਾਈਏ, ਹੁਣ ਜਿਹੜੇ ਸ਼ਾਰਪ ਸ਼ੂਟਰ ਜੇ ਪਕੜੇ ਵੀ ਸੀ ਤੇ ਪਕੜ ਕੇ ਸਿੱਧੇ ਹੈਂਡ ਓਵਰ ਕਰ ਦਿੰਦੇ ਇਹਨਾਂ ਨੂੰ ਕਿ ਲੈ ਜਾਓ। ਪ੍ਰੈਸ ਕਾਨਫਰੰਸ ਕਰਨੀ ਸੀ, ਠੀਕ ਆ ਕਰ ਲੈਂਦੇ, ਕਹਿੰਦੇ ਜੀ ਅਸੀਂ ਅਰੈਸਟ ਕਰ ਲਿਆ, ਅਰੈਸਟ ਕੀਤਾ, ਆਹ ਕੁਛ ਉਹ ਮੰਨ ਰਹੇ ਨੇ, ਇਸ ਕਰਕੇ ਕਿਉਂਕਿ ਇਹਨਾਂ ਦੀ ਦਿੱਲੀ 'ਚ ਕੋਈ ਇਨਵੋਲਵਮੈਂਟ ਨਹੀਂ ਸੀ, ਇਹ ਪੰਜਾਬ ਨੂੰ ਵਾਂਟਣ ਨੇ, ਅਸੀਂ ਉਹਨਾਂ ਨੂੰ ਹੈਂਡ ਓਵਰ ਕਰਦੇ ਹਾਂ। ਬੰਦਾ ਜਿਸ ਡਿਸਟ੍ਰਿਕਟ ਨੂੰ, ਜਿਸ ਸਟੇਟ ਨੂੰ ਵਾਂਟਡ ਹੁੰਦਾ ਉਹਨੂੰ ਹੈਂਡ ਓਵਰ ਕੀਤਾ ਜਾਂਦਾ, ਪਰ ਹੁਣ ਉਹ ਰਿਮਾਂਡ ਲੈ ਕੇ ਉੱਥੇ ਬੈਠ ਜਾਂਦੇ ਨੇ। 14 ਦਿਨ ਦਾ ਰਿਮਾਂਡ ਉਹਨਾਂ ਨੇ ਲਾਰੈਂਸ ਬਿਸ਼ਨੋਈ ਦਾ ਵੀ ਲਿਆ ਸੀ, 2 ਵਾਰੀ 5-5 ਦਿਨ, 1 ਵਾਰੀ 4 ਦਿਨ, ਤੇ ਜਿਹੜੇ ਹੁਣ ਸ਼ਾਰਪ ਸ਼ੂਟਰ ਪਕੜੇ ਸੀ ਉਹਨਾਂ ਦਾ ਸਿੱਧਾ ਹੀ 14-14 ਦਿਨ ਦਾ ਲੈ ਲਿਆ। ਹੁਣ ਜੱਗੂ ਭਗਵਾਨਪੁਰੀ ਨੂੰ ਲਿਆਂਦਾ, ਉਹਦੇ ਵਕੀਲ ਦੀ ਵੀ ਉਹੀ ਥਿਊਰੀ ਸੀ ਜਿਹੜੀ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਵਕੀਲ ਦੀ ਸੀ, ਕਹਿੰਦੇ ਜੀ ਇਹਨੂੰ ਪੰਜਾਬ ਨਹੀਂ ਭੇਜਣਾ ਚਾਹੀਦਾ, ਜੇ ਉੱਥੇ ਭੇਜਿਆ ਤਾਂ ਉੱਥੇ ਇਹਦੀ ਜਾਨ ਨੂੰ ਖਤਰਾ, ਇਹਦਾ ਐਨਕਾਊਂਟਰ ਕਰਦੇ, ਉਹਦੀ ਜਾਨ ਨੂੰ ਖਤਰਾ, ਉਹਦੇ ਐਨਕਾਊਂਟਰ ਦਾ ਖਤਰਾ, ਤੇ ਜਿਹੜੇ ਲੋਕ ਮਾਰੇ ਉਹਨਾਂ ਦਾ ਕੋਈ ਖਤਰਾ ਨਹੀਂ। ਵੀ ਉਹ ਕੀ ਸੀਗਾ? ਜੀ ਸੋ ਇਸ ਦੇ ਵਿੱਚ ਜਿਹੜਾ ਮਸਲਾ ਵਿਧਾਨ ਸਭਾ ਦੇ ਵਿੱਚ ਵੀ ਗਾਹੇ ਬਗਾਹੇ ਉੱਠਦਾ ਰਿਹਾ, ਵਿਧਾਨ ਸਭਾ ਦੇ ਵਿੱਚ ਜਿਹੜੇ ਮਸ਼ਗੂਲੇ ਨੇ ਬੜੇ ਮਸ਼ਹੂਰ ਹੋਏ ਨੇ, ਚੈਨਲਾਂ ਤੇ ਬੜੀ TRP ਜਾ ਰਹੀ ਹੈ ਉਹਨਾਂ ਦੀ, ਤੇ ਇਸ ਦੌਰਾਨ
ਥੋੜਾ ਜਿਹਾ ਵਿਧਾਨ ਸਭਾ ਦੇ ਸੈਸ਼ਨ ਦੀ ਚਰਚਾ ਤੋਂ ਸ਼ੁਰੂਆਤ ਕਰਦੇ ਹਾਂ। ਜਿਹੜਾ ਮੂਸੇਵਾਲੇ ਦਾ ਮਾਮਲਾ ਗਾਹੇ ਬਗਾਹੇ ਵਿੱਚ ਦੀ ਵਿਧਾਨ ਸਭਾ 'ਚ ਉੱਠਦਾ ਰਿਹਾ ਤੇ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਮਾਯੂਸੀ ਵੀ ਹੈ, ਪਰ ਉਹ ਕਿਸੇ ਨਾ ਕਿਸੇ ਰੂਪ 'ਚ ਉਸ ਨੂੰ ਟਾਲਦੇ ਰਹੇ। ਕਦੇ ਕਹਿੰਦੇ ਰਹੇ ਕਿ ਰਾਜੇ ਵੜਿੰਗ ਨਾਲ ਮਾਨਸਾ ਵਾਲੇ ਮੋਹਣੇ ਦੀਆਂ ਤਸਵੀਰਾਂ ਮਿਲਦੀਆਂ ਨੇ, ਜਿਹੜਾ ਇਸ ਗੈਂਗਵਾਰ ਦੇ ਵਿੱਚ ਕਥਿਤ ਦੋਸ਼ੀ ਹੈ, ਇਹ ਤੁਹਾਡੇ ਹੀ ਬੰਦੇ ਨੇ, ਤੁਸੀਂ ਉਹ ਗੈਂਗਵਾਰ ਪੈਦਾ ਕੀਤੀ, ਅਸੀਂ ਤਾਂ ਆਏ 3 ਮਹੀਨੇ ਦੇ ਹਾਂ। ਬੀਬੀ ਗਗਨ ਕਹਿੰਦੀ 3 ਮਹੀਨੇ ਦੇ ਬੱਚੇ ਨੂੰ ਕਿਵੇਂ ਪਤਾ ਲੱਗ ਜੂਗਾ, ਇਹਨਾਂ 'ਚ ਤਾਂ ਅਸੀਂ ਬੱਚੇ ਹਾਂ। ਪਰ ਇਸ ਰਸਤੇ ਵਿੱਚ ਰੇਤੇ ਨੂੰ ਲੈ ਕੇ ਬੜਾ ਰੌਲਾ ਰੂਪਾ ਉਹ ਵੀ ਪੈ ਰਿਹਾ। ਕੀ ਚੱਲ ਰਹੇ ਨੇ ਵਿਧਾਨ ਸਭਾ ਦੇ ਮਸ਼ਗੂਲੇ? ਲੋਕ ਇੰਜੋਏ ਬਹੁਤ ਕਰ ਰਹੇ ਆ ਪਰ ਵਿਧਾਨ ਸਭਾ ਦੇ ਸੈਸ਼ਨ ਨੂੰ। ਮੂਸੇਵਾਲੇ ਦੇ ਮਾਮਲੇ ਦਾ ਵਿਧਾਨ ਸਭਾ ਦੇ ਵਿੱਚ ਕੀ ਪੱਖ ਰਿਹਾ? ਕੀ ਕੋਈ ਗੱਲ ਉਸ ਮੁਤਲਕ ਤਣ ਪੱਤਣ ਲੱਗਦੀ ਹੈ? ਕਿਉਂਕਿ ਉਹਦਾ ਗੀਤ ਬਲੌਕ ਕਰਨ ਤੇ ਕੋਈ ਸਰਕਾਰ ਦਾ ਐਕਸ਼ਨ ਰਿਐਕਸ਼ਨ ਅਜੇ ਮੇਰੇ ਖਿਆਲ ਸਾਹਮਣੇ ਨਹੀਂ ਹੈ। ਮੇਰੇ ਖਿਆਲ ਚਿੱਠੀ ਚੁੱਠੀ ਵੀ ਨਹੀਂ ਲਿਖੀ ਹੋਣੀ ਅਜੇ ਤਾਂ। ਜੀ ਸੁਰਿੰਦਰ। ਏਦਾਂ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਨਾ ਪਿਛਲੇ ਸਮਿਆਂ 'ਚ ਤੇ ਬਣਿਆ ਰਿਹਾ ਸੀ ਸਿੱਠਣੀਆਂ ਉਦੋਂ ਹੁੰਦੀਆਂ ਸੀ ਜਦੋਂ ਦੋਨੋਂ ਬੰਨੇ ਨਾ ਨਾਨਕੇ ਤੇ ਦਾਦਕਿਆਂ 'ਚ ਬੀਬੀਆਂ ਜਿਹੜੀਆਂ ਉਹਨਾਂ ਨੂੰ ਆਪਣੇ ਕਲਚਰ ਦੀ ਪੂਰੀ ਨੌਲੇਜ ਹੁੰਦੀ ਸੀ। ਜਿਹੜੇ ਅੱਜ ਵਾਲੀ ਨਵੀਂ ਪੀੜ੍ਹੀ ਆ ਇਹ ਤਾਂ ਸਾਰੀ ਡੀਜੇ ਤੇ ਨੱਚਣ ਵਾਲੀ ਆ, ਇਹਨਾਂ ਨੂੰ ਤਾਂ ਉਹ ਵੀ ਮਰਿਆਦਾ ਨਹੀਂ ਪਤਾ ਵੀ ਨਾਨਕਿਆਂ ਦਾਦਕਿਆਂ ਦੀਆਂ ਸਿੱਠਣੀਆਂ ਕੀ ਹੁੰਦੀਆਂ। ਇਸ ਕਰਕੇ ਹੁਣ ਕੋਈ ਬੱਚਾ ਕਹੀ ਜਾਵੇ ਤੇ ਕੋਈ ਕੁਛ ਮਰਜ਼ੀ ਕਹੀ ਜਾਵੇ, ਚਾਹੀਦਾ ਇਹ ਸੀ ਕਹਿੰਦੇ ਸੀ ਅਸੀਂ ਨਵੀਂ ਤਰ੍ਹਾਂ ਦੀ ਸਿਆਸਤ ਕਰਨ ਆਏ ਆ, ਅਸੀਂ ਸਾਰਾ ਸਿਸਟਮ ਚੇਂਜ ਕਰਨ ਆਏ ਆ, ਤਾਂ ਇੱਕ ਨਵੀਂ ਪਿਰਤ ਪਾ ਦਿੰਦੇ। ਉਹ ਜਿਹੜੀ ਨਵੀਂ ਪਿਰਤ ਹੁੰਦੀ ਉਹਦੇ 'ਚ ਕਹਿੰਦੇ ਵੀ ਦੇਖੋ ਜੇ ਬਜਟ ਸੈਸ਼ਨ ਆਇਆ ਤੇ ਬਜਟ ਸੈਸ਼ਨ ਲਈ ਕੇਵਲ ਤੇ ਕੇਵਲ ਬਜਟ ਦੇ ਉੱਪਰ ਬੋਲਿਆ ਜਾਏਗਾ, ਨਾ ਸੱਤਾਧਾਰੀ ਧਿਰ ਤੇ ਨਾ ਵਿਰੋਧੀ ਧਿਰ, ਸਿੱਧਾ ਸਪੀਕਰ ਵੀ ਹੋ ਜਾਂਦਾ ਤੇ ਬਾਕੀ ਵੀ ਹੋ ਜਾਂਦੇ, ਕਿਸੇ ਦੇ ਪਰਦੇ ਫੋਲਣ ਦੀ ਲੋੜ ਨਹੀਂ ਸੀ। ਪਰ ਇਹਨਾਂ ਤਾਂ ਸ਼ਰੇਆਮ ਵਿਰੋਧੀ ਧਿਰ ਨੇ ਸੱਤਾਧਾਰੀ ਧਿਰ ਨੰਗੀ ਕੀਤੀ ਤੇ ਸੱਤਾਧਾਰੀ ਧਿਰ ਨੇ ਵਿਰੋਧੀ ਧਿਰ ਨੰਗੀ ਕੀਤੀ, ਕਸਰ ਤਾਂ ਕੋਈ ਨਹੀਂ ਛੱਡੀ ਤੇ ਪਹਿਲਾਂ ਵਾਲਾ ਵੀ ਸਾਰਾ ਕੁਝ ਨੂੰ ਮਾਤ ਪਾ ਗਏ। ਹੁਣ ਗੱਲ ਆ ਜੇ ਉਹੀ ਸਾਰਾ ਕੁਝ ਹੋਣਾ ਜਿਹੜਾ ਕੁਝ ਹੁਣ ਹੋ ਰਿਹਾ ਪਹਿਲਾਂ ਵੀ ਹੋ ਗਿਆ ਹੁਣ ਵੀ ਤੁਸੀਂ ਕਰੀ ਜਾਂਦੇ ਹੋ, ਨਵੀਆਂ ਪ੍ਰਥਾ ਕਈ ਹੋਰ ਜੋੜ ਰਹੇ ਹੋ, ਪਹਿਲਿਆਂ ਨੂੰ ਘਟਾ ਨਹੀਂ ਰਹੇ। ਹੁਣ ਅਸੀਂ ਕਹਿੰਦੇ ਆ ਕਿ ਜਿਹੜੇ ਕੰਟਰੀ ਸਾਡੇ ਤੋਂ 1000 ਸਾਲ ਅੱਗੇ ਨੇ ਅਸੀਂ ਉਹ ਕਿਹੜੇ ਕਾਰਨਾਂ ਕਰਕੇ ਗਏ, ਅਸੀਂ ਉਹ ਸਾਰਾ ਕੁਝ ਅਡਾਪਟ ਕਰਨਾ। ਉਹ ਕਹਿੰਦੇ ਅਡਾਪਟ ਕਰ ਲਓ, ਪਰ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਕਰ ਲਓ, ਜਿਹੜਾ ਤੁਸੀਂ ਮਾੜਾ ਤੇ ਕੁਫਰ ਕੋਲੇ ਚੱਕੀ ਫਿਰਦੇ ਹੋ ਸਾਰਾ ਚੱਕ ਕੇ ਗੰਦ ਬਾਹਰ ਮਾਰੋ। ਪਰ ਇਹ ਉਹ ਵੀ ਨਹੀਂ ਛੱਡਣ ਨੂੰ ਤਿਆਰ, ਉਹਨਾਂ ਵਾਲਾ ਚੰਗਾ ਵੀ ਅਡਾਪਟ ਕਰਨ ਨੂੰ ਤਿਆਰ ਨਹੀਂ ਤੇ ਉਹ ਵੀ ਸਾਰਾ ਕੁਝ ਪੱਲੇ ਬੰਨੀ ਫਿਰਦੇ। ਹੁਣ ਉੱਥੇ ਚੱਲਿਆ ਕੀ ਆ? ਗੱਲ ਆ ਸਿੱਧੂ ਮੂਸੇਵਾਲੇ ਦਾ ਗੀਤ ਆ, ਠੀਕ ਆ, ਉਹ ਗੀਤ ਬੈਨ ਹੋਇਆ, ਸਟੇਟ ਨੂੰ ਉੱਤੇ ਖੜਨਾ ਬਣਦਾ ਸੀ ਪਰ ਨਹੀਂ ਖੜੀ। ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਆਮ ਆਦਮੀ ਪਾਰਟੀ ਦਿੱਲੀ ਵੀ ਤੇ ਆਮ ਆਦਮੀ ਪਾਰਟੀ ਹਰਿਆਣਾ ਵੀ, ਜੋ ਬੀਜੇਪੀ ਦਾ ਹਾਲ, ਜੋ ਅਕਾਲੀ ਦਲ ਦਾ, ਜੋ ਕਾਂਗਰਸ ਦਾ, ਉਹੀ ਕੁਛ ਇਹ ਕਰਦੇ ਨੇ। ਕਿਉਂਕਿ ਇਹਨਾਂ ਦੇ ਵੀ ਉਹ ਝੂਠ ਕਹਿੰਦੇ ਨੇ ਕਿ ਪਾਣੀ ਹਰਿਆਣੇ ਨੂੰ ਚਾਹੀਦਾ ਤੇ ਪੰਜਾਬ ਵਾਲੇ ਕਹਿੰਦੇ ਅਸੀਂ ਦੇਣਾ ਨਹੀਂ। ਨਾ ਅਕਾਲੀ ਦਲ 'ਚ ਕੋਈ ਕਮੀ ਆ, ਨਾ ਬੀਜੇਪੀ 'ਚ, ਨਾ ਕਾਂਗਰਸ 'ਚ, ਸਾਰਾ ਕੁਛ ਹੀ ਹੈ। ਫਿਰ ਅਲੱਗ ਤੁਸੀਂ ਕਿੱਦਾਂ ਹੋਗੇ ਉਹਨਾਂ ਨਾਲੋਂ? ਇਹੀ ਕੁਝ ਤਾਂ ਉਹ ਕਰਦੇ ਆ ਫਿਰ 70 ਸਾਲਾਂ ਦੇ, ਜਿਹੜਾ ਕੁਝ ਤੁਸੀਂ ਕਰ ਰਹੇ ਹੋ। ਉਹੀ ਅਰਵਿੰਦ ਕੇਜਰੀਵਾਲ ਜੀ ਨੇ ਹਾਈ ਕੋਰਟ 'ਚ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਸੀ ਕਿ ਹਰਿਆਣੇ ਨੂੰ ਪਾਣੀ ਚਾਹੀਦਾ। ਉਹੀ ਹਰਿਆਣੇ 'ਚ ਰਾਜ ਸਭਾ ਮੈਂਬਰ ਬੈਠਾ ਬੀਜੇਪੀ ਦਾ, ਜਿਹੜਾ ਕਹਿੰਦਾ ਕਿ ਹਰਿਆਣੇ 'ਚ ਸਾਡੀ ਸਰਕਾਰ ਬਣਾਓ, ਅਸੀਂ SYL ਦਾ ਪਾਣੀ ਲੈ ਕੇ ਆਵਾਂਗੇ। ਫਿਰ ਘੱਟ ਕੌਣ ਨੇ? ਘੱਟ ਤਾਂ ਕੋਈ ਵੀ ਨਹੀਂ ਹੈ। ਗੱਲ ਇਹ ਸੀ ਕਿ ਵਿਧਾਨ ਸਭਾ ਜਿਹੜੀ ਸੀ ਉਹਨੂੰ ਘੱਟੋ ਘੱਟ ਕਹਿਣ ਨੂੰ ਪਵਿੱਤਰ ਸਦਨ ਕਹਿੰਦੇ ਨੇ, ਪਰ ਪਵਿੱਤਰ ਵਾਲਾ ਤਾਂ ਉੱਥੇ ਕੱਖਾ ਬਚਿਆ ਹੀ ਨਹੀਂ। ਹੁਣ ਚਾਹੀਦਾ ਇਹ ਸੀ ਕਿ ਤੁਸੀਂ ਨਵੀਂ ਪ੍ਰਥਾ ਪਾਉਂਦੇ ਕੇਵਲ ਤੇ ਕੇਵਲ ਬਜਟ ਦੇ ਉੱਪਰ, ਵੀ ਉਹ 'ਚ ਕਮੀਆਂ ਕਿਹੜੀਆਂ, ਬਜਾਏ ਇੱਕ ਦੂਜੇ ਨੂੰ ਸਿੱਠਣੀਆਂ ਦੇਣੀਆਂ, ਤੂੰ ਆਹ ਕਰ ਗਿਆ, ਉਹ ਕਰ ਗਿਆ, ਉਹਦੇ ਪੜਦੇ ਉਹਦੇ। ਹੁਣ 0 ਆਵਰ ਹੁੰਦਾ, 0 ਆਵਰ 'ਚ ਕੀ ਹੁੰਦਾ? ਇੱਕ ਤੁਹਾਡੀ ਲਿਮਟ ਹੁੰਦੀ ਹੈ ਕਿ ਤੁਸੀਂ ਆਹ ਮੁੱਦਾ ਉਠਾ ਸਕਦੇ ਹੋ। ਅੱਜ ਸੱਤਾਧਾਰੀ ਧਿਰ ਦਾ ਇੱਕ MLA ਸ਼ਤਰਾਣੇ ਨਾਲ ਸੰਬੰਧਿਤ ਆ, ਉਹਨੇ ਕੀ ਕੀਤਾ, ਉਹ ਵਿਰੋਧੀਆਂ ਨੂੰ ਤਾਨੇ ਦੇਣ ਲੱਗ ਗਿਆ 0 ਆਵਰ 'ਚ। ਸਪੀਕਰ ਨੇ ਰੋਕਿਆ, ਉਹ ਕਹਿੰਦਾ ਤੁਹਾਨੂੰ ਨਹੀਂ ਪਤਾ, ਬੈਠੋ ਬੈਠੋ ਬੈਠੋ, ਇਹ ਕੀ ਕਰਦੇ ਹੋ? ਕੋਈ ਜ਼ਰੂਰੀ ਮੁੱਦਾ ਤਾਂ ਉਠਾਓ, 0 ਆਵਰ ਆ। ਉਹ ਕਹਿੰਦੇ ਜਿਹੜੇ ਤਾਨੇ ਦੇਣ ਲੱਗ ਗਏ ਇਹਦੇ 'ਚ ਨਹੀਂ ਆਉਣੇ, ਇਹ 0 ਆਵਰ ਆ। ਜੇ ਤੁਹਾਡੇ ਹਲਕੇ ਨਾਲ ਸੰਬੰਧਿਤ ਆ, ਤੁਹਾਡੇ ਨਾਲ ਸੰਬੰਧਿਤ ਕੋਈ
ਜ਼ਰੂਰੀ ਮਸਲਾ ਤੇ ਉਠਾਓ, ਜਿਹੜਾ ਤੁਸੀਂ ਉਠਾ ਰਹੇ ਹੋ ਇਹ ਤਾਂ ਵਿਧਾਨ ਸਭਾ 'ਚ ਰੋਜ਼ ਹੀ ਚੱਲਦਾ। ਮਤਲਬ ਉਹਨੂੰ ਇਹ ਵੀ ਨਹੀਂ ਪਤਾ ਸੀ ਵੀ ਮੈਂ ਕਿਸੇ ਨੂੰ ਤਾਨੇ ਮਿਹਣੇ ਦੇਣੇ ਆ ਤੇ ਉਹ ਕਿੱਦਾਂ ਦੇਣੇ ਆ, ਉਹ 0 ਆਵਰ 'ਚ ਨਹੀਂ ਉੱਠ ਸਕਦੇ। ਇਸ ਕਰਕੇ ਇਹ ਆ ਕਿ ਜੋ ਕੁਛ ਉੱਥੇ ਹੋ ਰਿਹਾ ਜਾਂ ਹੋਇਆ ਉਹ ਗਲਤ ਹੋ ਰਿਹਾ। ਵੱਡੀ ਗੱਲ ਅੱਗੇ ਤੋਂ ਇੱਕ ਪ੍ਰਥਾ ਨਵੀਂ ਚੱਲ ਪਈ, 5 ਸਾਲ ਬਾਅਦ ਤਬਦੀਲੀ ਆਉਂਦੀ ਸੀ, 10 ਸਾਲ ਵੀ ਬਾਹਰ ਵੀ ਆਈ। ਉਹਦੇ 'ਚ ਕੀ ਨਵੀਂ ਸਰਕਾਰ ਆਈ, ਨਵਾਂ ਬਜਟ ਲੈ ਆਉਂਦੀ ਸੀ। ਬਜਟ ਤਾਂ ਪਹਿਲਾਂ ਹੀ ਹੁੰਦਾ ਸੀ, ਕਹਿ ਦਿੰਦੇ ਅਸੀਂ ਆਹ ਬਣਾਵਾਂਗੇ ਉਹ ਬਣਾਵਾਂਗੇ, ਪਰ ਬਣਾਉਂਦਾ ਕੋਈ ਵੀ ਕੱਖ ਨਹੀਂ ਸੀ ਹੁੰਦਾ। ਨਾ ਬਜਟ ਤੇ ਕੋਈ ਕਾਰਵਾਈ ਹੁੰਦੀ ਸੀ, ਜੋ ਕਹਿਤਾ ਜਿਹੜਾ ਉਹ ਕੁਝ ਹੋ ਗਿਆ ਅਗਲੀ ਵਾਰ ਫੇਰ ਨਵਾਂ ਆ ਜਾਣਾ। ਹੁਣ ਅੱਗੇ ਤੋਂ ਇੱਕ ਚੱਲ ਪਿਆ ਕਿ ਜਦੋਂ ਵੀ ਤੁਸੀਂ ਬਜਟ ਲੈ ਕੇ ਆਉਣਾ, ਪਹਿਲਾਂ ਕਿਸੇ ਵੀ ਸਰਕਾਰ ਬਣੀ ਆ ਤੇ ਉਹਨੇ ਪਿਛਲੀ ਸਰਕਾਰ ਦੇ ਲਈ ਇੱਕ ਵਾਈਟ ਪੇਪਰ ਲੈ ਕੇ ਆਉਣਾ। ਜਿੱਦਾਂ ਹੁਣ ਇਹਨਾਂ ਲਿਆਂਦਾ, ਹੁਣ ਕੱਲ ਨੂੰ ਜਦੋਂ ਵੀ ਸਪੋਜ਼ ਕਰੋ 27 'ਚ ਸੱਤਾ ਬਦਲਦੀ ਆ ਤੇ ਜਿਹੜੀ ਨਵੀਂ ਸਰਕਾਰ ਆਊਗੀ ਉਹ ਵੀ ਇਹਨਾਂ ਦਾ ਵਾਈਟ ਪੇਪਰ ਲੈ ਕੇ ਆਊ। ਪਹਿਲਾਂ ਵਾਈਟ ਪੇਪਰ ਆਊਗਾ ਫਿਰ ਬਜਟ ਪੇਸ਼ ਕਰਨਗੇ। ਯਾਨੀ ਕਿ ਤੁਸੀਂ ਚੱਲੇ ਕਿੱਧਰ ਨੂੰ? ਕਹਿੰਦੇ ਜੀ ਇਹਨਾਂ ਨੇ ਕਰਜ਼ਾ ਚੜਾਇਆ, ਉਹ ਵੀ ਕਰਜ਼ਾ ਲਿਆ ਗਿਆ ਸਟੇਟ ਦੇ ਲਈ। ਇਹ ਗੱਲ ਸਪਸ਼ਟ ਆ, ਤੁਸੀਂ ਕਰਜ਼ੇ ਦੇ ਉੱਤੇ ਕਿਸੇ ਤੇ FIR ਦਰਜ ਨਹੀਂ ਕਰਵਾ ਸਕਦੇ। ਹਾਂ ਤੁਸੀਂ ਕਰਵਾ ਸਕਦੇ ਆ ਕਿ ਜਿਹੜੀ ਉਹਨਾਂ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਪੈਸਾ ਖਰਚਿਆ ਉਹਦੇ 'ਚ ਘਪਲਾ ਕਿਹਨੇ ਕੀਤਾ ਉਹਦੇ ਤੇ ਕਰਾ ਸਕਦੇ, ਉਹਦੀ ਇਨਕੁਆਇਰੀ ਕਰੋ, ਉਹਦੇ 'ਚ ਜਿਹੜਾ ਵੀ ਬੰਦਾ ਉਹਨੂੰ ਅੰਦਰ ਭੇਜੋ, ਗੱਲ ਖਤਮ। ਮਤਲਬ ਬਗੈਰ ਗੱਲ ਤੋਂ ਜਿਹੜੀਆਂ ਬੇਫਜ਼ੂਲ ਗੱਲਾਂ ਉਹਦੇ ਤੇ ਟਾਈਮ ਵੇਸਟ ਕੀਤਾ ਜਾ ਰਿਹਾ। ਹੁਣ ਅੱਜ ਵੀ ਭਗਵੰਤ ਮਾਨ ਆਫਟਰ ਆਲ ਹਾਊਸ ਦਾ ਲੀਡਰ ਹੈ, ਮੁੱਖ ਮੰਤਰੀ ਨੇ ਸਭ ਤੋਂ ਬਾਅਦ ਉਹਦੇ ਤੇ ਬੋਲਣਾ ਹੁੰਦਾ ਆਪਣੇ ਦੇ ਉੱਤੇ ਜਿਹੜਾ ਬਜਟ ਆ। ਹੁਣ ਗੱਲ ਤਾਂ ਇਹ ਸੀਗਾ, ਉਹਦਾ ਫਰਜ਼ ਬਣਦਾ ਸੀ, ਉਹ ਕਹਿੰਦਾ ਦੇਖੋ ਪਿਛਲੀਆਂ ਗੱਲਾਂ ਛੱਡੋ, ਅਸੀਂ ਆਹ ਕੁਛ ਕੀਤਾ, ਆਹ ਚੰਗੀਆਂ ਗੱਲਾਂ ਲੈ ਕੇ ਆਏ ਆ, ਜੇ ਅਸੀਂ ਇਹ ਨਾ ਕਰ ਸਕੇ ਤਾਂ ਤੁਸੀਂ ਅਗਲੀ ਵਾਰ ਜੋ ਸੁਝਾਅ ਦਿਓਗੇ ਅਸੀਂ ਉਹ ਵੀ ਐਡ ਕਰ ਲਵਾਂਗੇ। ਗੱਲ ਤਾਂ ਇੰਨੀ ਨਹੀਂ ਪੜਦੀ ਸੀ, ਉਹ ਦੇ ਤੇਰੇ ਦੀ, ਉਹ ਉਹਦੇ ਪੜਦੇ, ਉਹ ਉਹਦੇ ਦੇ ਤੇਰੇ ਦੀ, ਇੱਕ ਦੂਜੇ ਨੂੰ ਨੰਗਾ ਕਰਨ ਤੋਂ ਇਲਾਵਾ ਕੱਖ ਵੀ ਜਿਹੜਾ ਉਹ ਪੂਰੇ ਵਿਧਾਨ ਸਭਾ ਚੋਂ ਨਿਕਲਿਆ ਹੀ ਨਹੀਂ। ਉਹ ਸੁਖਪਾਲ ਖਹਿਰੇ ਨਾਲ ਟਾਈ ਪੈ ਗਈ, ਪ੍ਰਤਾਪ ਬਾਜਵੇ ਨਾਲ ਪੈ ਗਈ। ਉਧਰੋਂ ਸਪੀਕਰ ਨੂੰ ਇਹ ਨਹੀਂ ਪਤਾ ਕਿ ਜੇ ਜਿਹੜਾ ਹਾਊਸ ਦਾ ਲੀਡਰ ਹੈ ਉਹ ਜੇ ਵਿਰੋਧੀਆਂ ਦੇ ਕੱਪੜੇ ਲਾਏਗਾ ਤੇ ਅਗਲੇ ਉੱਠ ਕੇ ਸਵਾਲ ਖੜਾ ਕਰਨਗੇ। ਸਪੀਕਰ ਕਹਿੰਦਾ ਜਦੋਂ ਹਾਊਸ ਦਾ ਲੀਡਰ ਬੋਲ ਰਿਹਾ ਹੋਵੇ ਕੋਈ ਵੀ ਉਹਨੂੰ ਟੋਕ ਨਹੀਂ ਸਕਦਾ, ਉਹਨੂੰ ਪਤਾ ਹੀ ਨਹੀਂ ਤੂੰ ਵਿਧਾਨ ਸਭਾ ਦਾ ਸਪੀਕਰ ਹੈ, ਕਦੇ ਵਿਧਾਨ ਸਭਾ ਦੇ ਰੂਲ ਪੜ੍ਹ ਲਾ, ਚੱਕ ਲਾ ਬੁੱਕ, ਤੈਨੂੰ ਪਤਾ ਲੱਗ ਜਾਵੇ। ਬਹੁਤ ਕੰਫਰਟੇਬਲ ਜ਼ੋਨ ਭਾਲਦੇ ਨੇ। ਮਤਲਬ ਇਹਨਾਂ ਨੂੰ ਐਂ ਲੱਗਦਾ ਕਿ ਯਾਰ ਹੁਣ ਤੱਕ ਤਾਂ ਨਾ ਸਾਰੇ, ਜਿਵੇਂ ਮੋਦੀ ਦਾ ਲਾਣਾ, ਉਹ ਕਹਿੰਦਾ ਅਸੀਂ ਉਹ ਦੇਸ਼ ਭਗਤ ਹੈ, ਅਸੀਂ ਉਹ ਰਾਮਜ਼ਾਦੇ ਆ, ਦੂਜੇ ਹਰਾਮਜ਼ਾਦੇ ਨੇ। ਇਹ BJP ਕਹਿੰਦੀ ਸੀ, ਇਹਨਾਂ ਦਾ ਠਾਕੁਰ ਕਹਿੰਦਾ ਸੀ, ਅਨੁਰਾਗ ਜਾਂ ਹੋਰ ਕਹਿੰਦਾ ਸੀ ਕਿ ਅਸੀਂ ਉਹ ਰਾਮਜ਼ਾਦੇ ਆ, ਬਾਕੀ ਤਾਂ ਹਰਾਮਜ਼ਾਦੇ ਨੇ। ਇਹਨਾਂ ਆਮ ਆਦਮੀ ਪਾਰਟੀ ਨੂੰ ਤੇ ਇਹਨਾਂ ਦੀ ਜਿਹੜੀ ਫੌਜ ਹੈ, ਜਿਹੜੇ ਇਹਨਾਂ ਦੇ ਸ਼ਰਧਾਲੂ ਜੀ ਨੇ ਜਾਂ ਭਗਤ ਜੀ ਨੇ, ਉਹਨਾਂ ਨੇ ਇਹ ਵਹਿਮ ਪਾਲ ਲਿਆ ਕਿ ਯਾਰ ਹੁਣ ਤੱਕ ਜੇ ਭਗਤ ਸਿੰਘ ਦੀ ਸੋਚ ਆ ਨਾ ਤਾਂ ਅਸੀਂ ਉਹ ਚੱਕੀ ਹੈ, ਬਾਕੀ ਤਾਂ ਐਵੇਂ ਹੀ ਯਵਕਦੇ ਫਿਰਦੇ ਆ। ਇਹ ਜਿਹੜਾ ਤੁਸੀਂ ਵੇਖੋ, ਮੇਰੇ ਖਿਆਲ ਪਿਛਲੇ ਸੈਸ਼ਨ 'ਚ ਜਾਂ ਧਿਆਨ ਨਹੀਂ ਗਿਆ, ਇਹ ਜਿਹੜਾ ਹੁਣ ਫਲੋਰ ਕਦੇ ਦੇਖਿਆ, ਰਾਜ ਸਭਾ ਤੇ ਲੋਕ ਸਭਾ, ਜਿਹੜਾ ਉਹਨਾਂ ਦੇ ਕਾਰਪੈਟ ਇੱਕ ਦਾ ਰੈੱਡ ਹੈ ਤੇ ਇੱਕ ਦਾ ਗ੍ਰੀਨ ਹੈ, ਪਤਾ ਲੱਗ ਜਾਂਦਾ ਹੈ ਕਿ ਕਿਸ ਸੈਸ਼ਨ ਤੋਂ ਕਾਰਵਾਈ ਚੱਲ ਰਹੀ ਹੈ। ਲੋਕ ਸਭਾ ਰਾਜ ਸਭਾ ਚੈਨਲ ਉਹਨਾਂ ਨੇ ਵੀ ਇਕੱਠੇ ਕਰ ਦਿੱਤੇ, ਇੱਕ IAS ਅਧਿਕਾਰੀ ਨੂੰ ਚੀਫ ਬਣਾ ਦਿੱਤਾ, ਉੱਥੇ ਵੀ ਕੈਮਰਾ ਪਾਰਸ਼ੈਲਿਟੀ ਕਰਨ ਲੱਗ ਪਿਆ। ਜਿਵੇਂ ਸੁਖਪਾਲ ਖਹਿਰੇ ਨੇ ਤਾਂ ਕਰ ਹੀ ਦਿੱਤੀ ਟਵੀਟ, ਕਹਿੰਦੇ ਕਾਹਦਾ ਇਹ ਕਥਿਤ ਲਾਈਵ ਹੈ, ਸਾਰਾ ਦਿਨ ਕਹਿੰਦੇ ਸਪੀਕਰ ਤੇ ਲਾਈਵ ਹੈ, ਜਿਹੜਾ ਬੰਦਾ ਬੋਲ ਰਿਹਾ ਘੱਟੋ ਘੱਟ ਉਹਦੇ ਤੇ ਫੋਕਸ ਕਰੋ। ਜੇ ਉਹ ਜ਼ਿਆਦਾ ਸ਼ੋਰ ਸ਼ਰਾਬਾ ਕਰਦਾ ਹੈ, ਕੁਝ ਜਿਹੜਾ ਆਫ ਦੀ ਰਿਕਾਰਡ ਕਮੈਂਟ ਨੇ, ਤੁਸੀਂ ਉਹਦਾ ਮਿਊਟ ਕਰ ਦਿਓ, ਪਰ ਜੇ ਆਫ ਦੀ ਰਿਕਾਰਡ ਨੇ ਤਾਂ ਵੀ ਸੁਣਾਓ। ਜੇ ਹੁਣ ਮਜੀਠੇ ਨੇ ਗਾਲਾਂ ਕੱਢੀਆਂ ਸੀ ਬਾਈ ਜੀ ਰਾਣਾ ਗੁਰਜੀਤ ਨੂੰ ਕਿ ਤੇਰੀਆਂ ਮੁੱਛਾਂ ਪੱਟ ਦੂੰ ਰਾਣਿਆਂ, ਨਾਲੇ ਗਾਲ ਕੱਢੀ ਸੀ ਗੰਦੀ ਜੀ, ਤੇ ਬੀਬੀ ਮਹਿੰਦਰ ਕੌਰ ਜੋਸ਼ ਕੋਲ ਖੜੀ ਸੀ, ਤੇ ਇਹਦੇ 'ਚ ਘਟਾਓ ਕੀ ਦਿਆ? ਮਜੀਠੇ ਦਾ ਨਾ, ਕਿ ਮਜੀਠੇ ਨੇ ਐਡੀ ਗੰਦੀ ਭੈਣ ਦੀ ਗਾਲ ਕੱਢੀ ਉਹਨੂੰ, ਹਨਾ, ਤੇ ਇਹਦੇ 'ਚ ਘਟਾਓ ਮਜੀਠੇ ਦਾ ਹੋਇਆ ਤੇ ਜਾਂ ਹੋਇਆ ਡਿਪਟੀ ਸਪੀਕਰ ਸਾਹਿਬ ਦਾ, ਜਿਹੜੇ ਕਹਿੰਦੇ ਸੀ ਮੈਨੂੰ ਵੱਡੀ ਕਾਰ ਲੈ ਕੇ ਦਿਓ, ਛੋਟੀ ਕਾਰ 'ਚ ਮੇਰੀਆਂ ਲੱਤਾਂ ਨਹੀਂ ਸਿੱਧੀਆਂ ਹੁੰਦੀਆਂ, ਅਟਵਾਲ ਸਾਹਿਬ।
ਕਹਿੰਦਾ ਮੈਂ ਤਾਂ ਕੁਝ ਸੁਣਿਆ ਹੀ ਨਹੀਂ। ਪਰ YouTube ਤਾਂ ਰਹਿੰਦੀ ਦੁਨੀਆ ਤੱਕ ਸੁਣੇਗੀ, ਉਹ ਚੀਜ਼ਾਂ ਪਈਆਂ ਨੇ ਔਨ ਰਿਕਾਰਡ। ਜੇ ਕੋਈ ਵਾਹ ਹੱਥ ਬੋਲਦਾ ਵੀ ਆ, ਗਾਲੀ ਗਲੋਚ ਕਰਦਾ, ਸਗੋਂ ਉੱਚੀ ਆਵਾਜ਼ ਕਰਕੇ ਸੁਣਾਓ, ਉਹਦੀ ਔਕਾਤ ਦਿਖਾਓ ਕਿ ਆਹ ਕੁਛ ਕਰ ਰਿਹਾ। ਜੇ ਕੋਈ ਬੀਬੀ ਸੌਂਦੀ ਹੈ, ਸਗੋਂ ਜ਼ੂਮ ਕਰਕੇ ਦਿਖਾਓ, ਕੱਲ ਨੂੰ ਕੋਈ ਦੂਜਾ ਨਾ ਸੌਵੇ, ਸਦੀਕ ਜਿਹੜਾ ਸਲੀਪ ਨਾ ਹੋਵੇ ਪਾਰਲੀਮੈਂਟ 'ਚ। ਪਰ ਇਹ ਹੁਣ ਕਿ ਤੁਸੀਂ ਜਦੋਂ ਤਾਂ ਆਪਣਾ ਬੰਦਾ ਬੋਲਦਾ, ਭਗਵੰਤ ਸਿੰਘ ਮਾਨ ਬੋਲਦਾ, ਫਿਰ ਤਾਂ ਐਨ ਉਹਦੀ ਲੂੰ ਵੀ ਦਿਖਾਉਂਦੇ ਨੇ, ਖੜੀ ਹੈ ਕਿ ਢਿੱਲੀ ਹੈ। ਜੇ ਬੋਲਦਾ ਆਪੋਜੀਸ਼ਨ ਦਾ, ਤੁਸੀਂ ਉਹ ਧੁੰਦਲਾ ਜਿਹਾ ਕਰ ਦਿੰਦੇ ਹੋ, ਬਲਰ ਕਰ ਦਿੰਦੇ ਹੋ, ਜਾਂ ਦਿਖਾਉਂਦੇ ਹੀ ਨਹੀਂ। ਯਾਰ ਐਡੀ ਪਾਰਸ਼ੈਲਿਟੀ ਫਿਰ ਤੁਸੀਂ ਕਰੋ ਹੀ ਨਾ। ਦੂਸਰਾ, ਇਹ ਜਿਹੜਾ ਫਲੋਰ ਦਾ ਰੰਗ ਚੇਂਜ ਕੀਤਾ, ਜਦੋਂ ਬੀਜੇਪੀ ਨੇ ਯੂਪੀ ਦੇ ਥਾਣੇ ਭਗਵਾ ਰੰਗ ਕਰ ਦਿੱਤਾ, ਯੂਪੀ ਦੀਆਂ ਬੱਸਾਂ ਨੂੰ ਭਗਵਾ ਰੰਗ ਕਰ ਦਿੱਤਾ, ਤੇ ਇਹ ਜਿਹੜਾ ਭਗਵਾ ਕਲਚਰ ਉਹਨਾਂ ਨੇ ਕੀਤਾ, ਤੇ ਬੜੀ ਹੈ ਤੌਬਾ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤੀ। ਆ ਜਿਹੜੇ ਹੁਣ ਮੈਂ ਅੱਜ ਪੋਸਟ ਪਾਈ ਸੀ, ਕਈ ਲੋਕ ਉਜ਼ਰ ਵੀ ਕਰਦੇ ਨੇ ਕਿ ਯਾਰ ਇਹਦਾ ਮਤਲਬ ਪੰਜਾਬ ਦੀ ਤਰੱਕੀ ਨਾਲ ਕੀ ਤਾਲੁਕ ਹੈ। ਇਹਦਾ ਤਾਂ ਤੁਸੀਂ ਤਾਂ ਸਹੁੰ ਹੀ ਖਾ ਲਈ ਹੈ। ਇੱਕ ਵੀਰ ਸੱਦੀ ਸੁਭਾਸ਼ ਚੰਦਰ ਪੁਰਾਣੇ ਸਰੋਤੇ ਨੇ, ਕਹਿੰਦੇ ਤੁਸੀਂ ਤਾਂ ਹੱਥ ਧੋ ਕੇ ਆਮ ਆਦਮੀ ਪਾਰਟੀ ਦੇ ਮਗਰ ਪੈ ਗਏ। ਸੱਦੀ ਸਾਹਿਬ 2012-13 ਦੇ ਸੁਣਦੇ ਹੋਵੋਗੇ ਮੈਨੂੰ। ਕੀ ਮੈਂ ਅਕਾਲੀਆਂ ਦੇ ਮਗਰ ਇਦਾਂ ਹੀ ਹੱਥ ਧੋ ਕੇ ਨਹੀਂ ਪਿਆ? ਤੁਹਾਡੀ ਭਾਸ਼ਾ 'ਚ ਇਹ ਪੱਤਰਕਾਰੀ ਹੈ, ਵੈਸੇ ਹੱਥ ਧੋ ਕੇ ਮਗਰ ਨਹੀਂ ਪੈਂਦੇ। ਕੀ ਮੈਂ ਕਾਂਗਰਸ ਦੇ ਮਗਰ ਹੱਥ ਧੋ ਕੇ ਨਹੀਂ ਪਿਆ? ਕੀ ਮੈਂ ਖਾਲਿਸਤਾਨੀਆਂ ਦੇ ਮਗਰ ਹੱਥ ਧੋ ਕੇ ਨਹੀਂ ਪਿਆ? ਦੀਪ ਸਿੱਧੂ ਜਿਹੜਾ ਲੋਕਾਂ ਦਾ ਲੋਕ ਨਾਇਕ ਹੈ, ਕੀ ਮੈਂ ਉਹਦੀ ਆਲੋਚਨਾ ਨਹੀਂ ਕੀਤੀ? ਤੁਸੀਂ ਉਹ ਛੱਡੋ, ਮੂਸੇਵਾਲਾ ਤੇ ਕਾਂਗਰਸ ਦਾ ਬੰਦਾ, ਮੂਸੇਵਾਲੇ ਦੇ ਗੀਤ 'ਚ ਜੇ ਗਲਤ ਲਫ਼ਜ਼ ਨੇ, ਕੀ ਮੈਂ ਉਹਦੀ ਆਲੋਚਨਾ ਨਹੀਂ ਕੀਤੀ? ਇਦਾਂ ਜਿਹੜੀ ਪਾਰਟੀ ਜਾਂ ਬੰਦਾ ਤੁਹਾਨੂੰ ਪਸੰਦ ਆਉਂਦਾ ਹੈ, ਜਦੋਂ ਉਹਦੀ ਆਲੋਚਨਾ ਹੁੰਦੀ ਹੈ। ਇੱਕ ਬਹਾਦਰ ਸਿੰਘ ਦਿਓਲ ਨੇ, ਆਮ ਆਦਮੀ ਪਾਰਟੀ ਦੇ ਪੱਕੇ ਭਗਤ ਨੇ, ਇਹ ਪਿਛਲੇ ਦਿਨੀ ਇਹਨਾਂ ਦੇ ਮੈਂ ਕਮੈਂਟ ਵੀ ਡਿਲੀਟ ਕੀਤੇ ਸੀ। ਇਹ ਕਹਿੰਦੇ ਮੈਂ ਵੀ ਕਿਹਾ ਸੀ ਕਿ ਆਪ ਵਿਰੁੱਧ ਨੈਗੇਟਿਵ ਪ੍ਰਚਾਰ ਕਰ ਦਿਓ। ਅਸੀਂ ਬਾਈ ਜੀ ਠੇਕਾ ਨਹੀਂ ਲਿਆ ਨੈਗੇਟਿਵ ਜਾਂ ਪੋਜ਼ਿਟਿਵ ਪ੍ਰਚਾਰ ਕਰਨ ਦਾ। ਅਸੀਂ ਕਰਦੇ ਹਾਂ ਆਲੋਚਨਾ, ਜੋ ਸਾਡੀ ਜੌਬ ਹੈ। ਇਸ ਜੌਬ ਦੇ ਸਿਰ ਤੇ ਅਸੀਂ ਘਾਟੇ ਵੀ ਝੱਲੇ ਆ, ਕੋਈ ਆਸਾਨ ਨਹੀਂ ਕੀਤਾ। ਜੌਬ ਨਿਭਾ ਰਹੇ ਹਾਂ, ਫਰਜ਼ ਬਣਦਾ ਹੈ। ਤੁਸੀਂ ਵੇਖੋ ਕਿ ਕੈਪਟਨ ਦੇ ਖਿਲਾਫ ਕਿੱਥੇ ਤੱਕ ਨਹੀਂ ਅਸੀਂ ਗਏ। ਭਗਵੰਤ ਮਾਨ ਦਾ ਜਾਂ ਇਹਨਾਂ ਦਾ ਤਾਂ ਛੇੜੇ ਹੀ ਅਸੀਂ ਕੁਛ ਨਹੀਂ ਅਜੇ ਪਰਸਨਲ ਕਿਸੇ ਦਾ। ਬਾਦਲਾਂ ਦੇ ਖਿਲਾਫ ਅਸੀਂ ਕਿੱਥੇ ਤੱਕ ਨਹੀਂ ਗਏ। ਰਾਣੇ ਦੇ ਖਿਲਾਫ ਕਿੱਥੇ ਤੱਕ ਨਹੀਂ ਅਸੀਂ ਬੋਲੇ, ਪਰਚੇ ਵੀ ਚੱਲੇ ਨੇ। ਉਦੋਂ ਤੁਹਾਨੂੰ ਬਹੁਤ ਚੰਗੇ ਲੱਗਦੇ ਸੀ, ਟਵਾਣਾ ਬਹੁਤ ਵਧੀਆ ਬੋਲਦਾ ਹੈ। ਅੱਜ ਜਦੋਂ ਤੁਹਾਡੇ ਪਸੰਦੀਦਾ ਬੰਦੇ ਦੇ ਖਿਲਾਫ, ਮੈਨੂੰ ਦੱਸ ਦਿਓ ਸਦੀ ਸਾਹਿਬ, ਤੁਸੀਂ ਪੱਤਰਕਾਰ ਵੀ ਹੋ, ਸੁਭਾਸ਼ ਚੰਦਰ ਜੀ, ਪੂਰੀ ਦੁਨੀਆ 'ਚ ਜਿਹੜੇ ਵਿਧਾਨ ਸਭਾਵਾਂ ਜਾਂ ਪਾਰਲੀਮੈਂਟ ਨੇ, ਪਾਰਟੀ ਬਦਲਣ ਨਾਲ ਕਦੇ ਉਹਨਾਂ ਦੇ ਫਲੋਰ ਦੇ ਰੰਗ ਬਦਲੇ ਨੇ? ਗਵਰਨਮੈਂਟ ਦੀਆਂ ਬਿਲਡਿੰਗਾਂ ਦਾ ਰੰਗ ਜਿਹੜਾ ਲਾਲ ਰੰਗ ਦਾ ਹੁੰਦਾ, ਪਤਾ ਲੱਗ ਜਾਂਦਾ। ਰੋਡਵੇਜ਼ ਦੀਆਂ ਬੱਸਾਂ ਦੀ ਇੱਕ ਖਾਸ ਕਲਰ ਦੀ ਪਹਿਚਾਣ ਹੁੰਦੀ ਹੈ। ਪੁਲਿਸ ਫੋਰਸਸ ਜਾਂ ਉਹਨਾਂ ਦਾ ਇੱਕ ਖਾਸ ਕਲਰ ਦਾ ਰੰਗ ਹੁੰਦਾ। ਏਦਾਂ ਤਾਂ ਮਤਲਬ ਇਹਨੂੰ ਨਾ ਮੈਂ ਨਾਂ ਨਾ ਲਵਾਂ, ਪੀਲੇ ਰੰਗ ਨੂੰ ਆਮ ਲੋਕੀ ਕਹਿੰਦੇ ਨੇ ਨਾ ਕਿਹਦੇ ਵਰਗਾ ਰੰਗ ਹੈ। ਸੋ ਇਹ ਜਿਹੜਾ ਨਾ ਕਦੇ ਪੀਲੀਏ ਵਰਗਾ ਰੰਗ ਕਹਿੰਦੇ ਇਹਨੂੰ, ਕਦੇ ਕਾਹਦੇ ਵਰਗਾ ਰੰਗ ਕਹਿੰਦੇ ਆ। ਮੈਨੂੰ ਸੁਭਾਸ਼ ਚੰਦਰ ਜੀ ਦੱਸ ਦਿਓ, ਤੁਹਾਡੇ, ਮੈਂ ਦੂਰ ਨਹੀਂ ਜਾਂਦਾ, ਕਿ ਤੁਹਾਡੀਆਂ 20-50 ਰਿਸ਼ਤੇਦਾਰੀਆਂ ਹੋਣਗੀਆਂ ਪੰਜਾਬ 'ਚ। ਈਵਨ ਤੁਹਾਡੇ ਕੈਨੇਡਾ ਜਾਂ ਅਮਰੀਕਾ ਵਾਲੇ ਘਰ ਦਾ ਫਲੋਰ ਵੀ ਪੀਲਾ ਨਹੀਂ ਹੋਏਗਾ। ਕਦੇ ਯਾਰ ਫਲੋਰ ਪੀਲੇ ਦੇਖੇ? ਵੱਧ ਤੋਂ ਵੱਧ ਚਲੋ ਠੀਕ ਹੈ, ਅਗਲਾ ਦੀਵਾਰ ਤੇ ਜਿਹੜਾ ਸਨਲਾਈਟ ਕਲਰ ਕਰ ਦਿੰਦਾ ਜਾਂ ਥੋੜਾ ਜਿਹਾ ਯੈਲੋ ਸ਼ੇਡ ਕਰ ਦਿੰਦਾ, ਉਹ ਵੀ ਉਹਨਾਂ ਮੁਲਕਾਂ 'ਚ ਜਿੱਥੇ ਠੰਡ ਜ਼ਿਆਦਾ ਆ। ਕੀ ਇਸ ਤਰ੍ਹਾਂ ਦੇ ਮਤਲਬ ਕਲਰ ਤੁਹਾਡੀਆਂ 20-50 ਰਿਸ਼ਤੇਦਾਰੀਆਂ 'ਚੋਂ ਸੱਦੀ ਵੀਰੇ ਕਿਸੇ ਦੇ ਘਰ ਦਾ ਰੰਗ ਪੀਲਾ ਹੈਗਾ ਫਲੋਰ ਦਾ? 1% ਵੀ ਨਹੀਂ ਹੋਣਾ, 1%। ਮੈਂ ਜਾਂ ਮੈਨੂੰ ਸਰੋਤੇ ਦੱਸ ਜਾਣ, ਜਾਂ ਸੁਰਿੰਦਰ ਵੀਰ ਤੁਸੀਂ ਦੱਸ ਦਿਓ, ਤੁਹਾਨੂੰ ਤਾਂ ਕਹਿਣਗੇ ਟਵਾਣੇ ਦਾ ਬੰਦਾ ਜਾਂ ਟਵਾਣਾ ਇਹਦਾ ਬੰਦਾ। ਮੈਨੂੰ ਦੱਸ ਦਿਓ ਕਿ ਪੰਜਾਬ 'ਚ ਕਿਸੇ ਬੰਦੇ ਨੇ ਫਲੋਰ ਦਾ ਰੰਗ ਪੀਲਾ ਕਰਾਇਆ ਹੋਵੇ, ਹੈ ਨਾ? ਸੋ ਇਸ ਦੌਰਾਨ ਜਦੋਂ ਤੁਹਾਡੇ ਆਪਣਿਆਂ ਦੀ ਆਲੋਚਨਾ ਹੁੰਦੀ ਹੈ, ਔਰ ਇਹ ਵੀ ਪਤਾ ਕਿ ਤੁਹਾਨੂੰ ਇਹਦੇ ਨਾਲ ਕੋਈ ਫਾਇਦਾ ਨਹੀਂ, ਤੁਸੀਂ ਪੰਜਾਬ ਸਰਕਾਰ ਤੋਂ ਕੋਈ ਕੰਮ ਨਹੀਂ ਕਰਾਉਣਾ, ਤੁਸੀਂ NRI ਹੋ ਦੋਨੋਂ ਹੀ। ਬਹਾਦਰ ਦਿਓਲ ਵੀ ਮੈਂ ਲੰਮੇ ਸਮੇਂ ਤੋਂ ਜੁੜੇ ਨੇ ਮੇਰੇ ਨਾਲ, ਮਿਡਲ ਈਸਟ ਜੌਬ ਕਰਦੇ ਨੇ, ਹੁਣ ਤਾਂ ਪਤਾ ਨਹੀਂ ਇੰਡੀਆ ਆ ਗਏ। NRI ਦੇ ਲਈ ਕੀ ਕੀਤਾ ਤੁਹਾਡੀ ਸਰਕਾਰ ਨੇ? NRI ਨੇ ਆਪਣੀਆਂ ਦਿਹਾੜੀਆਂ ਲਾ ਲਾ ਕੇ ਪੈਸਾ ਇਹਨਾਂ ਨੂੰ ਦਿੱਤਾ, ਇੱਕ ਵਾਰ ਵੀ ਧੰਨਵਾਦ ਕੀਤਾ? ਉੱਥੇ ਮੈਨੂੰ ਨਾਂ ਨਹੀਂ ਯਾਦ, ਉਹ ਯੋਧਵੀਰ ਸੀ, ਕਿਹੜਾ ਸੀ ਉਹ, ਬੜਾ ਉਹ ਵੀ ਪਹਿਲਾਂ ਫੈਨ ਬਣਿਆ ਸੀ। 50-50 ਰੁਪਏ ਦੇ ਪੈਕ ਨਾਲ ਕਿ ਅਸੀਂ ਲੜਾਂਗੇ 2017 'ਚ। ਅੱਜ ਉਹ ਕਿੱਥੇ ਨੇ?
ਕੇਜਰੀਵਾਲ ਨੇ ਇੱਕ ਚਾਹ ਦਾ ਕੱਪ ਨਹੀਂ ਪੁੱਛਿਆ। ਦਿੱਲੀ 'ਚ ਜੋ ਤੁਹਾਨੂੰ ਸਮੱਸਿਆ ਆਉਂਦੀਆਂ ਨੇ, ਕੋਈ ਕਨੋਪੀ ਲੱਗੀ ਹੈ? ਦਿੱਲੀ ਤੋਂ ਤੁਸੀਂ ਪੰਜਾਬ ਆਉਂਦੇ ਹੋ ਰੋਡਵੇਜ਼ ਦੀਆਂ ਬੱਸਾਂ 'ਚ ਟੈਚੀ ਲੈ ਕੇ, ਕੀ ਇਹਨਾਂ ਨੇ ਕੁਝ ਕੀਤਾ? ਆ ਜਿਹੜੀਆਂ ਹੁਣ ਚਲਾਈਆਂ ਨੇ ਉਹ ਵੀ ਅਧਵਾਟੇ ਜੇ ਜਬਕਦੀਆਂ ਫਿਰਦੀਆਂ ਨੇ ਰੌਲੇ ਤੋਂ ਬਾਅਦ। ਕੀ NRI ਲਈ ਤੁਹਾਡੇ ਲਈ ਕੋਈ ਸਪੈਸ਼ਲ ਅਦਾਲਤਾਂ ਚੱਲ ਪਈਆਂ ਨੇ? ਕਦੇ ਤੁਹਾਡੇ ਤੋਂ ਲਏ ਪੈਸੇ ਦਾ ਕੋਈ ਧੰਨਵਾਦ ਕੀਤਾ? ਫੈਨ ਨਾ ਬਣੋ ਜਿਵੇਂ ਲੋਕੀ ਬਾਦਲ ਦੇ ਫੈਨ, ਕੈਪਟਨ ਦੇ ਫੈਨ, ਮੋਦੀ ਦੇ ਫੈਨ, ਚੰਨੀ ਦੇ ਫੈਨ, ਇੱਦਾਂ ਫੈਨ ਬਣਦੇ ਨੇ। ਇੱਦਾਂ ਤੁਸੀਂ ਵੀਰ ਫੈਨ ਨਾ ਬਣੋ। ਜਾਂ ਤਾਂ ਮੈਨੂੰ ਫੋਟੋ ਭੇਜ ਦਿਓ ਬਹਾਦਰ ਸਿੰਘ ਦਿਓਲ ਤੇ ਸੁਭਾਸ਼ ਚੰਦਰ ਜੀ ਕਿ ਤੁਹਾਡੇ 150 ਰਿਸ਼ਤੇਦਾਰੀਆਂ ਚੋਂ ਕਿੰਨਿਆਂ ਦੇ ਘਰਾਂ ਦੇ ਫਲੋਰ ਪੀਲੇ ਨੇ। ਗਵਰਨਮੈਂਟ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਸੁਰਿੰਦਰ ਬਾਈ ਜੀ, ਇਹ ਬਦਲਣਾ ਕੀ ਇਹ ਜਾਇਜ਼ ਹੈ? ਫਿਰ ਮੋਦੀ ਦਾ ਥਾਣਿਆਂ ਨੂੰ ਭਗਵਾਂ ਰੰਗ ਕਰਨਾ ਵੀ ਜਾਇਜ਼ ਕਰ ਲਓ ਤੁਸੀਂ। ਕੱਲ੍ਹ ਨੂੰ ਅਕਾਲੀ ਆਉਣਗੇ, ਉਹ ਸਾਰੇ ਨੂੰ ਨੀਲਾ ਕਰ ਦੇਣਗੇ। ਮੈਨੂੰ ਯਾਦ ਹੈ ਪੰਜਾਬੀ ਯੂਨੀਵਰਸਿਟੀ 'ਚ ਪੀਲੇ ਕਾਰਡ ਉਦੋਂ ਬਣਦੇ ਸੀ, ਮੇਰਾ ਵੀ ਬਣਿਆ ਸੀ। ਇਹਨਾਂ ਨੇ ਨਾ ਜਿਹੜੇ ਪ੍ਰੈਸ ਦੇ ਕਾਰਡ ਆ ਉਹ 3 ਕਲਰ ਦੇ ਨੇ, ਇੱਕ ਯੈਲੋ ਹੈ, ਜਿਹੜੇ ਥੋੜੇ ਜਿਹੇ ਅਪਰ ਕਲਾਸ ਨੇ ਉਹਨਾਂ ਦਾ ਪਿੰਕ ਹੈ, ਇੱਦਾਂ 2-3 ਨੇ। ਤੇ ਜਿਹੜਾ ਹਰਚਰਨ ਬੈਂਸ ਕਿਉਂਕਿ ਖੁਦ ਪੱਤਰਕਾਰ ਹੈ, OSD ਰਿਹਾ ਬਾਦਲ ਸਾਹਿਬ ਦਾ, ਮੈਂ ਉਹਨੂੰ ਸਪੈਸ਼ਲੀ ਕਿਹਾ, ਮੈਂ ਯੂਨੀਵਰਸਿਟੀ ਕਿਹਾ ਤਾਂ ਕੀ ਮਤਲਬ ਟੀਚਰ ਕੀਤੀ, ਮਸ਼ਕਰੀ ਕੀਤੀ। ਮੈਂ ਜੀ ਪ੍ਰੈਸ ਆਲਰੇਡੀ ਬਥੇਰੀ ਯੈਲੋ ਜਰਨਲਿਜ਼ਮ ਹੋ ਗਈ ਹੈ, ਘੱਟੋ ਘੱਟ ਪੀਲੇ ਕਾਰਡ ਬਦਲ ਦਿਓ ਸਾਨੂੰ। ਬੜਾ ਅਜੀਬ ਲੱਗਦਾ ਜਦੋਂ ਅਗਲਾ ਕਹਿੰਦਾ ਪੀਲਾ ਕਾਰਡ ਦਿਖਾਓ ਜੀ, ਹੈ ਨਾ। ਤੇ ਇਸ ਕਰਕੇ ਪੱਤਰਕਾਰੀ ਤਾਂ ਪਹਿਲਾਂ ਹੀ ਪੀਲੀ ਹੈ। ਸੋ ਇਸ ਕਰਕੇ ਜਾਇਜ਼ ਗੱਲ ਦੀ ਵੀਰੇ ਆਲੋਚਨਾ ਕਰ ਲੈਣ ਦਿਆ ਕਰੋ। ਅਸੀਂ ਸਿਆਸਤਦਾਨਾਂ ਨੂੰ ਚੜਾ ਲਿਆ ਸਿਰ ਤੇ, ਇਹ ਸਾਡੀ ਫਿਤਰਤ ਹੈ। ਇਦਾਂ ਹੀ ਬਾਦਲ, ਕੈਪਟਨ, ਚੰਨੀ, ਮੋਦੀ, ਮਨਮੋਹਨ, ਇਹਨਾਂ ਦੇ ਫੈਨ ਇਦਾਂ ਹੀ ਕਰਦੇ ਨੇ। ਤੁਸੀਂ ਬਾਹਰ ਬੈਠੇ ਪਤਾ ਨਹੀਂ ਕਾਹਦੀ ਫੈਨਗਰੀ ਕਰੀ ਜਾਂਦੇ ਹੋ। ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ, ਅੱਜ ਤਾਂ ਮਹੀਨੇ 3 ਹੋਏ ਨੇ। ਇਹ ਜਿਹੜਾ ਆਪ ਦਾ ਬੁਖਾਰ ਆ ਨਾ, ਇਹ ਲੈ ਜਾਣਾ। ਅਸੀਂ ਉਹਨਾਂ ਨੂੰ ਬਹੁਤ ਨੇੜਿਓਂ ਜਾਣਦੇ ਹਾਂ ਕਿਉਂਕਿ ਇੱਥੇ ਲੁਟੇਰੇ ਹੀ ਆਉਂਦਾ ਜਿਹੜਾ ਆਉਂਦਾ ਭੇਸ ਬਦਲ ਕੇ। ਦੂਸਰਾ ਇਹ ਦੱਸੋ ਕਿ ਫਲੋਰ ਦਾ ਰੰਗ ਬਦਲਣ ਨਾਲ ਕੀ ਹੋ ਜਾਊਗਾ? ਉਹਦੇ ਨਾਲ ਪੰਜਾਬ ਨੂੰ ਤਰੱਕੀ ਹੋ ਜੂ। ਗੱਲ ਕੀ ਹੈ ਕਿ ਡਰਾਮੇਬਾਜ਼ੀ ਹੈ। ਮੋਦੀ ਸਾਹਿਬ ਨੇ ਪਾਰਲੀਮੈਂਟ ਤੇ ਕਰੋੜਾਂ ਰੁਪਏ ਸਵਾਹ ਕਰ ਦਿੱਤਾ। ਉਹ ਉੱਥੇ ਸਿਰਫ ਹਿੰਦੂ ਧਰਮ ਦੇ ਹਵਨ ਹੁੰਦੇ ਨੇ ਕਿ ਬਾਕੀ 25 ਕਰੋੜ ਮੁਸਲਮਾਨਾਂ ਦਾ ਧਰਮ ਨਹੀਂ, 2-2.5 ਕਰੋੜ ਸਿੱਖਾਂ ਦਾ ਧਰਮ ਨਹੀਂ, ਬੋਧੀਆਂ, ਪਾਰਸੀਆਂ, ਜੈਨੀਆਂ ਦਾ ਧਰਮ ਨਹੀਂ। ਤੇ ਉੱਥੇ ਤੁਸੀਂ ਪਾਰਲੀਮੈਂਟ ਦਾ ਹਿੰਦੂਕਰਨ ਕਿਉਂ ਕਰ ਰਹੇ ਹੋ? ਸਾਰੇ ਧਰਮਾਂ ਦੇ ਸਮਾਗਮ ਕਰਾਓ। ਪਹਿਲੀ ਗੱਲ ਤਾਂ ਲੋੜ ਹੀ ਕਿਹੜੀ ਹੈ? ਐਡੀ ਸੋਹਣੀ ਪਾਰਲੀਮੈਂਟ ਬਣੀ ਹੈ ਤੇ ਉਹ ਢਾਹ ਕੇ ਤੁਸੀਂ ਨਵੀਂ ਪਾਰਲੀਮੈਂਟ, ਵਿਸਟਾ ਪ੍ਰੋਜੈਕਟ, ਬਿੱਠਾਂ ਵਾਲਾ ਪ੍ਰੋਜੈਕਟ ਸ਼ੁਰੂ ਕਰ ਲਿਆ। ਵਿਸਟਾ ਅੰਗਰੇਜ਼ੀ ਦੀ ਹੈ ਪਰ ਪੰਜਾਬੀ ਹਿੰਦੀ 'ਚ ਵਿਸਟਾ ਕੀ ਹੁੰਦੀ ਹੈ? ਵਿਸਟਾ ਹੀ ਹੈ ਹਿੰਦੀ ਵਾਲੀ ਜੀ। ਸੁਰਿੰਦਰ, ਇਹ ਜਿਹੜਾ ਫਲੋਰ ਕਲਚਰ ਚੇਂਜ ਹੋ ਰਿਹਾ, ਕੀ ਮਹਿਸੂਸ ਕਰਦੇ ਇਸ ਨੂੰ ਕਿ ਉਹੀ ਯੋਗੀ ਦੀ ਉਸ ਤੇ ਚੱਲੇ ਨੇ ਕਿ ਇਦਾਂ ਪੰਜਾਬ ਤਰੱਕੀ ਕਰ ਜੂ ਜਾਂ ਪੀਲੀਆ ਹੋ ਜੂ? ਜੀ ਸੁਰਿੰਦਰ, ਮੈਂ ਦੱਸ ਦਿੰਦਾ, ਜਿੱਦਣ ਸੰਗਰੂਰ ਪਾਰਲੀਮੈਂਟ ਚੋਣ ਹਾਰ ਗਏ, ਹਾਰਨ ਤੋਂ ਬਾਅਦ ਭਗਵੰਤ ਮਾਨ ਨੇ MLA ਨੂੰ ਪੁੱਛਿਆ, ਕਿਉਂਕਿ ਉੱਥੇ ਇਲੈਕਸ਼ਨ ਦੇ ਦੌਰਾਨ ਵੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਕਿਉਂ ਨਹੀਂ ਬਾਹਰ ਨਿਕਲ ਰਹੇ। ਉਹ ਕਹਿੰਦੇ ਅਸੀਂ ਕੀ ਕਰੀਏ, ਸਾਡੇ ਕੰਮ ਨਹੀਂ ਹੁੰਦੇ, ਅਸੀਂ ਲੋਕਾਂ ਦੀ ਨਹੀਂ ਸੁਣੀ। ਜਦੋਂ ਸਾਡੀ ਨਹੀਂ ਅੱਗੇ ਸੁਣੀ ਗਈ, ਅਸੀਂ ਲੋਕਾਂ ਦੀ ਨਹੀਂ ਸੁਣੀ ਤੇ ਲੋਕਾਂ ਨੇ ਆਹ ਕੁਝ ਦਿਖਾਤਾ, ਹੁਣ ਅਸੀਂ ਦੱਸੋ ਕੀ ਕਰੀਏ। ਫਿਰ ਭਗਵੰਤ ਮਾਨ ਨੇ ਇੱਕ ਮੀਟਿੰਗ ਸੱਦੀ ਜਿਹਦੇ 'ਚ IG ਰੈਂਕ ਤੱਕ ਦੇ ਸਾਰੇ ਆਫੀਸਰ ਸੀ। ਉਹਨਾਂ ਨੂੰ ਕਿਹਾ, ਨਾਲ MLA ਬਿਠਾਏ ਕਿ ਇਹ ਮੇਰੇ MLA ਨੇ, ਇਹਨਾਂ ਦੇ ਕੰਮ ਤੁਸੀਂ ਕਰਨੇ ਆ। ਉੱਥੇ ਤਾਂ ਸਾਰੇ ਅਫਸਰ ਹਾਂ ਕਰ ਗਏ ਤੇ ਠੀਕ ਕਰਾਂਗੇ। ਜਦੋਂ ਉਹ ਗੱਲ ਨਿਕਲਦੀ ਆਈ ਤੇ ਮੈਂ ਅੱਜ ਤਿੰਨਾਂ ਕੋ ਨਾਲ ਗੱਲ ਕੀਤੀ। ਮੈਂ ਕਿਹਾ ਵੀ ਹਾਲਾਤ ਕੀ ਆ, ਪਹਿਲਾਂ ਮੈਨੂੰ ਇਹ ਦੱਸੋ ਵੀ ਕੰਮ ਰੁਕਣ ਦਾ ਕਾਰਨ। ਉਹ ਕਹਿੰਦਾ ਅਸੀਂ ਕੀ ਕਰੀਏ, ਸੱਤਾ ਦੇ ਕੇਂਦਰ 3 ਨੇ। ਜਦੋਂ ਸੱਤਾ ਦੇ ਕੇਂਦਰ 3 ਨੇ, ਜੇ ਅਸੀਂ ਮੁੱਖ ਮੰਤਰੀ ਦੀ ਸੁਣਾਂਗੇ, MLA ਤੇ ਮੰਤਰੀਆਂ ਦੀ ਸੁਣਾਂਗੇ, ਤੇ ਜਿਹੜੇ ਉੱਪਰ 2 ਕੇਂਦਰ ਹੋਰ ਬੈਠੇ ਨੇ ਉਹ ਨਾਲ ਦੀ ਨਾਲ ਸਾਡਾ ਬੋਰੀ ਬਿਸਤਰਾ ਗੋਲ ਕਰਕੇ ਸਾਨੂੰ ਖੁੱਡੇ ਲੈਣ ਲਾ ਦਿੰਦੇ ਆ। ਉਹ ਗੱਲ ਤੇ ਆ ਕਿ ਜਦੋਂ ਮੁੱਖ ਮੰਤਰੀ ਦੇ ਉੱਪਰ 2 ਸੂਬੇ ਮੁੱਖ ਮੰਤਰੀ ਹੋਰ ਬੈਠੇ ਆ, ਉਹਨਾਂ ਸਿੱਧਾ ਹੀ ਅਫਸਰਾਂ ਨੂੰ ਕਹਿਤਾ ਕਿ ਜੇ ਤੁਹਾਨੂੰ ਕਿਸੇ MLA ਨੇ ਕੰਮ ਕਿਹਾ, ਤੁਸੀਂ ਉਹਦੀ ਸੁਣ ਲੈਣੀ ਆ, ਕੰਮ ਨਹੀਂ ਕਰਨਾ ਤੇ ਸਿੱਧਾ ਸਾਨੂੰ ਦੱਸ ਦੇਣਾ। ਇਹ ਕੀ ਇੰਡੀਕੇਸ਼ਨ ਆ? ਫਿਰ ਭਗਵੰਤ ਮਾਨ ਦੀ ਕਿੱਦਾਂ ਕੋਈ ਅਫਸਰ ਸੁਣੂਗਾ? ਹੁਣ ਗੱਲ ਤੇ ਆ ਕਿ ਮੁੱਖ ਮੰਤਰੀ ਹੋਣਾ ਚਾਹੀਦਾ। ਹੁਣ ਮੁੱਖ ਮੰਤਰੀ ਹੈਂਡੀਕੈਪਟ ਕੀਤਾ ਪਿਆ। ਹੋਰ ਰਹਿ ਗਈ ਗੱਲ, ਜਿਹੜਾ ਸੁਰਿੰਦਰ ਤੁਹਾਡੀ ਗੱਲ ਵਿਚਾਲੇ ਹੈ। ਚਲੋ ਇਹਦੀ ਫਲੋਰ ਦੀ ਗੱਲ ਚੱਲੀ ਹੈ ਜਾਂ ਮੈਟ ਦੀ ਗੱਲ ਚੱਲੀ ਹੈ,
ਇਹ ਜਦੋਂ ਵਾਈਸ ਚਾਂਸਲਰ ਇੱਥੇ ਸੀ ਨਾ, ਮਤਲਬ ਮੈਂ ਇਹਨਾਂ ਦਾ ਸਿਸਟਮ ਦੱਸਾਂ ਕਿ ਇਹ ਕਿਵੇਂ ਆਪਣਾ ਇਸ਼ਕ ਪਾਲਦੇ ਨੇ ਜਾਂ ਆਪਣਾ ਫਤੂਰ ਪਾਲਦੇ ਨੇ, ਕਿਉਂਕਿ ਇਹ ਜਿਹੜਾ ਨਾ ਕਲਰ ਥੀਮ ਇਹ ਸਾਰਾ ਬਾਹਮਣਵਾਦ ਹੈ। ਇਸ ਤਰ੍ਹਾਂ ਤੁਸੀਂ ਵੇਖੋ ਆ ਇਹਦੀ ਸਰਬਜੀਤ ਦੀ ਭੈਣ ਮਰ ਗਈ, ਜਿਹੜਾ ਜੇਲ੍ਹ 'ਚ ਸੀ ਪਾਕਿਸਤਾਨ ਦੀ 'ਚ, ਦਲਵੀਰ ਕੌਰ। ਉਹ ਜਦੋਂ ਸਰਬਜੀਤ ਦਾ ਰੌਲਾ ਪਿਆ ਸੀ ਨਾ, ਇਹਨੇ ਕਿਸੇ ਤਾਂਤਰਿਕ ਦੇ ਕਹੇ ਤੇ ਆਪਣੀ ਚੰਗਾ ਘਰ ਢਾਹ ਕੇ ਨਵੇਂ ਸਿਰੋਂ ਬਣਾਉਣ ਲੱਗੀ ਤੇ ਫਿਰ ਇਹਦੇ ਕੋਲ ਲੈਂਟਰ ਦੇ ਪੈਸੇ ਵੀ ਮੁੱਕ ਗਏ। ਇਦਾਂ ਲੋਕ ਵਾਸਤੂ ਸ਼ਾਸਤਰ ਪਤਾ ਨਹੀਂ ਕਾਹਦਾ ਸ਼ਾਸਤਰ ਕਹੇ ਤੇ ਚੰਗਾ ਪਵਾਇਆ ਹੋਇਆ ਘਰ ਐਡੀ ਬੇਵਕੂਫੀ ਕਰਦੇ ਆ ਨਾ, ਉਹਦੇ ਨਾਲ ਦੱਸੋ ਕੀ ਹੋ ਜੂ। ਤੇ ਇਸ ਸਿਲਸਿਲੇ ਵਿੱਚ ਕਿ ਇਹ ਜਿਹੜਾ ਅੰਧ ਵਿਸ਼ਵਾਸ ਹੈ, ਮਾਨਸਿਕ ਕਮਜ਼ੋਰੀ ਹੈ, ਤੁਸੀਂ ਜਾ ਕੇ ਕਦੇ ਵੇਖੋ ਚੰਡੀਗੜ੍ਹ ਦੇ ਵਿੱਚ ਸ਼ਨੀਵਾਰ ਤੇ ਖਾਸ ਕਰਕੇ ਮੰਗਲਵਾਰ ਨੂੰ ਆ ਜਿੰਨੇ ਸਾਊਥ ਇੰਡੀਅਨ ਬਨਾਰਸੀ, ਜਿੰਨੇ ਆ ਕਾਲੇ ਇਲਮ ਵਾਲੇ ਮੌਲਵੀ ਕੀ ਤੇ ਜਿੰਨੇ ਆ ਬਾਬੇ ਕੀ, ਜਿਹੜੇ ਭਾਟੜੇ ਬਾਬੇ ਹੁੰਦੇ ਆ ਜਿਹੜੇ ਪੁੱਛਿਆ ਦਿੰਦੇ ਆ, ਸਭ VVIP ਗੱਡੀਆਂ ਚ ਆਉਂਦੇ ਆ ਉਸ ਝਟਕਾ ਪਾਰ ਤੋਂ ਪਰਲੀਆਂ ਕਲੋਨੀਆਂ ਚ। ਐਡਾ ਮਾਨਸਿਕ ਲੈਵਲ ਇਹਨਾਂ ਦਾ ਮਰ ਚੁੱਕਾ ਹੈ, ਐਡੇ ਇਹ ਲੋਕ ਕਮਜ਼ੋਰ ਹੋ ਚੁੱਕੇ ਨੇ, ਐਡੇ ਯੱਗ। ਜੇ ਹੁਣ ਬਗਲਾਮੁਖੀ ਮੰਦਿਰ ਉੱਥੇ ਵੀ ਪੀਲਾ ਰੰਗ ਹੈ, ਉਹ ਜਿਹੜਾ ਕਿ ਦੁਸ਼ਮਣ ਨੂੰ ਖਤਮ ਕਰਨਾ। ਭਗਵਾਨ ਦੀ ਨਜ਼ਰ 'ਚ ਤਾਂ ਸਾਰੇ ਹੀ ਇਨਸਾਨ ਵਧੀਆ ਨੇ, ਤੇ ਤੁਸੀਂ ਤੁਹਾਡਾ ਦੁਸ਼ਮਣ ਹੋ ਸਕਦਾ ਉਹ ਇਨਸਾਨ ਕਿੰਨਾ ਚੰਗਾ ਹੋਵੇ, ਤੇ ਤੁਸੀਂ ਉੱਥੇ ਦੁਸ਼ਮਣ ਦੇ ਲਈ ਅਰਦਾਸਾਂ ਕਰਦੇ ਹੋ। ਉਹ ਤੁਹਾਡਾ ਦੁਸ਼ਮਣ ਹੋ ਸਕਦਾ ਪਰ ਇਨਸਾਨੀਅਤ ਵਾਸਤੇ ਉਹ ਬੰਦਾ ਬਿਹਤਰ ਵੀ ਹੋ ਸਕਦਾ, ਤੇ ਤੁਸੀਂ ਉਸ ਪੰਡਤ ਦੇ ਕਹੇ ਤੇ ਉੱਥੇ ਤੁਸੀਂ ਯੱਗ ਹਵਨ ਕਰਦੇ ਹੋ ਆਪਣੇ ਦੁਸ਼ਮਣ ਨੂੰ ਮਾਰਨ ਲਈ। ਪਿਛਲੇ ਸਮੇਂ ਦੇ ਵਿੱਚ ਬਗਲਾਮੁਖੀ ਮੰਦਿਰ ਵਿਖੇ ਜਿੱਥੇ ਦੁਸ਼ਮਣ ਦੇ ਖਾਤਮੇ ਦੀਆਂ ਅਰਦਾਸਾਂ ਹੁੰਦੀਆਂ ਨੇ, ਉੱਥੇ ਭੀੜ ਬੇਤਹਾਸ਼ਾ ਵੱਧ ਗਈ ਹੈ, ਡਾਟੇ ਚੈੱਕ ਕਰ ਲਓ। ਦੂਸਰਾ, ਜੇ ਬਾਈ ਜੀ ਜਿਵੇਂ ਹੁਣ ਤੁਸੀਂ ਆਖਿਆ ਕਿ ਤੰਤਰੀ ਨੇ ਕਿਨੇ ਕਿਹਾ ਹੋਣਾ ਕਿ ਪੀਲੀ ਸਰੋਂ ਹੀ ਵਰਤਣਗੇ, ਹਰ ਖਾਣ ਵਾਲੀ ਚੀਜ਼ ਦਾ ਰੰਗ ਪੀਲਾ ਕਰਨਗੇ। ਮੇਰੇ ਤਾਂ ਖਿਆਲ ਆ ਜੇ ਬੱਸ ਚੱਲੇ ਨਾ, ਇਹ ਬਲੱਡ ਦਾ ਰੰਗ ਵੀ ਪੀਲਾ ਕਰ ਦੇਣਗੇ। ਇਸ ਸਿਲਸਿਲੇ ਵਿੱਚ ਅਕਾਲੀ ਸੀਗੇ, ਉਹ ਵੀ ਮਾੜਾ ਮੋਟਾ ਨੀਲਾ ਪੀਲਾ ਕਰਦੇ ਸੀ। ਇਸ ਦੌਰਾਨ ਜੇ ਵੇਖਿਆ ਜਾਵੇ ਇਸ ਸਾਰੇ ਵਰਤਾਰੇ ਦੇ ਵਿੱਚੋਂ ਕਿ ਜਦੋਂ ਵਾਈਸ ਚਾਂਸਲਰ ਬੋਪਾ ਰਾਏ ਇੱਥੋਂ ਛੱਡ ਕੇ ਗਿਆ, ਅਲੀਟ ਅਫਸਰ ਸੀ ਉਹ, ਰਾਈਸ ਅਮੀਰ ਰਾਇਜਾਦਾ, ਉਹਦੀ ਚੰਗੀ ਭਲੀ ਸਟੈਂਡਰਡ ਦੀ ਕੋਠੀ ਸੀ। ਉਸ ਤੋਂ ਬਾਅਦ ਆਏ ਪੰਥਕ ਵਾਈਸ ਚਾਂਸਲਰ ਦਿੱਲੀ ਵਾਲੇ, ਮੈਨੂੰ ਨਾਂ ਨਹੀਂ ਯਾਦ ਆ ਰਿਹਾ ਕੀ ਨਾਂ ਸੀ ਉਹਨਾਂ ਦਾ, ਜਸਪਾਲ ਸਿੰਘ। ਬਾਈ ਜੀ 80 ਲੱਖ ਰੁਪਈਆ ਵਾਈਸ ਚਾਂਸਲਰ ਦੀ ਕੋਠੀ ਤੇ ਖਰਚਾ ਹੋਇਆ, 80 ਲੱਖ ਰੁਪਈਆ। ਮੀਡੀਆ ਕੋਈ ਨਹੀਂ ਬੋਲਿਆ, ਕਿਸੇ ਨੇ ਨਹੀਂ ਲਿਖਿਆ। ਨਹਾਉਣ ਵਾਲੇ ਟੱਬ ਜਸਪਾਲ ਸਿੰਘ ਹੋਰਾਂ ਦੇ ਇਟਲੀ ਤੋਂ ਮੰਗਾ ਕੇ ਲਾਏ ਗਏ। ਉਦਾਂ ਜਨਾਬ ਹੋਰੀ 5 ਵਜੇ ਆਉਂਦੇ ਸੀ, ਗੁਰਦੁਆਰਾ ਦੁੱਖਨਵਾਰਨ ਆਉਂਦੇ ਸੀ, ਤੇ ਸਾਰੀ ਮਤਲਬ ਸ਼ਹਿਰੀ ਸਿੱਖ ਕੀ ਯੂਨੀਵਰਸਿਟੀ ਵਾਲੇ ਕੀ ਉਹਨਾਂ ਨੂੰ ਦਿਖਾਉਣ ਵਾਸਤੇ ਜਦੋਂ ਉਹਨਾਂ ਨੇ ਆਉਣਾ ਅੱਗੇ ਪਿੱਛੇ ਅੱਖਾਂ ਬੰਨੀ ਖੜੇ ਹੁੰਦੇ ਸੀਗੇ ਦੁੱਖਨਵਾਰਨ ਕਿ ਆਹ ਮੈਂ ਆ ਜੀ ਗੁਰੂ ਦਾ ਸਿੱਖ। ਉਹਦੇ ਜਾਣ ਦੀ ਦੇਰ ਹੁੰਦੀ ਸੀ, ਫਟਾਫਟ ਭੱਜਦੇ ਸੀ। ਇਦਾਂ ਹੀ ਕਲਚਰ ਸੀ ਬੋਪਾ ਰਾਏ ਦੇ ਵਕਤ। ਜਦੋਂ ਬੋਪਾ ਰਾਏ, ਕਿਉਂਕਿ ਉਹ ਵੈਸੇ ਹੀ ਬਲੈਕ ਡੌਗ ਦਾ ਸ਼ੌਕੀਨ ਸੀਗਾ, ਕੁੱਤਿਆਂ ਕੱਤਿਆਂ ਦੀ ਸੈਰ ਕਰਾਉਂਦਾ ਹੁੰਦਾ ਸੀ, ਉਹਦੇ ਮਗਰ ਸਾਰੇ ਦੌੜਨ ਲੱਗ ਗਏ ਸੀ ਮੈਦਾਨ 'ਚ। ਤੇ ਇਸ ਵਾਸਤੇ ਤੁਸੀਂ ਵਾਈਸ ਚਾਂਸਲਰ ਜਸਪਾਲ ਸਿੰਘ ਜਦੋਂ ਆਇਆ, ਤੁਸੀਂ ਵੇਖੋ ਕਿ ਉਦੋਂ ਬਾਅਦ ਉਹ ਦਿੱਲੀ ਦਾ ਕਲਚਰ ਸਿਲੀਆਂ ਸਲਾਈਆਂ ਟੀ-ਸ਼ਰਟਾਂ ਨਹੀਂ, ਸਿਲੀਆਂ ਸਲਾਈਆਂ ਕਮੀਜ਼ਾਂ, ਟੀ-ਸ਼ਰਟ ਰੂਪੀ, ਉਹ ਸਾਰੇ ਉਹ ਪਾਉਣ ਲੱਗ ਪਏ, ਈਵਨ ਕਾਮਰੇਡ ਵੀ ਪਾਉਣ ਲੱਗ ਪਏ। ਤਾਂ ਜੋ ਵਾਈਸ, ਮੈਂ ਤਾਂ ਪੁੱਛ ਵੀ ਲਿਆ ਸੀ ਇੱਕ ਦਿਨ ਡਾਕਟਰ ਜਸਪਾਲ ਸਿੰਘ ਹੋਰਾਂ ਨੂੰ, ਮੈਂ ਕਿਹਾ ਜਿਹੜੀ ਤੁਸੀਂ ਸਿਲੀ ਹੋਈ ਟੀ-ਸ਼ਰਟ ਕੱਪੜੇ ਦੀ ਪਾਉਂਦੇ ਹੋ, ਇਹ ਦਿੱਲੀ ਦਾ ਅੰਦਾਜ਼ ਹੈ ਵੀ ਇਹ ਤੁਸੀਂ ਪਟਿਆਲੇ 'ਚ ਵੀ ਵਾੜ ਦਿੱਤਾ। ਉਹ ਹੱਸ ਪਿਆ। ਮੈਂ ਕਿਹਾ ਤੁਸੀਂ ਵੇਖਿਆ ਵੀ ਇੱਥੇ ਲੋਕ ਕਿੰਨੇ ਚਾਪਲੂਸ ਨੇ, ਹੈਨਾ, ਕਿੰਨੇ ਕਲੋਨ ਪੈਦਾ ਹੁੰਦੇ ਨੇ ਤੁਹਾਡੇ। ਸੋ ਉਹ 80 ਲੱਖ ਰੁਪਈਆ ਈਵਨ ਚਗਾਠਾਂ ਕੀ ਸਭ ਕੁਝ ਬਦਲਾ ਦਿੱਤਾ। ਹੁਣ ਤੁਸੀਂ ਵੇਖੋ ਕਿ ਜਿਹੜਾ ਵਿਧਾਨ ਸਭਾ ਦਾ ਇੱਕ ਪਾਸੇ ਅਸੀਂ ਕਰਜਈ ਆ ਪਹਿਲਾਂ ਰਾਜਸੀ ਸਰਕਾਰ ਸੀ, ਰਾਜੇ ਦੀ ਸਰਕਾਰ ਸੀ, ਮਾਫ ਕਰਨਾ, ਉਦੋਂ ਕਿਹੜਾ ਫਲੋਰ ਮਾੜਾ ਹੋ ਗਿਆ ਸੀ। ਇੰਨੇ ਸਮੇਂ ਤੋਂ ਫਲੋਰ ਦਾ ਰੰਗ ਜਿਹੜਾ ਚੱਲਿਆ ਹੁੰਦਾ ਸੀ, ਤੇ ਇਹ ਰੰਗ ਬਦਲਣਾ ਮੈਨੂੰ ਨਹੀਂ ਲੱਗਦਾ ਕਿ ਉਹ ਪੁਰਾਣਾ ਹੋ ਗਿਆ ਹੋਊਗਾ। ਨਾਲੇ ਸਾਲ 'ਚ ਬਾਈ ਜੀ ਕਿੰਨੇ ਕੁ ਦਿਨ ਇਹ ਲੋਕ ਆਉਂਦੇ ਨੇ, ਉਹ ਸਾਰੀ ਤੁਸੀਂ ਜਿਹੜੀ ਵੇਸਟੇਜ ਕਰਦੇ ਹੋ, ਇਹ ਪਬਲਿਕ ਦਾ ਪੈਸਾ 320 ਲੱਖ ਕਰੋੜ ਦਾ ਕਰਜ਼ਈ ਹੈ ਪੰਜਾਬ। ਤੁਸੀਂ ਉੱਥੇ ਫਲੋਰ ਬਦਲ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਹੋ, ਪੀਲਾ ਪੀਲਾਪਣ। ਯਾਰ ਕੋਈ ਹੱਦ ਹੈ। ਫਿਰ ਕਹਿੰਦੇ ਆਪਣਾ ਗਗਨ ਆਪਣੇ ਦੋਸਤ ਨੇ ਐਡਵੋਕੇਟ, ਚਲੋ ਸਾਰੇ ਹੀ ਦੋਸਤ ਨੇ, ਮੈਂ ਪਰਸਨਲ ਨਹੀਂ ਕਹਿੰਦਾ, ਕਿ ਪੰਜਾਬ ਦੀ ਤਰੱਕੀ ਦੇ ਰਾਹ 'ਚ ਕਹਿੰਦੇ ਇਹਦੀ ਕੀ ਉਹ ਹੋ ਸਕਦੀ ਹੈ। ਬਾਈ ਜੀ ਹੁਣ ਤੁਸੀਂ ਵੇਖੋ ਕਿ ਫਲੋਰ ਦਾ ਰੰਗ ਬਦਲ ਕੇ ਤੁਸੀਂ ਕੋਈ ਤਰੱਕੀ ਦਿਖਾ ਸਕਦੇ ਹੋ। ਦੂਸਰਾ, ਇੱਕ ਫਲੋਰ ਆਲਰੇਡੀ ਵਧੀਆ ਹੀ ਹੋਏਗਾ, ਸਿਰਫ ਕਿ ਸਾਡੀ ਸਰਕਾਰ ਆਈ ਹੈ, ਅਸੀਂ ਰੰਗ ਉਹਦਾ ਪਹਿਲਾ ਬਦਲ ਕੇ ਪੀਲਾ ਕਰਨਾ। ਇਹ ਕੋਈ ਸਿਆਣਪ ਹੈ ਯਾਰ। ਜੀ ਸੁਰਿੰਦਰ, ਇੱਕ ਕਾਲ ਲੈ ਲਾਂ। ਸੁਰਿੰਦਰ ਕਾਫੀ ਦੇਰ ਤੋਂ ਹੋਲਡ ਤੇ ਨੇ। ਸਿਲਬਰਾ ਸਾਹਿਬ,
ਹਾਂ ਪ੍ਰਵਿੰਦਰ ਜੀ, ਜਦੋਂ ਗੱਲ ਚੱਲਦੀ ਹੈ ਰੰਗ ਦੀ 1999 ਚ ਵਗ ਜੀਗੇ ਮਗਰ ਦੇਵੀ ਲਾਲ ਫਿਰੋਜ਼ਪੁਰ ਆਇਆ। ਹੈਲੋ ਹਾਂਜੀ ਹਾਂਜੀ, ਗੱਲ ਕਰੋ, ਮੈਂ ਸੁਣ ਰਿਹਾ ਜਨਾਬ, ਗੱਲ ਕਰੋ। ਹਾਂ, ਉਹ ਫਿਰੋਜ਼ਪੁਰ ਆਇਆ ਜਦੋਂ ਉਹ ਨਾ ਜਿੱਤ ਕੇ ਤੋਂ 99 ਚ ਉਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਹਫਰਾ ਦਫਰੀ ਸੀ, ਮਾਨ ਸਾਹਿਬ ਜਿੱਤੇ ਜਾਂ ਹੋਰ, ਤੇ ਉਦੋਂ ਬੀਪੀ ਸਿੰਘ ਵੀ ਆਇਆ। ਉਹਨੇ ਇੱਕ ਗੱਲ ਕਿਹਾ ਸੀ, ਕਹਿੰਦਾ ਯਾਰ ਖਾਲਿਸਤਾਨ, ਤੁਸੀਂ ਕਹਿੰਦੇ ਖਾਲਿਸਤਾਨ ਮੰਗਦੇ ਹੋ ਪੰਜਾਬ ਵਾਲਿਆਂ ਨੂੰ, ਉਹ ਕਹਿੰਦਾ ਸਾਰੇ ਭਾਰਤ ਦਾ ਨਾਂ ਖਾਲਿਸਤਾਨ ਰੱਖ ਲਓ, ਤਰੱਕੀ ਕਰੋ। ਕਹਿਣ ਦਾ ਭਾਵ ਵੀ ਜੇ ਰੰਗਾਂ ਨਾਲ ਤਰੱਕੀ ਹੈ ਤੇ ਫਿਰ ਸਾਡੇ ਇਹ ਜਿਹੜਾ ਸੱਭਿਆਚਾਰ ਹੈ, ਫੁੱਲਾਂ ਦਾ ਗੁਲਦਸਤਾ ਹੈ, ਰੰਗ ਬਰੰਗ ਹੈ, ਤੇ ਜਿਹੜਾ ਕੁਝ ਕਾਂਗਰਸ ਨੇ ਧਰਮ ਨਿਰਪੱਖ ਰਹਿ ਕੇ ਕੀਤਾ ਤੇ ਹੁਣ ਬੀਜੇਪੀ ਕਰ ਰਹੀ ਹੈ, ਤੇ ਹੁਣ ਆਹ ਜਿਹੜਾ ਆਪਣਾ ਆਮ ਆਦਮੀ ਪਾਰਟੀ ਦੋਨੇ ਸਮਝਦੇ ਤੁਸੀਂ ਪ੍ਰਵਿੰਦਰ, ਕਿਸਾਨ ਅੰਦੋਲਨ ਨੇ ਮਤਲਬ ਇੱਕੋ ਹੀ ਗੱਲ ਕਹਿੰਦੇ ਵੀ ਇਹ ਕੁਛ ਸਿਖਾਤਾ ਲੋਕਾਂ ਨੂੰ ਵੀ ਲੋਕ ਆਪਦੇ ਹੱਕ ਤੇ ਆਪਦੇ ਹਕੂਕ ਦਾ ਉਹ ਕੁਛ ਕਰਨਾ ਚਾਹੁੰਦੇ ਆ। ਜਦੋਂ ਆ 92 ਸੀਟਾਂ ਜਿੱਤੀਆਂ, ਮੈਂ ਤਾਂ ਵੋਟ ਨਹੀਂ ਪਾਈ, ਪਰ ਉਹ ਜਦੋਂ ਪੁੱਛਦੇ ਕਿਹਨੂੰ ਵੋਟ ਪਾਉਂਗੇ, ਝਾੜੂ ਨੂੰ, ਉਹਨਾਂ ਨੇ ਇਹ ਪੁੱਛੇ ਬੰਦਾ ਕੌਣ, ਉਹਨਾਂ ਨੇ ਪੁੱਛਿਆ ਝਾੜੂ। ਪਰ ਜਦੋਂ ਜਿੱਤ ਕੇ ਸਰਕਾਰ ਬਣ ਗਈ, ਛੋਟਾ ਭਰਾ ਮੂਸੇ ਵਾਲਾ ਚਲਿਆ ਗਿਆ, ਉਹ ਵੱਖਰੀ ਗੱਲ ਹੋਰ ਹੈ, ਪਰ ਉਦੋਂ ਬਾਅਦ ਜਦੋਂ ਹੰਕਾਰ, ਮੈਨੂੰ ਨਹੀਂ ਪਤਾ, ਮੈਂ ਨਹੀਂ ਭਗਵੰਤ ਮਾਨ ਨੂੰ ਹੰਕਾਰ ਦੀ ਗੱਲ ਕਹਿੰਦਾ, ਪਰ ਜਦੋਂ ਇਹ ਕੁਛ ਹੋਇਆ ਤਾਂ 3 ਮਹੀਨਿਆਂ ਚ ਹੀ ਪਲਟ ਕੇ ਬਾਜੀ ਵਿੱਚੇ ਸੁਖਬੀਰ, ਕਾਂਗਰਸ, ਬੀਜੇਪੀ, ਸਾਰਾ ਕੁਝ। ਤੇ ਇਹ ਭਰਾਵੋ ਰੰਗਾਂ ਨਾਲ ਗੱਲ ਨਹੀਂ ਚੱਲਣੀ, ਇਹਨਾਂ ਨੂੰ ਇਹ ਗੱਲ ਸਮਝਾ ਦਿਓ ਵੀ ਰੰਗ ਕੋਈ ਹੋਵੇ, ਫੁੱਲ ਹੈ ਇੱਕ ਬੂਟਾ, ਉਹ ਕਿੰਨੇ ਕਿਸਮ ਦੇ ਰੰਗ ਕੱਢਦਾ, ਕਿੰਨੇ ਕਿਸਮ ਦੇ ਬੂਟੇ ਤੇ ਫੁੱਲ ਲੱਗਦੇ ਆ ਤੇ ਕਿੰਨੇ ਫਲ ਲੱਗਦੇ ਆ। ਅੱਜ ਤਾਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਮੇਰੀ ਗੱਲ ਸੁਣ ਲਈ ਵੀਰੇ, ਕੱਟੀ ਨਾ। ਅੱਜ ਯੂਪੀ ਦੇ ਵੀ ਇੱਕ YouTube ਤੇ ਦੇਖਿਆ ਵੀ ਇੱਕ ਬੂਟੇ ਨੂੰ 200-250 ਕਿਸਮ ਦਾ ਅੰਬ ਲੱਗਿਆ ਪਿਆ ਕਲਮ ਕਰਕੇ। ਪਰ ਜਦੋਂ ਸਾਡੇ ਨਿੱਜੀ ਰਿੰਗਾਂ ਨੂੰ ਇਹ ਕਲਮ ਕਰਨਗੇ, ਇਹ ਗੱਲ ਚੱਲਣੀ ਨਹੀਂ ਪ੍ਰਵਿੰਦਰ। ਬਸ ਹੋਰ ਦੁੱਧ ਮੈਂ ਨਹੀਂ ਕਹਿਣਾ ਭਰਾਵਾ। ਤੇ ਮੈਂ ਤੜਕੇ ਫੂਲ ਦੀ ਤਰੀਕ ਹੈ ਤੇ ਮੈਨੂੰ ਬਹੁਤ ਤੰਗ ਕਰਿਆ ਆਪ ਵਾਲੇ ਨੇ, ਮੈਨੂੰ ਪਤਾ, ਮੈਂ ਨਹੀਂ ਕਹਿ ਸਕਦਾ, ਤਹਿਸੀਲਦਾਰਾਂ ਨੇ, ਪਟਵਾਰੀਆਂ ਨੇ, ਤੇ ਮੈਂ ਉੱਥੇ ਸਹੀ ਬੋਲਣਾ ਹੈ, ਭਗਤਾ ਤਹਿਸੀਲ ਤੇ ਫੂਲ ਤਹਿਸੀਲ। ਬਸ ਉਮੀਦ ਕਰਦੇ ਹਾਂ ਜੀ ਤੁਹਾਡਾ ਮੋਰਚਾ ਸਾਰ ਹੋਵੇ। ਅਗਲੇ ਕਾਲਰ ਸਰ, ਵੈਲਕਮ। 60 ਨੰਬਰ। ਹਾਂਜੀ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਅਸ਼ਵਨੀ ਜੀ ਹੁਸ਼ਿਆਰਪੁਰ ਤੋਂ? MP ਸਿੰਘ ਬੋਲਦਾ ਜੀ। MP ਸਿੰਘ, ਸੌਰੀ, MP ਸਿੰਘ। ਵੈਲਕਮ ਭਾਜੀ। ਹਾਂ, ਪ੍ਰੋਗਰਾਮ ਸੁਣ ਰਿਹਾ ਤੁਹਾਡਾ। ਮੈਂ ਵਿੱਚ ਇਹ ਗੱਲ ਚੱਲੀ ਸੀ ਵਾਸਤੂ ਸ਼ਾਸਤਰ ਬਾਰੇ, ਤੁਸੀਂ ਕੁਛ ਗੱਲ ਕੀਤੀ ਸੀਗੀ, ਮੈਂ ਉਹਦੇ ਬਾਰੇ ਕੁਛ ਦੱਸਣਾ ਚਾਹੁੰਦਾ ਤੁਹਾਨੂੰ, ਸਰੋਤਿਆਂ ਨੂੰ ਵੀ ਜਾਣਕਾਰੀ ਹੋਈ ਵੀ 95 ਦੇ ਵਿੱਚ ਨਾ ਮੈਂ ਪੁਰਾਣਾ ਘਰ ਸਾਡਾ ਜਿਹੜਾ ਪੇਂਟ ਹਾਊਸ ਰੈਨੋਵੇਟ ਕੀਤਾ ਸੀ, ਉਹਦਾ ਆਰਕੀਟੈਕਟ ਸੀ ਅਮਰੀਕਾ ਤੋਂ, ਰਹਿੰਦਾ ਸੀ, ਉਹ ਹੈ ਤਾਂ ਇੰਡੀਅਨ ਸੀਗਾ। ਉਹਨੇ ਜੋ ਕੀਤਾ ਨਾ, ਮੈਂ ਕਿਹਾ ਵੀ ਘਰ ਦੇ ਕਹਿੰਦੇ ਵਾਸਤੂ ਸ਼ਾਸਤਰ ਦੇ ਜਿਹੜੇ, ਉਹਨੇ ਮੈਨੂੰ ਜੋ ਜਵਾਬ ਦਿੱਤਾ ਉਹ ਸੁਣ ਲਓ ਜੀ। ਕਹਿੰਦਾ ਅਮਰੀਕਾ ਦੇ ਵਿੱਚ ਵਾਸਤੂ ਸ਼ਾਸਤਰ ਦਾ ਕੋਈ ਨਾਮ ਨਹੀਂ ਜਾਣਦਾ, ਔਰ ਇੱਥੇ ਸਭ ਤੋਂ ਵੱਧ ਵਾਸਤੂ ਸ਼ਾਸਤਰ ਦੇ ਉੱਤੇ ਦਿਮਾਗ ਲਾਉਂਦੇ ਨੇ। ਸਭ ਤੋਂ ਵੱਧ ਸਮੱਸਿਆਵਾਂ ਇੰਡੀਆ ਚ ਨੇ, ਅਮਰੀਕਾ ਚ ਉੱਚੀ ਉੱਤੇ ਦੁਖੀ ਨੇ ਵਾਸਤੂ ਸ਼ਾਸਤਰ ਦੇ ਉੱਤੇ। ਜਿਹੜੇ ਵਾਸਤੂ ਸ਼ਾਸਤਰ ਦੇ ਭਗਤ ਨੇ ਨਾ, ਉਹਨਾਂ ਵਾਸਤੇ ਮੇਰਾ ਸੁਨੇਹਾ ਹੈ ਜੀ, ਇਹ ਕੁਝ ਨਹੀਂ ਹੈਗਾ ਜੀ। ਥੈਂਕ ਯੂ। ਦੁਕਾਨਦਾਰੀ ਹੈ ਜੀ, ਚੰਗਾ ਭਲਾ ਘਾਟਾ ਹਾਲੋ। ਸੁਰਿੰਦਰ ਵੀਰ, ਹੁਣ ਦੇਖੋ ਵੀ ਵਧੀਆ ਫਲੋਰ ਹੋਣਾ, ਸਾਲ ਦੇ ਵਿੱਚ ਕਿੰਨੀ ਕੁ ਵਾਰ ਉਹ ਮਤਲਬ ਇਹ ਲੋਕ ਜਾਂਦੇ ਨੇ, ਸੂਟਡ ਬੂਟਡ ਵਧੀਆ ਇਹਨਾਂ ਦੀਆਂ ਜੁੱਤੀਆਂ ਹੁੰਦੀਆਂ ਨੇ, ਮਿੱਟੀ ਭੋਰਾ ਨਹੀਂ ਹੁੰਦੀ, ਤੇ ਕਿਹੜਾ ਫਲੋਰ ਖਰਾਬ ਹੋ ਗਿਆ ਹੋਣਾ, ਚੱਕ ਕੇ RTE ਪਾ ਲਓ। ਕਵਾਂਗੇ ਮਾਨਕ ਹੋਰਾਂ ਨੂੰ ਜਾਂ ਹੋਰ, ਕਿਉਂਕਿ ਹੁਣ ਤਾਂ RTE ਵਾਲੇ ਵੀ ਬਦਲ ਗਏ, ਸਰਕਾਰ ਕਾਹਦੀ ਬਦਲ ਗਈ, ਅੱਗੇ ਕਿਤਨਾ ਹੋਣੀ ਜਾਂ ਹੋਰ ਵਧੀਆ RTM ਪਾਉਂਦੇ ਸੀ। ਜਿਹੜੀ ਸਰਕਾਰ ਬਦਲ ਗਈ ਉਹਦੇ ਨਾਲ RTI ਵਾਲੀਆਂ ਟੀਮਾਂ ਹੀ ਬਦਲ ਗਈਆਂ, ਹੁਣ ਨਵੀਆਂ ਆ ਗਈਆਂ ਨੇ, ਕਿਉਂਕਿ ਪਹਿਲੀਆਂ ਕਿਤੇ ਨਾ ਕਿਤੇ ਸਰੈਂਡਰ ਕਰ ਗਈਆਂ ਨੇ ਜਾਂ ਹੋ ਗਈਆਂ ਨੇ, ਸਹਿਮਤ ਹੋ ਗਈਆਂ ਨੇ, ਕਿਉਂਕਿ RTI ਸਿਸਟਮ ਦੇ ਵਿੱਚ ਵੀ ਏਜੰਡਾ ਵਿਸ਼ੇਸ਼ ਚੱਲਦਾ ਹੈ। RTI ਲੋਕਾਂ ਦੇ ਲਈ ਨਹੀਂ ਹੁੰਦੀ, ਜ਼ਿਆਦਾ ਪਾਰਟੀ ਜਾਂ ਪੱਤਰਕਾਰੀ ਵਿਸ਼ੇਸ਼ ਲਈ ਹੋਣ ਲੱਗ ਪਈ ਹੈ। ਫਿਰ ਵੀ ਇਹਦੇ ਤੇ ਵੇਸਟ ਆਫ ਮਨੀ ਤਾਂ ਹੋਇਆ ਹੀ ਹੋਏਗਾ। ਸਾਲ ਦੇ ਵਿੱਚ ਕਿੰਨਾ ਕੁ ਸੈਸ਼ਨ ਚੱਲਦਾ, ਅਦਰਵਾਈਜ਼ ਤੁਹਾਨੂੰ ਕੁੰਡੇ ਜਿੰਦੇ ਲਾ ਕੇ ਬੰਦ ਕਰਕੇ ਰੱਖ ਦਿੰਦੇ ਨੇ, ਸੀਲਡ ਹੁੰਦਾ ਵਿਧਾਨ ਸਭਾ, ਤੇ ਉੱਥੇ ਫਲੋਰ ਤੇ ਕਿੰਨਾ ਕੁ ਖਰਚਾ ਆਇਆ ਹੋਣਾ। ਇਹ RTI ਆ ਜਾਏਗੀ, ਕਹਿ ਦਾਂਗੇ ਕਿਸੇ ਨੂੰ, ਪਤਾ ਕਰ ਲਿਓ ਕਿ ਉਸ ਫਲੋਰ ਤੇ ਕਿੰਨੇ ਕਰੋੜ ਰੁਪਈਆ ਲੱਗਿਆ ਹੋਣਾ ਜਾਂ ਕਿੰਨੇ ਲੱਖ ਲੱਗਿਆ ਹੋਣਾ। ਜੀ ਸੁਰਿੰਦਰ, ਕੰਟੀਨਿਊ ਜੀ। ਦੇਖੋ ਗੱਲ ਇਹ ਆ ਕਿ ਸੱਤਾ ਜਿਹੜੀ ਆ ਮੁੱਖ ਮੰਤਰੀ ਦੇ ਨਾਮ ਆ, ਪਰ ਮੁੱਖ ਮੰਤਰੀ ਕੋਲੇ ਨਹੀਂ ਗੀ, ਪਹਿਲੀ ਗੱਲ।
ਫੈਸਲਾ ਉਹਨਾਂ ਦੀ ਹਾਈ ਕਮਾਂਡ ਦਾ, ਜਿਹੜੇ ਸੱਤਾ ਚਲਾ ਰਹੇ ਨੇ, ਹੰਢਾ ਰਹੇ ਨੇ, ਫੈਸਲਾ ਉਹਨਾਂ ਦਾ, ਉਹਨਾਂ ਮੁਤਾਬਕ ਇਹ ਪੀਲਾ ਰੰਗ ਜਿਹੜਾ ਉਹ ਕਰ ਦਿੱਤਾ ਗਿਆ, ਮੈਟ ਵਿਛਾ ਦਿੱਤੇ ਗਏ। ਮੈਂ ਤਾਂ ਹੀ ਉੱਥੇ ਪੀਲੀ ਸਰੋਂ ਦਾ ਨਾਮ ਲਿਆ ਸੀ, ਕਿਉਂਕਿ ਜਿਹੜੇ ਵਿਅਕਤੀ ਪੀਲੀ ਸਰੋਂ ਵਾਲਿਆਂ ਨੂੰ ਪੂਜਦੇ ਹੋਣ, ਉਹ ਆਪਾਂ ਪਹਿਲਾਂ ਵੀ ਬਹੁਤ ਸਾਰੇ ਰਾਜਨੇਤਾ ਦੇਖੇ ਆ। ਹੁਣ ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਰਹਿ ਕੇ ਗਿਆ, ਉਹ ਜਿਹੜਾ ਸਭ ਤੋਂ ਜ਼ਿਆਦਾ ਜਿਸ ਬੰਦੇ ਨੇ ਪੀਲੀ ਸਰੋਂ ਦਾ ਤੇਲ ਫੂਕਿਆ, ਉਹ ਤਾਂਤਰਿਕ ਚੰਦਰਾ ਸਵਾਮੀ ਦੀ ਗੱਡੀ ਸਿੱਧੀ ਪ੍ਰਾਈਮ ਮਿਨਿਸਟਰ PV ਨਰਸਿਮਹਾ ਰਾਓ ਦੇ ਪੋਰਚ 'ਚ ਜਾ ਕੇ ਲੱਗਦੀ ਸੀ। ਮੰਤਰੀ ਕੋਈ ਨਹੀਂ ਸੀ ਉੱਥੋਂ ਤੱਕ ਪਹੁੰਚ ਸਕਦਾ। ਤਾਂ ਇਸੇ ਗੱਲ ਤੋਂ ਖਫਾ ਹੋ ਕੇ ਉਸ ਵੇਲੇ ਹੋਮ ਡਿਪਾਰਟਮੈਂਟ ਦਾ ਸਟੇਟ ਮਿਨਿਸਟਰ ਸੀਗਾ ਆਪਣਾ ਰਾਜਸਥਾਨ ਵਾਲਾ, ਕੀ ਨਾਂ ਸੀ ਉਹਦਾ, ਰਜੇਸ਼ ਪੈਲਟ ਨੇ ਉਹਦੀ ਗ੍ਰਿਫਤਾਰੀ ਦੇ ਆਰਡਰ ਕਰਤੇ ਸੀ, ਪਰ ਪ੍ਰਾਈਮ ਮਿਨਿਸਟਰ ਨੇ ਰੋਕ ਲਾਤੀ, ਕਹਿੰਦੇ ਨਹੀਂ ਗ੍ਰਿਫਤਾਰ ਕਰਨਾ। ਹੁਣ ਕੀ ਆ ਕਿ ਪੀਲੀ ਸਰੋਂ ਤੁਸੀਂ ਪਟਿਆਲੇ ਦੇ ਬਾਜ਼ਾਰ 'ਚ ਭਾਲਣ ਜਾਓ, ਮੈਨੂੰ ਲੱਗਦਾ ਤੁਹਾਨੂੰ ਨਹੀਂ ਮਿਲੇਗੀ, ਬਹੁਤ ਘੱਟ ਮਿਲੇਗੀ। ਉਹ ਵੀ ਕਿਸੇ ਕੋਲੇ ਸਪੈਸ਼ਲ ਪਈ ਹੋਵੇ ਤੇ ਮਿਲ ਜੇਗੀ। ਜਦੋਂ ਤੁਸੀਂ ਉੱਤਰ ਪ੍ਰਦੇਸ਼ ਦੇ ਏਰੀਆ ਦੇਖੋਗੇ ਤੇ ਮੱਧ ਪ੍ਰਦੇਸ਼ ਨੂੰ ਤੁਹਾਨੂੰ ਉੱਧਰੋਂ ਬਹੁਤ ਮਿਲੇਗੀ, ਗੁਜਰਾਤ ਤੋਂ ਮਿਲੇਗੀ, ਹੋਰ ਗੱਲਾਂ ਨੇ, ਉਧਰੋਂ ਤੁਹਾਨੂੰ ਵਾਧੂ ਮਿਲ ਜੇਗੀ। ਔਰ ਉਹ ਵਿਅਕਤੀ ਜਿਹੜੇ ਤਾਂਤਰਿਕ ਨੇ, ਉਹ ਇਹ ਪੀਲੀ ਸਰੋਂ ਦਾ ਤੇਲ ਸਾਰਾ ਯੂਜ਼ ਕਰਦੇ ਆ। ਤੇ ਪਰ ਮੈਂ ਪੀਲੀ ਸਰੋਂ ਦੇ ਤੇਲ ਨੂੰ ਯੂਜ਼ ਕੀਤਿਆਂ ਹੋਇਆਂ ਦਾ ਕੋਈ ਕੰਮ ਸਿਰੇ ਚੜਿਆ ਤਾਂ ਅੱਜ ਤੱਕ ਦੇਖਿਆ ਨਹੀਂ। ਜੇ ਚੰਦਰਾ ਸਵਾਮੀ ਕੋਲੇ ਇੰਨੀ ਪਾਵਰ ਸੀ ਤਾਂ ਆਪ ਕਿਉਂ ਕੇਸਾਂ ਦਾ ਸਾਹਮਣਾ ਕਰਦਾ ਹੀ, ਆਪ ਤੋਂ ਜੇਲ੍ਹ ਜਾਣਾ ਪੈ ਗਿਆ। ਤੇ PV ਨਰਸਿਮਹਾ ਰਾਓ ਪਹਿਲਾ ਪ੍ਰਧਾਨ ਮੰਤਰੀ ਸੀ ਜਿਹਨੂੰ ਇੰਡੀਆ 'ਚ ਸਜ਼ਾ ਹੋਈ ਸੀ, ਤੇ ਇਹ ਉਹੀ ਚੰਦਰਾ ਸਵਾਮੀ ਸੀ ਜਿਹਨੇ ਅਕਾਲੀ ਦਲ ਦੀ ਵੀ ਬੇੜੀ ਡੋਬੀ ਸੀ। 1997 ਤੋਂ ਲੈ ਕੇ 2002 ਤੱਕ ਉਹਨੇ ਵੀ ਆਪਣੀਆਂ ਮਨਾਈਆਂ ਕਰੀਆਂ ਸੀ। ਲੁਧਿਆਣੇ ਵਾਲੇ ਗਰਚਿਆਂ ਦੇ ਬਹੁਤ ਨਜ਼ਦੀਕੀ ਸੀਗਾ, ਇਹ ਹਰਿਆਣੇ ਵਾਲੇ ਚਟਾਲੇ ਦਾ ਵੀ ਨਜ਼ਦੀਕੀ ਸੀ। ਹੁਣ ਜੇ ਮੈਂ ਸਿੱਧਾ ਕਹਿ ਦਿਆਂ ਕਿ ਚੰਦਰਾ ਸਵਾਮੀ ਦੀ ਦਖਲਅੰਦਾਜ਼ੀ ਕਰਕੇ ਨਰਸਿਮਹਾ ਰਾਓ ਦੀ ਦੁਬਾਰਾ ਵਾਰੀ ਨਹੀਂ ਆਈ ਤੇ ਚਟਾਲੇ ਵੀ ਸਦਾ ਲਈ ਪੂੰਝੇ ਗਏ, ਤੇ ਇੱਧਰੋਂ ਅਕਾਲੀ ਦਲ ਦਾ ਵੀ ਭੱਠਾ ਬਿਠਾ ਗਿਆ। ਇਸ ਕਰਕੇ ਉੱਥੇ ਆਉਣ ਲੱਗਾ ਹੁਣ ਗੱਲ ਕੀ ਆ, ਕਹਿਣ ਨੂੰ ਇਹ ਕਹਿੰਦੇ ਆ ਕਿ ਇਹ ਭਗਤ ਸਿੰਘ ਵਾਲਾ ਕਲਰ ਆ, ਅਸੀਂ ਭਗਤ ਸਿੰਘ ਦੇ ਵਾਰਸਾਂ, ਜੇ ਉਹ ਜੋ ਮਰਜ਼ੀ ਕਹੀ ਜਾਣ। ਭਗਤ ਸਿੰਘ ਦੇ ਵਾਰਸ ਫਿਰ ਸੰਗਰੂਰ ਵਾਲਿਆਂ ਨੇ ਭਗਤ ਸਿੰਘ ਦੇ ਵਾਰਸਾਂ ਨੂੰ ਕਿਉਂ ਨਹੀਂ ਐਕਸੈਪਟ ਕੀਤਾ, ਕਿਉਂ ਬੋਰੀ ਬਿਸਤਰਾ ਗੋਲ ਕਰਕੇ ਤੋੜ ਦਿੱਤਾ। ਹੁਣ ਗੱਲ ਇਹ ਆ ਕਿ ਭਗਵੰਤ ਮਾਨ ਦਾ ਫੈਸਲਾ ਨਹੀਂਗਾ, ਫੈਸਲਾ ਜਿਹੜੀਆਂ ਨਾਲ 3 ਕੋਠੀਆਂ ਹੋਰ ਪਈਆਂ ਨੇ ਉੱਥੇ ਬੈਠੇ ਵਿਅਕਤੀ ਕਰ ਰਹੇ ਨੇ, ਫੈਸਲਾ ਉਹਨਾਂ ਦਾ ਲਾਗੂ ਹੋ ਰਿਹਾ। ਇਸੇ ਕਰਕੇ MLA ਕੁਰਲਾ ਰਹੇ ਨੇ, ਇਸੇ ਕਰਕੇ ਲੋਕ ਕੁਰਲਾ ਰਹੇ ਨੇ ਕਿ ਸਾਨੂੰ MLA ਨਹੀਂ ਲੱਭਦੇ। ਔਰ ਹਰ ਜਿਸ ਬੰਦੇ ਨਾਲ ਗੱਲ ਕਰੋ ਉਹ ਕਹਿੰਦਾ ਜੀ MLA ਨੇ ਨੰਬਰ ਬਦਲ ਲਿਆ। ਪਹਿਲਾਂ ਜਿਹੜਾ ਉਹਨਾਂ ਦੇ ਆਪਦੇ 3-3 4-4 ਨੰਬਰ ਹਰ ਬੰਦੇ ਕੋਲੇ ਸੀ, ਜਿਹੜਾ ਚੋਣ ਹੋ ਰਹੀ ਸੀ, ਉਹ ਸਾਰੇ ਦੇ ਸਾਰੇ ਸਵਿਚ ਆਫ ਪੈ ਗਏ। ਉਹ ਕਹਿੰਦੇ ਜੇ ਕੋਈ ਜਾਂਦਾ PA ਆ, PA ਕਹਿੰਦਾ ਜੀ ਆਹ ਸਾਡੇ 3 ਜਾਂ 4 ਦਫ਼ਤਰ ਕਈਆਂ ਹਲਕਿਆਂ 'ਚ 2 ਵੀ ਨੇ, ਕਹਿੰਦਾ ਸਾਡੇ ਖੋਲੇ ਹੋਏ ਆ, ਜਦੋਂ ਮਰਜ਼ੀ ਕੰਮ ਲਈ ਆਓ, ਜਿਹੜੇ ਅਫਸਰ ਨੂੰ ਕਹੋਗੇ ਅਸੀਂ ਕਹਿ ਦਿਆਂਗੇ। ਲੋਕ ਆਉਂਦੇ, ਲੋਕ ਕਹਿੰਦੇ ਜੀ ਕੰਮ ਨਹੀਂ ਹੋਇਆ, ਕਹਿੰਦਾ ਮੈਂ ਤਾਂ ਕਹਿ ਦਿੱਤਾ ਸੀ, ਮੈਂ ਤਾਂ MLA ਸਾਹਿਬ ਨੂੰ ਵੀ ਕਹਿ ਦਿੱਤਾ ਸੀ। ਉਹ ਕਹਿੰਦੇ ਸੀ ਠੀਕ ਆ ਕਰ ਦੋ, ਮੈਂ ਕਰ ਦਿੱਤਾ। ਜਿੰਨਾ ਸਾਡੇ ਅਧਿਕਾਰ ਖੇਤਰ 'ਚ ਸੀ ਉਹ ਅਸੀਂ ਕਹਿ ਦਿੱਤਾ, ਅਸੀਂ ਕਰਾਤਾ। ਉਹ ਕਹਿੰਦੇ ਤੁਸੀਂ ਕਹਿ ਦਿੱਤਾ ਪਰ ਕੰਮ ਨਹੀਂ ਹੋਇਆ, ਤੇ ਉੱਥੇ ਫਿਰ ਉਹ ਸੁਣਨ ਲਈ ਤਿਆਰ ਨਹੀਂ। ਇਹੀ ਕੁਛ ਅੱਜ ਵਿਧਾਨ ਸਭਾ 'ਚ ਹੋਇਆ ਜੀ। ਵਿਧਾਨ ਸਭਾ 'ਚ ਸਵਾਲ ਕੋਈ ਪੁੱਛਿਆ ਜਾਂਦਾ ਸੀ ਤੇ ਜਵਾਬ ਕਿਹਦਾ ਦਾ ਦਿੱਤਾ ਜਾਂਦਾ ਨਹੀਂ। ਦੇਖੋ ਆਮ ਆਦਮੀ ਪਾਰਟੀ ਦਾ ਇਹ ਪੋਜ਼ਿਟਿਵ ਪੱਖ ਵੀ ਹੈ, ਚਲੋ ਜਿਹੜਾ ਲਾਈਵ ਕਰਦੇ ਆ ਨਾ, ਕਿਉਂਕਿ ਪਹਿਲੀਆਂ ਸਰਕਾਰਾਂ ਨਹੀਂ ਸੀ ਕਰ ਪਾਉਂਦੀਆਂ, ਖਾਸ ਸੈਸ਼ਨ ਉਹ ਕਰ ਲੈਂਦੇ ਸੀਗੇ। ਜਦੋਂ ਉਹਨਾਂ ਨੇ ਸਾਲੇ ਭਣੋਈ ਨੇ ਚੰਨੀ ਨੂੰ ਟਰੋਲ ਕੀਤਾ ਸੀ ਇਹਨਾਂ ਪੈਚਾਂ ਵਾਲੇ ਨੂੰ, ਉਹ ਮਤਲਬ ਜਿਹੜਾ ਉਹਨਾਂ ਨੂੰ ਲੋੜ ਲੱਗਦਾ ਸੀ ਉਹ ਕਰ ਲੈਂਦੇ ਸੀ। ਪਰ ਉਦੋਂ ਇਹ ਸੀ ਵੀ ਉਹ ਚੰਨੀ ਨੂੰ ਜ਼ਰੂਰ ਦਿਖਾਉਂਦੇ ਸੀਗੇ, ਐ ਪਾਰਸ਼ੈਲਿਟੀ ਨਹੀਂ। ਇਵਨ ਵਿਧਾਨ ਸਭਾ 'ਚ ਜਦੋਂ ਭਗਵੰਤ ਮਾਨ ਹਰਸਿਮਰਤ ਨੂੰ ਘੇਰਦੇ ਸੀ, ਜਦੋਂ ਇੱਥੋਂ ਤੱਕ ਵੀ ਕਿਹਾ ਕਿ ਪੂਰਨ ਸਿੱਖ ਤੂੰ ਵੀ ਨਹੀਂ ਆ ਬੀਬੋ ਆਈਬਰੋ ਬਣੀ ਆ, ਤੇ ਉਹ ਮਤਲਬ ਉਹ ਕੈਮਰਾਮੈਨ ਦੀ ਫਰਾਕ ਦੇ ਲਈ ਹੈ ਜਾਂ ਮੈਨੇਜਮੈਂਟ ਦੀ ਟੈਲੀਵਿਜ਼ਨ ਦੀ ਫਰਾਕ ਦੇ ਲਈ ਹੈ ਕਿ ਉਹਨੂੰ ਘੇਰਦੇ ਸੀ। ਪਰ ਹੁਣ ਇਹ ਜਿਹੜੀ ਪਾਰਸ਼ੈਲਿਟੀ ਜੀ ਕਰਦੇ ਆ ਨਾ, ਇਹ ਸੋਹਣਾ ਨਹੀਂ ਲੱਗਦਾ,
ਘੱਟੋ ਘੱਟ ਪਤਾ ਤਾਂ ਲੱਗੇ ਯਾਰ ਕਿਹੜਾ MLA ਬੋਲਦਾ। ਜੇ ਕੋਈ ਵਾਹ ਹੱਥ ਬੋਲਦਾ ਨਾ, ਮੈਂ ਪਹਿਲਾਂ ਵੀ ਆਖਿਆ ਸੀ, ਜਿਵੇਂ ਮਜੀਠਾ ਨੇ ਬੋਲਿਆ ਸੀ, ਉਹਦੇ ਨਿਆਣੇ ਵੀ ਦੇਖਣਗੇ, ਪੁੱਤ ਪੋਤੀਆਂ ਵਾਲਾ ਹੋ ਜੂ, ਉਹ ਵੀ ਦੇਖਣਗੇ ਕਿ ਸਾਡਾ ਬਿਕਰਮ ਸਿੰਘ ਮਜੀਠਾ ਦਾਦਾ ਜਾਂ ਨਾਨਾ ਭਾਈ ਕਿੱਡੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਵਿਧਾਨ ਸਭਾ 'ਚ। ਤੇ ਬੀਬੀ ਮਹਿੰਦਰ ਕੌਰ ਜੋਸ਼, ਮਤਲਬ ਜਿਵੇਂ ਹੁੰਦਾ ਹੀ ਹੈ ਕਿਸੇ ਲੇਡੀ ਕੋਲ ਗਾਲ ਕੱਢੋ ਬੜੀ ਸ਼ਰਮ ਮਹਿਸੂਸ ਕਰਦੀ ਹੈ, ਕੋਫਤ ਮਹਿਸੂਸ ਕਰਦੀ ਹੈ, ਬੀਬੀ ਜੋਸ਼ ਨੇ ਉਹ ਕੋਫਤ ਮਹਿਸੂਸ ਵੀ ਕੀਤੀ ਸੀਗੀ। ਸੋ ਇਹ ਚੀਜ਼ ਹੁੰਦੀ ਹੈ, ਉਹ ਪਾਰਸ਼ੈਲਿਟੀ ਜੀ ਤਕਰੀਬਨ ਨਾ ਕੀਤੀ ਜਾਵੇ। ਵੈਸੇ ਚਲੋ ਕੋਈ ਗੱਲ ਨਹੀਂ, ਇਹ ਸੈਕੰਡਰੀ ਗੱਲਾਂ ਨੇ, ਪਰ ਓਵਰਆਲ ਵਿਧਾਨ ਸਭਾ ਦੇ ਵਿੱਚ ਚੱਲ ਰਹੇ ਹੁਣ ਤੱਕ ਦਾ ਲੇਖਾ ਜੋਖਾ ਕਿਵੇਂ ਮਹਿਸੂਸ ਕਰਦੇ ਹੋ ਸੁਰਿੰਦਰ? ਉਸ ਤੋਂ ਪਹਿਲਾਂ ਇੱਕ ਮੈਂ ਆਪਣੇ ਸਪਾਂਸਰ ਦੀ ਐਡ ਬੋਲਦੇ ਹਾਂ। ਆਪਾਂ ਨੂੰ ਸਪੋਰਟ ਕੀਤਾ ਹੈ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲਿਆਂ ਨੇ, ਜਿਨ੍ਹਾਂ ਕੋਲੋਂ ਤੁਸੀਂ ਰੀਫਰ ਦਾ ਲੋਡ ਲੈ ਸਕਦੇ ਹੋ। ਇਹਨਾਂ ਨੂੰ ਓਨਰ ਪੇਟਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਕੋਲ ਆਪਣੇ ਰੀਫਰ ਹੋਣ, ਤੇ ਲੋਡ ਇਹਨਾਂ ਕੋਲ ਲਰੀਡੋ ਟੈਕਸਸ ਜੌਨਸਟਾਊਨ ਪੈਨਸਿਲਵੇਨੀਆ ਦੇ ਮਿਲਣਗੇ, ਤੇ ਜਾਂ ਲਰੀਡੋ ਟੈਕਸਸ ਤੋਂ ਲਵੇਨੀਆ ਮਿਸ਼ੀਗਨ ਦੇ ਮਿਲਣਗੇ। ਤੇ ਵਾਪਸੀ ਤੇ ਵੀ ਤੁਹਾਨੂੰ ਲੋਡ ਮਿਲ ਸਕਦੇ ਨੇ, ਪਰ ਉਹ ਕਨਫਰਮ ਨਹੀਂ ਹੁੰਦੇ, ਬ੍ਰੋਕਰ ਦੇ ਲੋਡ ਨੇ। ਇਹਨਾਂ ਦੇ ਲੋਡ ਕੰਪਨੀ ਦੇ ਲੋਡ ਨੇ। ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰਦੇ ਹੋ ਤਾਂ ਤੁਹਾਡੀ ਸਹੂਲਤ ਵਾਸਤੇ ਇਹ ਤੁਹਾਡਾ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਹੈ। ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ, ਤੇ ਇਸ ਦੇ ਨਾਲ ਨਾਲ ਜਿਹੜਾ 10% ਕਮਿਸ਼ਨ ਚਾਰਜ ਕਰਦੇ ਨੇ, ਆਪਣਾ ਕਮਿਸ਼ਨ। ਤੇ ਜਿਸ ਸਿਲਸਿਲੇ ਵਿੱਚ ਫਿਰ ਤੁਸੀਂ ਇਹਨਾਂ ਤੋਂ ਜਿਹੜਾ ਰੀਫਰ ਆਦਿ ਲੈਣ ਦੀ ਵੀ ਇਮਦਾਦ ਲੈ ਸਕਦੇ ਹੋ। ਰੀਫਰ ਆਦਿ ਲੈਣ 'ਚ ਵੀ ਮਦਦ ਤੁਹਾਨੂੰ ਕਰਦੇ ਨੇ। ਤੇ ਲੋਡ ਦਾ ਤਾਪਮਾਨ 33 ਤੋਂ 54 ਡਿਗਰੀ ਦਰਮਿਆਨ ਹੁੰਦਾ ਹੈ, ਤੇ ਇਸ ਦੌਰਾਨ ਫਰੋਜ਼ਨ ਲੋਡ ਹੁੰਦੇ ਨੇ ਪਰ ਬਹੁਤ ਘੱਟ। ਸੋ ਜੇ ਤੁਸੀਂ ਸੰਪਰਕ ਕਰਨਾ ਹੈ ਤੇ ਇਹਨਾਂ ਦੀ ਵੈਬਸਾਈਟ ਹੈ goldenkeyexpress.com ਤੇ ਈਮੇਲ ਹੈ goldenkeyexpress@gmail.com। ਪ੍ਰਗਟ ਸਿੰਘ ਬੈਦਵਾਨ MD ਨੇ, ਉਹਨਾਂ ਦੇ ਆਫਿਸ ਦਾ ਨੰਬਰ ਨੋਟ ਕਰ ਲਓ 484 320 6700 4843206700। ਸੈੱਲ ਫੋਨ ਹੈ 302 563 0080 302 563 0080। ਤੇ ਇਸ ਦੌਰਾਨ ਇਹਨਾਂ ਦੇ ਕੋਲੋਂ ਤੁਸੀਂ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਕੋਲੋਂ ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਿਲਵੇਨੀਆ ਤੇ ਲਰੀਡੋ ਟੈਕਸਸ ਤੋਂ ਲਵੇਨੀਆ ਮਿਸ਼ੀਗਨ ਦੇ ਲੋਡ ਹਾਸਲ ਕਰ ਸਕਦੇ ਹੋ। ਤੇ ਇਸੇ ਪਰਿਵਾਰ ਚੋਂ ਡਾਕਟਰ ਜਸਪ੍ਰੀਤ ਸਿੰਘ ਮਾਵੀ ਨੇ, ਜਿਹੜੇ ਡੈਲਸ ਟੈਕਸਸ ਦੇ ਵਿੱਚ ਰੀਅਲ ਸਟੇਟ ਦਾ ਕਾਰੋਬਾਰ ਕਈ ਸਾਲਾਂ ਤੋਂ ਕਰ ਰਹੇ ਨੇ, ਕਿਉਂਕਿ ਇਹ ਡੈਲਸ ਖਾਸ ਕਰਕੇ ਟੈਕਸਸ ਇੱਕ ਟੈਕਸ ਫ੍ਰੀ ਸਟੇਟ ਹੈ। ਜੋ ਵੀਰ ਟਰੱਕਿੰਗ ਦੇ ਵਿੱਚ ਨੇ, ਕ੍ਰਾਸ ਕੰਟਰੀ ਡਰਾਈਵ ਕਰਦੇ ਨੇ, ਉਹਨਾਂ ਲਈ ਸੈਂਟਰਲ ਅਫੋਰਡੇਬਲ ਏਰੀਆ ਟੈਕਸਸ ਦੇ ਵਿੱਚ 3 ਤੋਂ 5 ਲੱਖ ਕੀਮਤ ਦਾ ਵਧੀਆ ਘਰ ਮਿਲ ਸਕਦਾ ਹੈ, ਤੇ ਨਾਲ ਲੋਨ ਆਦਿ ਦਾ ਇੰਤਜ਼ਾਮਾਤ ਵੀ ਡਾਕਟਰ ਮਾਵੀ ਸਾਹਿਬ ਕਰ ਦਿੰਦੇ ਨੇ। ਤੇ ਇੱਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ ਜੋ ਤੁਹਾਡੇ ਫਿਊਚਰ ਵਾਸਤੇ ਬਿਹਤਰ ਸਾਬਤ ਹੋ ਸਕਦੇ ਨੇ ਰਿਹਾਇਸ਼ਗਾਹ ਦੇ ਤੌਰ ਤੇ ਅੱਛੀਆਂ ਇਨਵੈਸਟਮੈਂਟ ਅਪਰਚੁਨਿਟੀ ਦੇ ਵਾਸਤੇ ਜਸਪ੍ਰੀਤ ਸਿੰਘ ਮਾਵੀ ਨੂੰ ਕਾਲ ਕਰੋ। ਨੰਬਰ ਉਹਨਾਂ ਦਾ 972 363 3700। ਕਿਸੇ ਰੀਅਲ ਸਟੇਟ ਕਾਰੋਬਾਰ ਦੇ ਮਸ਼ਵਰੇ ਦੇ ਵਾਸਤੇ ਡਾਕਟਰ ਜਸਪ੍ਰੀਤ ਮਾਵੀ ਦਾ ਨੰਬਰ ਹੈ 9723633700। ਇਸੇ ਤਰ੍ਹਾਂ ਇੱਕ ਕਾਲਰ ਹੋਲਡ ਤੇ ਨੇ। ਸਵਾਗਤ 85 ਨੰਬਰ ਬਾਈ ਜੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਮੈਂ ਜਦੋਂ ਆਪਾਂ ਗੱਲ ਕਰਦੇ ਵੀ ਵਹਿਮ ਭਰਮ ਦਾ ਇੰਨਾ ਹੈ ਜੀ, ਅੱਗੇ ਅਸੀਂ ਪਿੰਡਾਂ 'ਚ ਆਮ ਦੇਖਿਆ ਨਹੀਂ ਸੀ ਹੁੰਦਾ। ਹੁਣ ਆਪਣੇ 3-4 ਦਿਨ ਹੋਏ ਹੋਗੇ। ਮੈਂ 1:30 ਵਜੇ ਕੱਦੂ ਕਰਕੇ ਗਿਆ ਤਾਂ ਜਦੋਂ ਟਰੈਕਟਰ ਖੜਾ ਕੀਤਾ, ਗੇਟ ਗੂਟ ਲਾ ਕੇ ਤਾਂ ਘਰ ਦੇ ਨਾਲ ਹੀ ਆਪਣੇ ਜੀ ਵੜਨ ਦਿਆ। ਤਾਂ ਆਪਣੇ ਸਾਨੂੰ ਯੂਪੀ ਦਾ ਮੁੰਡਾ ਹੋਊਗਾ ਜੀ, ਉਹ ਕਾਰਡ ਸਿੱਟਣ ਦਿਆ, ਵਿਜ਼ਿਟਿੰਗ ਕਾਰਡ ਮੀਆਂ ਜੀਰੇ ਜੀ ਇਹ ਕਾਰਡ ਤਾਂ ਇਹਦਾ ਉਹ 2 ਸਿੱਟੀ ਜਾਵੇ। ਉਹ ਮੈਂ ਕਿਹਾ ਸਾਰੇ ਸਿੱਟਦੇ ਹਵੇਲੀ 'ਚ ਕੋਈ ਨਹੀਂ, ਮੈਂ ਕਿਹਾ ਇੱਥੇ ਭਈਏ ਹੈਗੇ ਲੈ ਆਪਾਂ, ਮੈਂ ਕਿਹਾ ਬਣ ਦਾਂਗੇ ਇਹਨਾਂ ਨੂੰ। ਉਹ ਮੈਂ ਕਿਹਾ ਇਹ ਕਾਹਦੇ ਸਿੱਟਣ ਦਿਆ ਕਿ ਬਾਬਾ ਜੀ ਕਹੇ ਜੀ ਬਾਬਾ ਜੀ ਏਦਾਂ ਵਾ। ਮੈਂ ਕਿਹਾ ਭਰਿਆ ਮਾਨਸਾ ਜੇ ਬਾਬਾ ਜੀ ਏਡੇ ਕਰਨੇ ਵਾਲੇ ਹੋਵੇ, ਤੂੰ 1:30 ਵਜੇ ਕਾਹਦੇ ਧੁੱਪੇ ਛੱਡਣ ਦਿਆ ਆ। ਲੋਕ ਸਾਰੇ ਅੰਦਰ ਬੈਠੇ ਆ। ਮੈਂ ਕਿਹਾ ਤੇਰਾ ਦਿਮਾਗ ਖਰਾਬ ਆ, ਤੂੰ ਪਹਿਲਾਂ ਆਪਾਂ ਮੈਂ ਕਿਹਾ ਕੰਮ ਤੂੰ ਬਾਬਾ ਜੀ ਦਾ ਸੂਤ ਕਰਾ। ਜੇ ਬਾਬਾ ਜੀ ਮੈਂ ਕਿਹਾ ਇੱਜ਼ੇ ਕਰਨੇ ਵਾਲੇ ਤੂੰ, ਮੈਂ ਕਿਹਾ ਇਹ ਕਾਰਡ ਸਿੱਟਣ ਦਿਆ ਮਾੜਾ ਮੋਟਾ। ਮੈਂ ਕਿਹਾ ਕੰਮ ਸਿੱਖਣ ਕਾਹਨੂੰ ਲੋਕਾਂ ਨੂੰ ਮੈਂ ਕਿਹਾ ਬੇਵਕੂਫ ਬਣਾਉਣ ਦਿਆ ਤੂੰ। ਮੈਂ ਕਿਹਾ ਮਾੜਾ ਮੋਟਾ ਪੜਿਆ ਲਿਖਿਆ ਹੋਊਗਾ ਯਾਰ। ਕਿਹੜੇ ਮੈਂ ਕਿਹਾ ਕੰਮ ਤੂੰ ਪਿਆ ਆ, ਤੂੰ ਦੁਪਹਿਰਾ 1:30 ਵਜੇ ਆਇਆ। ਮੈਂ ਕਿਹਾ ਤੂੰ 2-3 ਕਾਰਡ ਲੋਕਾਂ ਦੇ ਪਿਆ। ਮੈਂ ਕਿਹਾ ਇੱਦਾਂ ਸੀਗਾ, ਮੈਂ ਉਹਦਾ ਸਿਰਾ ਚੰਗਾ ਥੱਪਾ ਜਾ। ਮੈਂ ਕਿਹਾ ਚੱਕ ਕੇ ਮਾਰ ਸਾਰਾ ਕੋਈ ਨਹੀਂ, ਹਵੇਲੀ ਆਰਾਮ ਨਾਲ ਜਾ ਕੇ ਤੂੰ ਆਰਾਮ ਨਾਲ ਕਰੇ ਬਹਿ, ਪਾਣੀ ਧਾਣੀ ਪੀ ਦੁਪਹਿਰ ਦਾ ਵੇਲਾ। ਹਾਂ, ਮਾਨਸਿਕ ਤੌਰ ਤੇ ਨਾ ਅਸੀਂ ਕਮਜ਼ੋਰ ਹੋ ਗਏ ਹਾਂ, ਇਸੇ ਕਰਕੇ ਅਸੀਂ ਲੁੱਟੇ ਪੁੱਟੇ ਜਾਂਦੇ ਹਾਂ। ਬਾਕੀ ਸਵਾਗਤ ਸੁਮੀਤ ਤੁਹਾਡਾ। ਸਤਿ ਸ਼੍ਰੀ ਅਕਾਲ। ਸੁਮੀਤ ਜੀ ਆਨ 에ਅਰ ਹੋ, ਤੁਸੀਂ ਗੱਲ ਕਰੋ।
ਸੌਰੀ ਕਾਲ ਕੱਟ ਗਈ ਸੁਮੀਤ ਜੀ ਹੋਰਾਂ ਦੀ। ਤੇ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵੇਸ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਟਰੱਕ ਤੋਂ ਆਓ ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵੇਸ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ। ਇਹ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ 661 304 7500 661 304 7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਬੇਕਰਸਫੀਲਡ ਦੇ ਵਿੱਚ ਯੂਨੀਅਨ ਵੇਸ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹਮੇਸ਼ਾ ਯਾਦ ਰੱਖੋ। ਸਮੀਤ ਜੀ ਸਵਾਗਤ ਹੈ 176 ਨੰਬਰ। ਸਮੀਤ ਜੀ ਗੱਲ ਕਰੋ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਭਾਜੀ ਤੁਹਾਨੂੰ ਮੇਰੇ ਖਿਆਲ ਸੈਂਡ ਵੀ ਕੀਤਾ ਸੀ 18 ਤਰੀਕ ਦਾ ਤੁਹਾਡਾ ਸ਼ਾਮ ਦਾ ਪ੍ਰੋਗਰਾਮ ਸੀਗਾ ਤੇ ਤੁਹਾਨੂੰ ਟਾਈਮ ਵੀ ਥੱਲੇ ਮੈਂ ਸੈਂਡ ਕੀਤਾ ਸੀ 35:35 ਤੇ ਕੋਈ ਜਜਮਾਨ ਆਏ ਸੀ ਉਹਨਾਂ ਦਾ ਨਾਂ ਕੋਈ ਮਾਜਰੀ ਕਰਕੇ ਸੀਗੇ ਤੇ ਉਹਨਾਂ ਨੇ ਬੜੀ ਰੂਡ ਜੇ ਅੱਖਰ ਨਾਲ ਗੱਲ ਕਹੀ ਵੀ ਗੋਹਾ ਲਾਉਣ ਵਾਲੀ ਕੌਮ ਇਹ ਉਹ ਏਦਾਂ ਤੇ ਮੈਨੂੰ ਇਹ ਸੀਗਾ ਵੀ ਤੁਸੀਂ ਉਹਦਾ ਖੰਡਨ ਕਰੋਗੇ ਕਿਤੇ ਜਾ ਕੇ ਗੱਲ ਕਰੋਗੇ ਬਾਈ ਏਦਾਂ ਦੇ ਜਿਹੜੇ ਕਾਲਰ ਹੁੰਦੇ ਆ ਆਈ ਅੰਡਰਸਟੈਂਡ ਤੁਸੀਂ ਰਿਸਪੈਕਟ ਨਾਲ ਗੱਲ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਗੱਲ ਕਰਦੇ ਹੋ ਥੋੜੀ ਰਿਸਪੈਕਟਫੁਲ ਅਦਰ ਦੂਜੇ ਰਿਲੀਜਨ ਵਾਲਿਆਂ ਲਈ ਬੋਲਣਾ ਚਾਹੀਦਾ ਹੈ ਜੇ ਨਹੀਂ ਬੋਲ ਸਕਦੇ ਤੁਸੀਂ ਥੋੜਾ ਉਹਨਾਂ ਨੂੰ ਨਿਖੇਧੀ ਕਰਦਿਆ ਕਰੋ। ਇੱਕ ਗੱਲ ਸਮੀਤ ਗੱਲ ਇਹ ਦੇਖੋ ਮੈਂ ਆਈ ਐਮ ਸੌਰੀ ਸਮੀਤ ਮੈਂ ਨਾ ਸੁਣਿਆ ਨਹੀਂ ਵੀਰਿਆ ਮੈਂ ਇੱਥੇ ਰੁਜ਼ਗਾਰ ਆਪਣੇ ਤੇ ਬੈਠਾ ਯਕੀਨ ਜਾਣਿਓ ਮੈਂ ਉਹ ਗੱਲ ਸਮੀਤ ਲਾਈਨ ਤੇ ਹੋ ਮੇਰੇ ਖਿਆਲ ਲਾਈਨ ਕੱਟ ਗਈ ਮੈਂ ਮਾਫੀ ਚਾਹੁੰਦਾ ਕਿ ਮੈਂ ਉਹ ਗੱਲ ਸੁਣੀ ਨਹੀਂ ਜੇ ਸੁਣੀ ਹੁੰਦੀ ਤਾਂ ਮੈਂ ਜ਼ਰੂਰ ਉਸ ਦੀ ਆਲੋਚਨਾ ਕਰਦਾ ਕਿਉਂਕਿ ਅੱਗੇ ਵੀ ਮੈਂ ਭਾਵੇਂ ਕੋਈ ਬੀਫ ਚੜਾ ਕੇ ਖਾਂਦਾ ਹੈ ਤੇ ਮੈਂ ਉਹਨਾਂ ਦੀ ਵੀ ਆਲੋਚਨਾ ਕਰਦਾ ਕਿ ਇਹ ਚੀਜ਼ ਨਹੀਂ ਹੈ ਅਸੀਂ ਇਸ ਤੋਂ ਗੁਰੇਜ਼ ਕਰੀਏ। ਸੁਮੀਤ ਆਈ ਐਮ ਸੌਰੀ ਜੇ ਤੁਹਾਡੀਆਂ ਫੀਲਿੰਗਸ ਹਰਟ ਹੋਈਆਂ ਕਿਉਂਕਿ ਮੈਂ ਤਾਂ ਖੁਦ ਕਹਿਣਾ ਕਿ ਤੁਸੀਂ ਉਹਨਾਂ ਨੂੰ ਇਦਾਂ ਕਹਿੰਦੇ ਹੋ ਮੈਂ ਕਿੰਨੀ ਵਾਰ ਇਸ ਦਾ ਖੰਡਨ ਕਰਦਾ ਮੈਂ ਤੁਹਾਨੂੰ ਸਪੈਸ਼ਲੀ ਕਾਲ ਕਰ ਰਿਹਾ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਹੈ ਤੇ ਕਈ ਵਾਰੀ ਹੁੰਦਾ ਨਾ ਕਿ ਮੇਰੇ ਕੋਲ ਆਵਾਜ਼ ਬਹੁਤ ਕਲੀਅਰ ਨਹੀਂ ਆਉਂਦੀ ਏਅਰ ਤੇ ਕਈ ਵਾਰੀ ਕਲੀਅਰ ਜਾਂਦੀ ਹੁੰਦੀ ਹੈ ਸਮੀਤ ਤੇ ਮੇਰੇ ਕੋਲ ਆਵਾਜ਼ ਕਲੀਅਰ ਕਈ ਵਾਰੀ ਨਹੀਂ ਹੁੰਦੀ ਇਦਾਂ ਕਿਤੇ ਨਾ ਕਿਤੇ ਹੋ ਗਿਆ ਹੋਵੇ ਤੇ ਅਦਰਵਾਈਜ਼ ਤੁਸੀਂ ਮੇਰੀਆਂ ਰਿਕਾਰਡਿੰਗਸ ਵੇਖ ਲਓ ਕਿ ਜਿਹੜੇ ਦੂਸਰੇ ਧਰਮ ਦੇ ਅਕੀਦਿਆਂ ਨੂੰ ਭੰਡਦੇ ਆ ਬੰਦੇ ਖਾਸ ਕਰਕੇ ਮੂਤਰ ਪੀਣੇ ਜਾਂ ਇਹ ਲਫ਼ਜ਼ ਆ ਮੈਂ ਵੀਰੇ ਬਹੁਤ ਇਸ ਚੀਜ਼ ਨੂੰ ਹੇਟ ਕਰਦਾ ਤੇ ਕਿਤੇ ਵੈਸੇ ਨਿਕਲ ਗਿਆ ਫਿਰ ਵੀ ਮੈਂ ਰਿਗਰੈਟ ਮਹਿਸੂਸ ਕਰਦਾ ਮੈਨੂੰ ਅਫਸੋਸ ਹੈ ਪਰ ਕਈ ਵਾਰੀ ਨਾ ਮੇਰੇ ਕੋਲ ਕਈ ਕਾਲਰਾਂ ਦੀ ਆਵਾਜ਼ ਕਲੀਅਰ ਨਹੀਂ ਸੁਣਦੀ ਹੁੰਦੀ ਏਅਰ ਤੇ ਠੀਕ ਜਾਂਦੀ ਹੁੰਦੀ ਹੈ ਉਹ ਕਿਤੇ ਇਦਾਂ ਕਹਿ ਗਿਆ ਹੋਣਾ ਕੋਈ ਵੀਰ ਜੀ। ਅੱਛਾ ਹਾਂਜੀ ਨਹੀਂ ਤੁਹਾਨੂੰ ਸੁਣਦੇ ਤਾਂ ਹੀ ਤੁਸੀਂ ਬਹੁਤ ਨਾ ਫਾਈਨ ਲਾਈਨ ਹੁੰਦੀ ਹੈ ਇੱਕ ਜਿਹੜੇ ਪੱਤਰਕਾਰ ਜਦੋਂ ਗੱਲ ਕਰਦਾ ਨਾ ਤੇ ਤੁਸੀਂ ਉਹ ਫਾਈਨ ਲਾਈਨ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਦੇ ਹੋ। ਮੈਂ ਆਪਣੇ ਆਲੇ ਦੁਆਲੇ ਜਿੰਨੇ ਆਲੇ ਦੁਆਲੇ ਸਰਕਲ ਆਪਣੇ ਹਿੰਦੂ ਸਿੱਖ ਮੁਸਲਮਾਨ ਭਰਾ ਹੈਗੇ ਮੈਂ ਸਾਰਿਆਂ ਨੂੰ ਤੁਹਾਡਾ ਲਿੰਕ ਜਦੋਂ ਤੁਹਾਡਾ ਡਨ ਹੁੰਦਾ ਮੈਂ ਉਹਨਾਂ ਨੂੰ ਭੇਜ ਦਿੰਦਾ ਹੁੰਦਾ ਤੇ ਮੈਂ ਇਹ ਵੀ ਨੋਟ ਕੀਤਾ ਉਹਨਾਂ ਨੇ ਤੁਹਾਡਾ ਨੰਬਰ ਵੀ ਸਟੋਰ ਕਰਕੇ ਰੱਖਿਆ ਹੋਇਆ ਸਾਡੇ ਮੇਰੇ ਬੰਦਿਆਂ ਨੇ ਮੈਂ ਜਦੋਂ ਗੱਲ ਹੁੰਦੀ ਹੈ ਮੈਂ ਤੁਹਾਡਾ ਜ਼ਿਕਰ ਕਰ ਦਿੰਦਾ ਬੰਦਾ ਮਤਲਬ ਤੁਹਾਡੀ ਮੈਨੂੰ ਵਧੀਆ ਲੱਗਦੀ ਹੈ ਜਿਹੜੀ ਨਹੀਂ ਕੋਈ ਨਹੀਂ ਤੁਸੀਂ ਨਾ ਆਈ ਐਮ ਸੌਰੀ ਮੈਨੂੰ ਤੁਸੀਂ ਨਾ ਉਹਦਾ ਲਿੰਕ ਦੁਬਾਰਾ ਭੇਜੋ ਮੈਂ ਉਹ ਕਾਲਰ ਦੀ ਆਵਾਜ਼ ਸ਼ਾਇਦ ਪਹਿਚਾਣ ਲਾ ਮੈਂ ਜ਼ਰੂਰ ਆਇੰਦਾ ਤਕੀਦ ਕਰਾਂਗਾ ਉਹਨਾਂ ਨੂੰ ਪਲੀਜ਼। ਹਾਂਜੀ ਕੋਈ ਮਾਜਰੀ ਕਰਕੇ ਸੀਗਾ ਕੋਈ ਮਾਜਰੀ ਤੋਂ ਕੁਛ ਲਾਈਕ ਉਹ ਬੰਦਾ ਕਈਆਂ ਨੂੰ ਇਹ ਵੀ ਚਾਹੀਦਾ ਵੀ ਆਪਣਾ ਪੂਰਾ ਨਾਂ ਦੱਸੋ ਐਂ ਨਾ ਕਰੋ ਵੀ ਇਕੱਲਾ ਪਿੰਡ ਦਾ ਨਾਂ ਦੱਸ ਦਿਓ ਪੂਰਾ ਨਾਂ ਦੱਸ ਦਿਓ ਫਿਰ ਬੰਦਾ ਜ਼ਿਆਦਾ ਕਲੀਅਰ ਹੋ ਜਾਂਦਾ ਜੀ। ਓਕੇ ਥੈਂਕ ਯੂ ਸਮੀਰ ਥੈਂਕ ਯੂ। ਮੁੰਡਾ ਕਹਿੰਦੇ ਬਹੁਤ ਵਧੀਆ ਲੱਗਦਾ ਮੈਂ ਵੀ ਵੈਸੇ ਆਪ ਨੂੰ ਸਪੋਰਟ ਕਰਦਾ ਜਦੋਂ ਮਾਸਟਰ ਮੁੰਡਾ ਕਹਿੰਦੇ ਉਹਨਾਂ ਹਾਸਾ ਥੈਂਕ ਯੂ ਮੈਨੂੰ ਨਿਕਨਾਮ ਮੇਰਾ ਮਾਸਟਰ ਹੀ ਸੀਗਾ ਮੈਨੂੰ ਕਹਿੰਦੇ ਆ ਵੀ ਮਾਸਟਰ ਕੀ ਹਾਲ ਹੈ ਪਾਪੇ ਦੇ ਨਾਂ ਤੇ ਮੈਨੂੰ ਵੀ ਮਾਸਟਰ ਕਹੀ ਗਏ ਉਹ ਮੈਨੂੰ ਯਾਦ ਹੈ ਜਦੋਂ ਪੜ੍ਹਦੇ ਹੁੰਦੇ ਸੀ ਕਾਲਜ ਕਈਆਂ ਨੇ ਬਾਹਰ ਮਿਲਣਾ ਕਹਿਣਗੇ ਉਹਨਾਂ ਨੇ ਮੈਨੂੰ ਮਾਸਟਰ ਕਹਿਣਾ ਯਾਰ ਬੜੀ ਛੋਟੀ ਜਿਹੀ ਉਮਰ 'ਚ ਜੌਬ 'ਚ ਲੱਗ ਗਿਆ ਬੰਦਾ ਹੈ। ਸੋਢੀ ਰੂਪੋ ਵਾਲੀ ਸਵਾਗਤ ਬਾਈ ਜੀ ਗੱਲ ਕਰੋ ਜੀ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ ਜੀ। ਅੱਛਾ ਜੀ ਇਹਨਾਂ ਦਾ ਤਾਂ ਮੈਂ ਦੇਖਿਆ ਭਗਵੰਤ ਮਾਨ ਉਹਨਾਂ ਦੀ ਲਾਈਵ ਵੀ ਦੇਖੀ ਆ ਉੱਥੇ ਹੈ ਤਾਂ ਡਰਾਮਾ ਹੀ ਹੁੰਦਾ ਹੈ ਯਾਨੀ ਕਿ ਇਹ ਜਿੱਦਾਂ ਦਾ ਇਹਦੀਆਂ ਗੈਸਟਾਂ ਦੇ ਵਿੱਚ ਚੁਟਕਲੇ ਸੁਣਾਉਂਦਾ ਸੀ ਉੱਦਾਂ ਦੀ ਇਹ ਗੱਲਾਂ ਉੱਥੇ ਕਰੀ ਜਾਂਦੇ ਆ ਜੀ। ਬਾਕੀ ਨਹੀਂ ਗੱਲਬਾਤ ਇਹਨਾਂ ਦੀ ਧੰਨਵਾਦ ਇਹਨਾਂ ਨੇ NRI ਦਾ ਕੀ ਕਰਨਾ ਕਿ ਉਹ 2017 ਦੇ ਵਿੱਚ ਤਾਂ ਅਸੀਂ ਵੀ ਬਥੇਰੀ ਇਹਨਾਂ ਦੀ ਹੈਲਪ ਕੀਤੀ ਸੀ ਮੈਂ ਵੀ ਖੁਦ ਤੇ ਮੈਂ ਤੁਹਾਨੂੰ 2013 ਤੋਂ ਸੁਣਦਾ ਜਦੋਂ ਅਸੀਂ ਚੰਨ ਪ੍ਰਦੇਸ਼ੀ ਦੇ ਹੁੰਦੇ ਸੀਗੇ ਪਰ ਇਹਨਾਂ ਨੇ ਧੰਨਵਾਦ NRIਆਂ ਦਾ ਕੀ ਕਰਨਾ ਇਹਨਾਂ ਨੇ ਆਪਣੇ ਵੋਟਰਾਂ ਦਾ ਨਹੀਂ ਕੀਤਾ ਨਾ ਸੰਗਰੂਰ ਨਾ
ਕਿਸੇ ਵੀ ਹਲਕੇ ਦੇ ਵਿੱਚ ਜਾ ਕੇ ਇਹਨਾਂ ਨਾਲੋਂ ਤਾਂ ਫੇਰ ਵੀ ਬਾਦਲ ਸਾਹਿਬ ਚੰਗੇ ਰਹਿ ਗਏ, ਚਾਹੇ ਹਾਰ ਵੀ ਗਏ ਫਿਰ ਵੀ ਆਪਣੇ ਹਲਕੇ ਦੇ ਵਿੱਚ ਧੰਨਵਾਦ ਕਰਨ ਜ਼ਰੂਰ ਗਏ। ਹਾਂ, ਕੇਜਰੀਵਾਲ 2017 ਚ ਧੰਨਵਾਦ ਕਰਨ ਵੀ ਨਹੀਂ ਸੀ ਆਇਆ ਪੰਜਾਬ ਚ, ਹਾਰਨ ਤੋਂ ਬਾਅਦ 20 ਸੀਟਾਂ ਸੀ, ਫਿਰ ਵੀ ਉਹਨੇ ਪੰਜਾਬ ਦਾ ਧੰਨਵਾਦ ਕਰਨ ਲਈ ਪੰਜਾਬ ਨਹੀਂ ਸੀ ਆਇਆ ਕੇਜਰੀਵਾਲ 2017 ਚ। ਦੇਖੋ ਜੀ, ਕੇਜਰੀਵਾਲ ਨੇ ਜਿੰਨਾ NRIਆਂ ਦਾ ਪੈਸਾ ਸੀ ਪੰਜਾਬ ਤੋਂ ਇਕੱਠਾ ਹੋਇਆ, ਉਹਨੇ ਸਾਰਾ ਦਿੱਲੀ ਦੇ ਵਿੱਚ ਜਿਹੜੇ ਇਹ ਹੁਣ ਰੌਲਾ ਪਾਉਂਦੇ ਫਿਰਦੇ ਦਿੱਲੀ ਚ ਆਹ ਕਰਤਾ ਆਹ ਕਰਤਾ, ਉਹਨੇ ਆਪਣੇ ਪੱਲਿਓਂ ਨਹੀਂ ਕੁਝ ਕੀਤਾ, ਤੇ ਸਾਰਾ NRIਆਂ ਦਾ ਪੈਸਾ ਤੇ ਪੰਜਾਬ ਦਾ ਪੈਸਾ ਦਿੱਲੀ ਚ ਲੱਗਾ ਆ। ਜੀ ਥੈਂਕ ਯੂ। ਜੀ ਥੈਂਕ ਯੂ। ਇਸੇ ਕਰਕੇ ਮੈਂ ਕਹਿਣਾ ਹੁੰਦਾ ਬਾਈ ਜੀ, ਨਾ ਨੋਟ ਦਿਓ ਨਾ ਸਪੋਰਟ ਦਿਓ, ਵੋਟ ਦਿਓ। NRI ਨੂੰ ਚਾਹੀਦਾ ਕਿ ਆਪਣੀ ਵੋਟ ਉਹ ਹਾਸਲ ਕਰ ਲੈਣ, ਤੇ ਇਸ ਦੌਰਾਨ ਜਿਹੜਾ ਉਹ ਬਿਹਤਰ ਤਰੀਕਾ ਹੈ। ਹੁਣ NRI ਦੀ ਵੋਟ ਬਾਰੇ ਇਹਨਾਂ ਦੇ ਹਰਪਾਲ ਸਿੰਘ ਚੀਮਾ ਆਇਆ ਸੀ ਆਪਣੇ ਰੇਡੀਓ ਤੇ, ਮੈਂ ਸਪੈਸ਼ਲੀ ਕਿਹਾ ਸੀ ਕਿ ਦੇਖੋ ਤੁਹਾਨੂੰ ਜਿਹੜੀ ਨਿਊਟਰਲ ਵੋਟ ਦੀ ਬਹੁਤ ਜ਼ਰੂਰਤ ਹੈ। ਕੀ ਸਰਕਾਰ ਦੇ ਜਿੱਤਣ ਤੋਂ ਬਾਅਦ 2015 ਦਾ ਕਾਨੂੰਨ ਬਣਿਆ, ਆਮ ਆਦਮੀ ਪਾਰਟੀ ਨੇ ਕੋਈ ਕੋਸ਼ਿਸ਼ ਕੀਤੀ ਹੈ ਕਿ NRI ਨੂੰ ਵੋਟ ਦਾ ਰਾਈਟ ਜਿਹੜਾ ਸੁਪਰੀਮ ਕੋਰਟ ਨੇ ਦਵਾਇਆ ਹੋਇਆ ਉਹ ਦਵਾਇਆ ਜਾਵੇ? ਹਰਪਾਲ ਸਿੰਘ ਚੀਮਾ ਨੇ ਜਾ ਕੇ ਕਿਹਾ ਸੀ, ਕਹਿੰਦਾ ਮੈਂ ਕਹਾਂਗਾ ਜਾ ਕੇ ਪ੍ਰਚਾਰ ਕਰਾਂਗਾ। ਇਹਨਾਂ ਦਾ ਗੁਰਪ੍ਰੀਤ ਘੁੱਗੀ ਮਾਸਟਰ ਰਹੇ ਇਲੈਕਸ਼ਨ ਕਮਿਸ਼ਨ ਦੇ, ਉਹਨਾਂ ਨੇ ਇੱਕ ਅਪੀਲ ਨਹੀਂ ਕੀਤੀ। ਕੁਮਾਰ ਵਿਸ਼ਵਾਸ ਜਦੋਂ ਇਹਨਾਂ ਦੀ ਪਾਰਟੀ ਸੀ, NRI ਦਾ ਚੀਫ ਸੀ, ਉਹਨੇ ਇੱਕ ਵਾਰ ਵੀ ਨਹੀਂ NRI ਦੀ ਵੋਟ ਬਾਰੇ ਪੈਰਵਾਈ ਕੀਤੀ। ਤੇ ਯਾਰ ਕਿਉਂਕਿ ਨਿਊਟਰਲ ਵੋਟ ਹੈ, ਸੁਚੇਤ ਵੋਟ ਹੈ, ਤੁਹਾਨੂੰ ਵੋਟ ਦਾ ਰਾਈਟ ਮਿਲਿਆ ਹੋਇਆ, ਨਾ ਤੁਹਾਨੂੰ ਮੋਦੀ ਰਾਈਟ ਦਿੰਦਾ ਤੇ ਨਾ ਤੁਹਾਨੂੰ ਦਿੰਦੀ ਆਮ ਆਦਮੀ ਪਾਰਟੀ। ਦੂਜੇ ਨੇ ਦੇਣਾ ਕੀ ਹੈ, ਕਿਉਂਕਿ ਦੂਜਿਆਂ ਨੂੰ ਲੱਗਦਾ ਕਿ ਸਾਡੇ ਅਗੇਂਸਟ ਨੇ। ਜਿਨ੍ਹਾਂ ਦੇ ਤੁਸੀਂ ਆਪਣੇ ਉਹ ਤੁਹਾਡੀ ਵੋਟ ਬਾਰੇ ਨਹੀਂ ਬੋਲਦੇ। ਮੈਨੂੰ ਦੱਸ ਦਿਓ ਸੁਭਾਸ਼ ਵੀਰ, ਤੇ ਕੀ ਉਮੀਦ ਕਰਦੇ ਹੋ ਇਹਨਾਂ ਦੀ ਨੀਤ ਤੋਂ? ਤੁਸੀਂ ਸਭ ਇੱਕੋ ਥੈਲੇ ਦੇ ਚੱਟੇ ਵਟਿਆ, ਕੋਈ ਵੱਧ ਕੋਈ ਘੱਟ। ਜੀ ਸੁਰਿੰਦਰ, ਚਲੋ ਆਪਾਂ ਚੱਲੀਏ ਵਿਧਾਨ ਸਭਾ 'ਚ ਐਂਟਰੀ ਪਾਈਏ। ਖਿੱਚੋ ਕਰਾਂ ਫਟਾਫਟ, ਛੱਡੋ ਫਰਸ਼ ਫੁਰਸ਼ ਦਾ ਕਿਹੜਾ, ਕੋਈ ਨਹੀਂ ਹੋ ਗਿਆ। ਆਲੋਚਨਾ ਕਰਦੇ ਆ, ਕੋਈ ਨਹੀਂ ਗੱਲ, ਬੰਦ ਕਰ ਦੇਣਾ ਭਾਈ, ਪੋਸਟ ਡਿਲੀਟ ਕਰ ਦੇਣਾ ਮੈਂ, ਕਰ ਦੇ। ਕਿਉਂ ਕਰ ਦੋ, ਜਿਹੜੀ ਪਾਰਟੀ ਕਿਸੇ ਨੂੰ ਚੰਗੀ ਲੱਗਦੀ ਦੇਖ ਲਾ, ਨਹੀਂ ਲੱਗਦੀ ਤੇ ਨਾ ਜੀ ਨਹੀਂ ਮਾਈਂਡ ਕਰਦੇ, ਮੈਂ ਕਰ ਦਿੰਦਾ। ਨਹੀਂ ਤਾਂ ਹੋਰ ਦੱਸੋ ਭਾਈ। ਅੱਛਾ, ਨਾਲੇ ਉਹ ਮੈਂ ਸੌਰੀ ਚਾਹੁੰਦਾ ਕਿ ਦੇਖੋ ਮੈਨੂੰ ਬਹੁਤ ਸ਼ਰਮ ਆਈ। ਸੁਮੀਤ ਹੋਰਾਂ ਨੇ ਕਿਹਾ, ਮੇਰੀ ਸੁਮੀਤ ਹੋਰਾਂ ਨੂੰ ਬੇਨਤੀ ਵੀ ਹੈ ਕਿ ਜਿਹੜੇ ਆਖੇ ਨੇ ਕਿਸੇ ਨੇ ਕਿਹਾ ਕਿ ਗੋਬਰ ਖਾਣੀ ਕੌਮ ਬਲਾਬਲਾ, ਇਹਦਾ ਮੈਨੂੰ ਲਫ਼ਜ਼ ਤੇ ਮੈਨੂੰ ਤੁਸੀਂ ਉਹਨਾਂ ਨੂੰ ਨਹੀਂ ਕਿਹਾ, ਸ਼ਾਇਦ ਮੈਨੂੰ ਕਿਹਾ। ਇਸ ਕਰਕੇ ਜੇ ਤੁਸੀਂ ਠੀਕ ਹੈ, ਤੁਹਾਡੀ ਪੜਾਸ ਹੋ ਸਕਦੀ, ਆਪਣੇ ਮੰਚ ਤੋਂ ਜਾ ਕੇ ਕੱਢ ਲਓ, ਆਪਣੀ ਫੇਸਬੁੱਕ ਉਹਦੇ ਤੋਂ ਕੱਢ ਲਓ, ਪਰ ਕਿਸੇ ਵੀ ਕੌਮ ਕਮਿਊਨਿਟੀ ਨੂੰ ਇਦਾਂ ਨਾ ਕਹੋ। ਇਹ ਸ਼ਰਮ ਮੈਨੂੰ ਮਹਿਸੂਸ ਹੋ ਰਹੀ ਹੈ ਅੱਜ। ਉਸ ਵੀਰ ਨੂੰ ਵੀ ਮੈਂ ਕਹਿਣਾ, ਜਿਹਨੇ ਵੀ ਕਿਹਾ ਹੈਗਾ ਇਹ ਗਲਤ ਗੱਲ ਹੈ, ਇਹ ਨਾ ਕਹੀਏ। ਕੱਲ ਨੂੰ ਅਗਲਾ ਤੁਹਾਨੂੰ ਕੁਝ ਕਹੇਗਾ, ਫਿਰ ਸਵਾਦ ਆਊ। ਹਜ਼ਰਤ ਮੁਹੰਮਦ ਸਾਹਿਬ ਦੀ ਟਿੱਪਣੀ ਤੋਂ ਬਾਅਦ ਹੋ ਕੀ ਰਿਹਾ? ਇਸ ਕਰਕੇ ਆਪਸ 'ਚ ਲੜ ਕੇ ਕੋਈ ਫਾਇਦਾ ਨਹੀਂ ਹੈ। ਇਹਨਾਂ ਨੇ ਤੁਹਾਨੂੰ ਲੜਾਉਣਾ। ਕਿਸੇ ਦਾ ਅਕੀਦਾ ਕੋਈ ਕੁਝ ਖਾਵੇ ਨਾ ਖਾਵੇ, ਨਾਲੇ ਮਾਫ ਕਰਨਾ, ਜੋ ਮੈਨੂੰ ਲੱਗਦਾ ਕਿ 90-95% ਤੋਂ ਵੱਧ ਹਿੰਦੂ ਭਰਾ ਇਹਨਾਂ ਚੀਜ਼ਾਂ 'ਚ ਬਹੁਤਾ ਵਿਸ਼ਵਾਸ ਨਹੀਂ ਕਰਦੇ, ਮੂਤਰ ਪੂਜਨ 'ਚ। ਉਸ 'ਚ ਕੁਝ ਲੋਕ ਹੈਗੇ ਨੇ 5-10% ਉਹਨਾਂ ਦੀ ਇੱਛਾ। ਮਰਾਰਜੀ ਦੇਸਾਈ ਸੀ, ਸਿਹਤ ਦੇ ਨਜ਼ਰੀਏ ਤੋਂ ਯੂਰਨ ਪੀਂਦਾ ਸੀ, ਉਹਦਾ ਕੋਈ ਅਕੀਦਾ ਹੋ ਸਕਦਾ ਕਿ ਕਈ ਗੈਰ ਹਿੰਦੂ ਵੀ ਇਹਦਾ ਸੇਵਨ ਕਰਦੇ ਹੋਣ ਮੈਡੀਸਨ ਦੇ ਤੌਰ ਤੇ। ਲੋਕਾਂ ਦੀ ਮਾਨਸਿਕਤਾ ਹੈ, ਪਰ ਕਿਸੇ ਕੌਮ ਕਮਿਊਨਿਟੀ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ। ਇਸ ਗੱਲ ਦਾ ਮੈਂ ਪੁਰਜ਼ੋਰ ਨਿੰਦਾ ਕਰਦਾ। ਤੇ ਉਸ ਵੀਰ ਨੇ ਵੀ ਜਿਹਨੇ ਕਿਹਾ, ਤੇ ਉਹ ਆਪਣੀ ਗੱਲ ਜਿਹੜੀ ਹੈ ਉਸ ਤੇ ਅਫਸੋਸ ਪ੍ਰਗਟਾਵਾ ਕਰੇ, ਜਾਂ ਅੱਗੇ ਤੋਂ ਆਇੰਦਾ ਇਸ ਤਰ੍ਹਾਂ ਦੀ ਹਰਕਤ ਨਾ ਕਰੇ, ਨਹੀਂ ਤੇ ਫਿਰ ਮੈਨੂੰ ਬਲੌਕ ਕਰਨਾ ਪੈਣਾ। ਜੀ ਸੁਰਿੰਦਰ ਬਾਈ ਜੀ, ਬਲਦੇਵ ਸਿੰਘ ਦੀ ਕਾਲ ਲੈ ਲਾ ਮੈਂ, ਬਠਿੰਡੇ ਵਾਲਾਂ ਦੀ। ਬਿਮਾਰ ਠਮਾਰ ਚੱਲਦੇ ਨੇ, ਹਾਲ ਚਾਲ ਇਹਨਾਂ ਦਾ ਪੁੱਛ ਲਈਏ ਪਹਿਲਾਂ। ਬਲਦੇਵ ਵੀਰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸਤਿ ਸ਼੍ਰੀ ਅਕਾਲ। ਸਰਦਾਰ ਸੁਰਿੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਮੇਰੇ ਬਿਨੋ ਸਪੈਸ਼ਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਿਹਤ ਵਧੀਆ? ਹਾਂਜੀ, ਸਿਹਤ ਠੀਕ ਠਾਕ ਆ ਗਈ। ਉਹਦੇ ਬਾਰੇ ਟਵਾਣਾ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਆਮ ਆਦਮੀ ਮੈਂ ਇੱਥੇ ਜਗਰੂਪ ਸਿੰਘ ਗਿੱਲ ਦੀ ਬੜੀ ਖੁੱਲੀ ਮਦਦ ਕੀਤੀ। 5 ਨੰਬਰ ਵਾਰਡ ਦੀ ਮੀਟਿੰਗ ਮੇਰੇ ਘਰੇ ਸੀ। ਮੈਂ ਉਹਦੇ ਕੋਲੇ 2 ਵਾਰੀ ਗਿਆ ਤੇ ਮੇਰੀ ਗੱਲ ਹੀ ਨਹੀਂ ਸੁਣੀ। ਨਾਲੇ ਉਹਨੂੰ ਇਹ ਸਾਰੇ ਮੇਰੇ ਵਾਲੇ ਕੇਸ ਬਾਰੇ ਪਤਾ ਗਾ। ਕੋਈ ਨਹੀਂ ਕਹਿੰਦਾ, ਬਸ ਹੁਣ ਇਹ ਤੋਂ ਮਕਾ ਕਰ ਵੀ 3 ਇੱਥੇ ਪੁਲਿਸ ਵਾਲੇ ਨਹੀਂ ਬਦਲੇ ਗਏ ਜਿਹੜੇ ਮਨਪ੍ਰੀਤ ਬਾਦਲ ਦੇ ਲਵਾਏ ਹੋਏ ਆ। ਹਾਲਾਂਕਿ ਤੁਹਾਡੀ ਕਰੋੜਾਂ ਦੀ ਪ੍ਰਾਪਰਟੀ ਤੇ ਕਬਜ਼ਾ ਇਸੇ ਕਰਕੇ ਹੋਇਆ ਕਿ ਤੁਸੀਂ ਅਕਾਲੀਆਂ ਦੀ ਸਪੋਰਟ ਕਰਦੇ ਹੋ ਨਾ? ਸੌਰੀ, ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਹੋ। ਮੈਂ ਆਮ ਆਦਮੀ ਦੀ ਸਪੋਰਟ ਕੀਤੀ ਸੀ। ਝੰਡਾ ਲਾਇਆ ਸੀ ਤੁਸੀਂ ਆਮ ਆਦਮੀ ਪਾਰਟੀ ਦਾ।
ਤੁਸੀਂ ਆਮ ਆਦਮੀ ਪਾਰਟੀ ਦਾ 17 ਚ ਝੰਡਾ ਲਾਇਆ ਸੀ ਨਾ, ਉਹਦਾ ਖਮਿਆਜਾ ਅੱਜ ਤੱਕ ਉਹਦਾ ਖਮਿਆਜਾ ਮੈਂ ਭੁਗਤੀ ਜਾਣਾ। ਉਹ ਤੋਂ ਬਾਅਦ ਫਿਰ ਐਤਕੀ ਮੈਂ ਜਮਾ ਸ਼ਰੇਆਮ ਹੀ ਕੀਤੀ ਹੈਗੀ। ਆਪਾਂ ਡਰੇ ਨਹੀਂ ਕਿਸੇ ਤੋਂ, ਡਰਨ ਵਾਲੇ ਤਾਂ ਦੇਣੀ ਨਹੀਂ ਜੰਮੇ। ਬਿਲਕੁਲ। ਹੁਣ ਜਦੋਂ ਮੈਂ ਆ ਗਿਆ, ਪਹਿਲਾਂ ਉਹ ਬੰਦੇ ਕਬਜ਼ਾ ਕਰਕੇ ਰਾਤ ਨੂੰ ਤਾਲਾ ਤੋੜ ਕੇ, ਹੁਣ 4.5 ਸਾਲ ਹੋ ਗਏ ਇੱਧਰਲੀ ਗਲੀ ਨਹੀਂ ਲੰਘਦੇ ਮੇਰੇ ਵਾਲੀ। ਜੀ ਬਸ ਇਹਨਾਂ ਦੇ ਪੱਲੇ ਹੈ ਨੀ ਗਾ ਆਮ ਆਦਮੀ ਪਾਰਟੀ ਦੇ, ਮਤਲਬ ਇਮੋਸ਼ਨ ਕੈਸ਼ ਕਰਦੇ ਨੇ ਬਲਦੇਵ ਵੀਰ, ਕਿਉਂਕਿ ਪਹਿਲੀਆਂ ਤੋਂ ਲੋਕ ਪੀੜਤ ਨੇ, ਲੋਕ ਨਵਿਆਂ ਨੂੰ ਲੱਭਦੇ ਆ ਤੇ ਨਵਿਆਂ ਨੂੰ ਠੀਕ ਹੈ, ਦੂਸਰਿਆਂ ਨਾਲੋਂ ਬੈਟਰ ਨੇ। ਅਸੀਂ NRIਆਂ ਨੇ ਨਾ ਗਲਤੀ ਬਹੁਤ ਕੀਤੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਕੇ। ਹੱਲ ਕੋਈ ਨਹੀਂ ਬਾਈ ਜੀ, ਦੁੱਧ ਦਾ ਸੜਿਆ ਨਾ ਲੱਸੀ ਨੂੰ ਫੂਕ ਮਾਰਦਾ, ਤੁਹਾਡਾ ਕਸੂਰ ਨਹੀਂ, ਇਹ ਮਨੁੱਖੀ ਸੁਭਾਅ ਹੈ। ਸੋ ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ ਇਮਾਨਦਾਰੀ ਨਾਲ ਕੰਮ ਕਰੋ, NRI ਕੋਰਟਾਂ ਤੇ ਕੰਮ ਕਰੋ, NRI ਥਾਣਿਆਂ ਤੇ ਕੰਮ ਕਰੋ, ਜਿਹੜੇ ਲੋਕ ਪੀੜਤ ਨੇ ਉਹਨਾਂ ਦੀ ਮਦਦ ਕਰੋ, ਲੋਕ ਆਪੇ ਤੁਹਾਨੂੰ ਗੱਲ ਲਾਉਣਗੇ। ਕਰਤਾਰ ਸਿੰਘ ਸੰਧਮਾ ਸਾਡਾ ਰਿਸ਼ਤੇਦਾਰ ਆ, ਉਹ ਵੀ ਆਇਆ ਮੇਰੇ ਕੋਲੇ, ਕਹਿੰਦਾ ਆਪਣੀ ਗਵਰਨਮੈਂਟ ਆ ਜਾਣ ਦੇ, ਕਹਿੰਦਾ ਫੇਰ ਗੱਲ ਕਰਾਂਗੇ। ਉਹਦੇ ਨਾਲ ਮੇਰੀ ਇੱਕ ਵਾਰੀ ਗੱਲ ਹੋਈ ਆ, ਇੱਥੇ ਬਠਿੰਡੇ ਉਹਦੇ ਸਹੁਰੇ ਆ ਗਏ, ਜਾਂ ਇੱਧਰ ਮੇਰੇ ਵੀ ਨਹੀਂ ਗੇੜਾ ਮਾਰ ਸਕਦਾ, ਬਲਦੇਵ ਸਿੰਘ ਘਰੇ ਆ, ਰਿਸ਼ਤੇਦਾਰ ਕੋਲੇ ਤਾਂ ਰਿਸ਼ਤੇਦਾਰ ਆਉਂਦਾ ਹੀ ਆ। ਕੋਈ ਨਹੀਂ, ਸੁਰਿੰਦਰ ਦੀ ਲਿਹਾਜ਼ ਹੀ ਕੰਮ ਆਉਣੀ ਆ ਤੁਹਾਡੇ। ਹੈ ਸੁਰਿੰਦਰ ਸਿੰਘ ਦੀ ਲਿਹਾਜ਼ ਹੀ ਕੰਮ ਆਉਣੀ ਆ, ਉਹ ਤਾਂ ਪਤਾ ਹੀ ਹੈ। ਸੁਰਿੰਦਰ ਸਿੰਘ ਨੂੰ ਤਾਂ ਮੈਂ ਨੇ ਕੰਮ ਨਹੀਂ ਆਉਣਾ। ਜਿੰਨਾ ਚਿਰ ਇਹਦਾ ਪ੍ਰੋਗਰਾਮ ਨਾ ਸੁਣੀ, ਉਦੋਂ ਬਿਮਾਰ ਹੋ ਗਿਆ ਸੀ ਜਦੋਂ, ਤੇ ਬਹੁਤ ਔਖੇ ਸੀਗੇ ਉਦੋਂ। ਪ੍ਰੋਗਰਾਮ ਜੇ ਆਪਾਂ ਪੂਰਾ ਕਰਦੇ ਤਾਂ ਰਹੇ, ਪਰ ਉਹ ਗੱਲ ਨਹੀਂ ਬਣਦੀ। ਕੋਈ ਨਹੀਂ ਕਰਾਉਣੇ ਆ ਤੁਹਾਡਾ ਕੇਸ ਸੋਲਵ ਬਾਈ ਜੀ। ਮੈਂ ਕਿਸੇ ਦਾ ਫਾਊਂਟ ਐਂਡ ਵੀ ਨਹੀਂ ਕਰਦਾ, ਜਿੰਨੀ ਕੁ ਵੀ ਬਿੱਤ ਲਾਵਾਂਗੇ, ਕੋਈ ਨਹੀਂ ਕਰਾਂਗੇ ਹੱਲ, ਘਬਰਾਓ ਨਾ। ਥੈਂਕ ਯੂ ਬੁਲਾਵਾਂਗੇ। ਸੁਰਿੰਦਰ ਸਿੰਘ ਨੂੰ ਮੈਸੇਜ ਭੇਜ ਦਿੱਤਾ ਮੈਂ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੁਰਿੰਦਰ ਜੀ, ਸਮਾਪਤੀਆਂ ਵੱਲ ਨੂੰ ਆਈਏ। ਗਰਮੀ ਨੇ ਚੀਕਾਂ ਕਢਾਈਆਂ ਪਈਆਂ ਵੀਰ, ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਨੇ। 66 ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤੇ ਪ੍ਰਤੀ ਘੰਟਾ ਦੇ ਹਿਸਾਬ ਨਾਲ ਅੱਛੇ ਵੇਜਸ ਪੇ ਕਰਦੇ ਨੇ। ਸੋ ਡਰਾਈਵਿੰਗ ਦੀ ਜੌਬ ਦੇ ਵਾਸਤੇ ਤੇ 66 ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਲਡ ਸਰਵਿਸ ਤੋਂ ਜਗਦੇਵ ਸਿੰਘ ਹੋਰਾਂ ਦਾ ਨੰਬਰ ਨੋਟ ਕਰ ਲਓ। ਧੰਨਵਾਦ ਉਹਨਾਂ ਦਾ ਵੀ। ਜੀ ਸੁਰਿੰਦਰ, ਕੰਟੀਨਿਊ ਪਲੀਜ਼। ਮੇਰੇ ਖਿਆਲ ਆਪਾਂ ਸਪੂਲਰ ਨਾਲ ਲਾ ਲਈਏ, ਸਰੋਂ ਦੇ ਤੇਲ ਵਾਲਾ, ਪੀਲੀ ਸਰੋਂ ਵਾਲਾ। ਹਾਂ ਲੈ ਆਉਂਦੇ 5-4 ਕਿਲੋ ਮੰਗਾ ਲੈਨੇ ਆ ਤੇ ਬੀਜ ਦਿੰਨੇ ਆ। 5-4 ਕਿਲੋ ਕੁਆਂਟਲ ਨਹੀਂ 5-4 ਕਿਲੋ ਲਿਆ ਕੇ ਬੀਜ ਲੈਨੇ, ਮੁੜ ਕੇ ਅਗਲੇ ਸਾਲ ਹੋ ਜੂਗੀ, ਫਿਰ ਲਾ ਦਿੰਨੇ ਆ। ਤੇ ਸ਼ੁਰੂ ਕਰਾਂਗੇ ਆਮ ਆਦਮੀ ਪਾਰਟੀ ਵਾਲਿਆਂ ਕੋਲ, ਸਾਰਿਆਂ ਨੂੰ ਇੱਕ ਬੋਤਲ ਫੜਾਈ ਚੱਲਾਂਗੇ, ਕਵਾਂਗੇ ਪੀਲੀ ਸਰੋਂ ਦਾ ਤੇਲ। ਹਾਂ, ਤੇ ਤੜਕਾ ਵੀ ਇਹਦਾ ਹੀ ਲਾਉਣਾ। ਆਪਣੇ ਵਾਲੀ ਫੌਜ ਵੱਲ ਨੂੰ ਵੀ ਆਉਣਾ। ਹੁਣ ਤੁਸੀਂ ਵੇਖੋ ਕਿ ਮੁਕੱਦਰ ਜੀ ਦੀ ਮੈਂ ਕਾਲ ਲਾਈ ਲਵਾਂ, ਨਹੀਂ ਇਹਨਾਂ ਨੇ ਵੀ ਨਾਰਾਜ਼ ਹੋਣਾ। ਸੋ ਸਾਡਾ ਵੀ ਸੰਧਵਾ ਸਾਹਿਬ ਜਿਵੇਂ ਕਹਿੰਦੇ ਸੀ, ਜਿੰਦ ਕੱਲੀ ਤੇ ਮਲਾਜਦਾਰ ਵਾਲੇ। ਮੁਕੱਦਰ, ਸਵਾਗਤ ਹੈ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਜੀ ਜਿਹੜੀ ਤੁਸੀਂ ਵਿਧਾਨ ਸਭਾ ਦੀ ਪਹਿਲੀ ਗੱਲ ਤਾਂ ਅਸਲ ਦੇ ਵਿੱਚ ਨਾ ਜੀ, ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਨਵੇਂ ਨੇ, ਭਗਵੰਤ ਮਾਨ ਵੀ ਚਲੋ ਠੀਕ ਹੈ, ਇਮਾਨਦਾਰ ਨੇ, ਉਹ ਇੱਥੇ ਉਮੀਦ ਨਾਲ ਕਰੀਦੀ ਹੈ ਵੀ ਚਲੋ ਵਧੀਆ ਕੰਮ ਕਰਨੇ, ਜਿੱਥੇ ਗਲਤੀ ਕਰਦੇ ਨੇ ਉੱਥੇ ਸੁਧਾਰ ਹੋਵੇ। ਤੇ ਕੋਈ ਇਹਨਾਂ ਨਾਲ ਐ ਨਹੀਂ ਹੈਗਾ ਵੀ ਕੋਈ ਇਹਨਾਂ ਦੂਜੇ ਕੋਈ ਚੰਗੇ ਨਹੀਂ ਸੀ ਹੈਗੇ ਜਿਹੜੇ ਪਹਿਲਾਂ ਸੀ, ਆਪਾਂ ਨੂੰ ਪਤਾ ਹੀ ਹੈ ਜੋ ਵੀ ਹੋਇਆ। ਤੇ ਦੂਜੀ ਗੱਲ, ਜਿਹੜਾ ਵਿਧਾਨ ਸਭਾ ਦੇ ਵਿੱਚ ਲਾਈਵ ਵਾਲੀ, ਉਹ ਵੀ ਇੱਕ ਮੈਂ ਨਾ ਪੁਆਇੰਟ ਇਹ ਵੀ ਹੈਗਾ ਵੀ ਇਹ ਸਾਰੇ ਨਵੇਂ ਨੇ, ਦੂਜਿਆਂ ਨੂੰ ਪਤਾ ਸੀ ਆਪਣੀਆਂ ਸਾਰੀਆਂ ਕਰਤੂਤਾਂ ਦਾ, ਇਹਨਾਂ ਨੂੰ ਪਤਾ ਵੀ ਲਾਈਵ ਦੇ ਵਿੱਚ ਜਿਆਦਾ ਦੀ ਬਦਨਾਮੀ ਉਹਨਾਂ ਦੀ ਹੋਈ ਹੋਣੀ ਹੈ, ਵੀ ਜਿੰਨਾ ਵੀ ਲਾਈਵ ਦਿਖਾਵਾਂਗੇ ਉਹ ਵੀ ਇਹਨਾਂ ਦਾ ਪਲੱਸ ਪੁਆਇੰਟ ਹੈ ਜੀ। ਬਾਕੀ ਮੈਂ ਅੱਜ ਮਾਨ ਸਾਹਿਬ ਦੀ ਸੁਣ ਰਿਹਾ ਸੀ, ਜਦੋਂ ਉਹ ਕਹਿ ਰਹੇ ਸੀ ਉੱਥੇ ਵੀ ਤੁਸੀਂ ਆਪਣਾ ਮਨਮੋਹਨ ਸਿੰਘ ਨੂੰ ਘੱਲਿਆ ਜਾਂ ਫਲਾਣੇ ਨੂੰ ਇੱਥੇ ਲਿਆਏ ਜਾਂ ਦੂਜੇ ਨੂੰ, ਉਹ ਗੱਲ ਇਹ ਪਤਾ ਨਹੀਂ ਕਿਉਂ ਨਹੀਂ ਸੋਚਦੇ, ਜਾਂ ਇਹਨਾਂ ਨੂੰ ਪਤਾ ਹੈਗਾ ਜਾਣ ਕੇ ਉਹ ਕਰਦੇ ਨੇ। ਵੀ ਫਿਰ ਗੱਲ ਤਾਂ ਉਹੀ, ਜੇ ਉਹਨਾਂ ਨੇ ਵੀ ਇਹੀ ਕੀਤਾ ਤੇ ਤੁਸੀਂ ਵੀ ਕੀਤਾ, ਤਾਂ ਫਰਕ ਤਾਂ ਕੋਈ ਨਹੀਂ ਹੈਗਾ ਜੀ। ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ ਉੱਤੇ ਅੱਜ ਟਿੱਪਣੀ ਕਰ ਰਹੇ ਸੀ ਭਗਵੰਤ ਮਾਨ ਸਾਹਿਬ ਵੀ ਤੁਸੀਂ ਸਾਨੂੰ ਕਹਿੰਦੇ ਹੋ, ਖੈਰੇ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਵੀ ਤੁਸੀਂ ਕੀ ਕੀਤਾ। ਪਰ ਉਹ ਤੁਸੀਂ ਦਾ ਤਾਂ ਹੀ ਹੈ ਨਾ ਜੀ, ਤੁਹਾਡਾ ਦਾ ਤਾਂ ਹੀ ਆਪਾਂ ਨੂੰ ਉਹ ਹੋਊਗਾ ਨਾ ਵੀ ਤੁਸੀਂ ਦੂਜਿਆਂ ਤੋਂ ਵੱਖ ਚੱਲੋਗੇ ਨਾ। ਹਾਂ ਬਿਲਕੁਲ, ਥੈਂਕ ਯੂ। ਹਾਂਜੀ, ਜੇ ਤੁਸੀਂ ਏਦਾਂ ਦੀਆਂ ਟਿੱਪਣੀਆਂ ਕਰਦੇ ਹੋ ਫਿਰ ਉੱਥੇ ਤਾਂ ਸੋਚਣਾ ਪਊਗਾ, ਤੁਸੀਂ ਉਹਨਾਂ ਦੇ ਬਰਾਬਰ ਥੋੜੀ ਕਰਨਾ, ਉਹਨਾਂ ਨੂੰ ਵਧੀਆ ਹੋ ਕੇ ਦਿਖਾਉਣਾ। ਉਹਨਾਂ ਨਾਲੋਂ ਉਹਨਾਂ ਦਾ ਫਿਰ ਫਰਕ ਕੀ ਰਹਿ ਗਿਆ। ਥੈਂਕ ਯੂ ਮੁਕੱਦਰ ਜੀ। ਰਿਸ਼ਪਾਲ ਸਿੰਘ, ਸਵਾਗਤ ਹੈ ਬਾਈ ਜੀ ਚੱਲ ਸਾਹਿਬ ਆਸਟ੍ਰੇਲੀਆ ਤੋਂ। ਹਾਂਜੀ ਬਾਈ ਜੀ, ਮੈਂ ਦੁਬਾਰਾ ਆਇਆ, ਉਹ ਗੱਲ ਯਾਦ ਆ ਗਈ ਬਾਈ ਸਮੀਤ ਵਾਲੀ ਤੋਂ। ਮੇਰਾ ਨਾ ਕੋਈ ਮਿੱਤਰ ਹੈ ਇੰਡੀਆ,
ਫੇਸਬੁੱਕ ਤੇ ਉਹਨੇ ਕਮੈਂਟ ਕਰਤਾ ਆਪਣਾ ਗਣੇਸ਼ ਜੀ ਦੇ, ਕਿਸੇ ਨੇ ਫੋਟੋ ਪਾਈ ਹੋਈ ਸੀ ਤੇ ਥੱਲੇ ਵੀ ਐ ਕਿਵੇਂ ਹੋ ਜੂ, ਇਹ ਤਾਂ ਝੂਠ ਹੈ, ਐਵੇਂ ਗਲਤ ਕਰਦੇ ਨੇ, ਮਾੜਾ ਮੋਟਾ ਮੰਦੀ ਭਾਸ਼ਾ ਵੀ ਵਰਤੀ, ਉਦਾਂ ਹੀ ਵੀ ਜਾਤੀ ਸੂਚਕ ਸ਼ਬਦ ਕਹਿ ਲਓ। ਤੇ ਫਿਰ ਉਹਦੇ ਥੱਲੇ ਮੈਂ ਕਮੈਂਟ ਕਰਤਾ, ਮੈਂ ਕਿਹਾ ਜਦੋਂ ਅਗਲੇ ਕਹਿੰਦੇ ਨੇ ਵੀ ਫਿਰ ਆਪਣਾ ਬਿਨਾਂ ਸਿਰ ਤੋਂ ਕਿਵੇਂ ਲੜ ਲੂ ਕੋਈ, ਜਾਂ ਹੱਥ ਨਾਲ ਪਹਾੜ ਕਿਵੇਂ ਰੋਕ ਲੂ ਕੋਈ, ਫਿਰ ਤੁਹਾਡੇ ਕਾਹ ਤੋਂ ਚੀਕ ਨਿਕਲਦੀ ਹੈ, ਫਿਰ ਤੁਸੀਂ ਜਵਾਬ ਦਿਆ ਕਰੋ ਹਨਾ। ਜਦੋਂ ਹੁਣ ਜੀ ਤਾਂ ਕਿਸੇ ਨੂੰ ਜੀ ਕਰਦਾ ਮੰਨਣ ਦੋ ਯਾਰ, ਤੁਹਾਡਾ ਨੁਕਸਾਨ ਕੀ ਹੈ ਉਹਦੇ ਵਿੱਚ, ਹਰੇਕ ਬੰਦੇ ਦੀ ਆਪਣੀ ਸ਼ਰਧਾ ਹੈ ਨਾ ਆਪਣੀ। ਹਾਂ ਬਿਲਕੁਲ, ਜਿਹੜਾ ਕੋਈ ਲੋੜ ਤੋਂ ਜ਼ਿਆਦਾ ਹੋਏਗਾ ਬਾਂਦਰ ਲੰਡਾ ਅਗਲੇ ਦਾ, ਉਹ ਤੁਹਾਨੂੰ ਕੀ ਹੈ ਨਾ। ਹੁਣ ਏਦਾਂ ਕਰਾਮਾਤਾਂ ਤਾਂ ਸਿੱਖ ਧਰਮ ਚ ਬਹੁਤ ਨੇ ਹੈ ਨਾ। ਤੇ ਤਾਂ ਉਹੀ ਮੈਂ ਉਦੋਂ ਵਾਲੀ ਗੱਲ ਜੀ, ਬੜੀ ਨਫ਼ਰਤ ਫੈਲ ਰਹੀ ਆ ਇੱਥੇ। ਮਤਲਬ ਸਾਡੇ ਮੈਲਬਨ ਦੇ ਵਿੱਚ ਕੀ ਕੁਛ ਨਹੀਂ ਹੋਇਆ, ਪਾਰਲੀਮੈਂਟ ਦੇ ਮੂਹਰੇ ਇਕੱਠੇ ਹੋ ਗਏ ਹਿੰਦੂ ਸਿੱਖ ਨਫ਼ਰਤ, ਉਹੀ ਤੇ ਜਲੂਸ ਨਿਕਲਿਆ ਪਿਆ ਜੀ ਇੱਥੇ ਵੀ। ਪਤਾ ਨਹੀਂ ਲੋਕਾਂ ਦੇ ਵਿੱਚ ਇੰਨੀ ਕੜਤਨ ਕਾਹਤੋਂ ਹੈ ਇਹ ਚੀਜ਼ਾਂ ਨੂੰ ਲੈ ਕੇ, ਵੀ ਤੁਸੀਂ ਕੰਮ ਕਰੋ ਆਪਣੇ ਹੋਰ ਵਧਾਤਾ। ਬਿਲਕੁਲ ਇਹਦੇ ਗਲਤ, ਤੇ ਜਿਹੜੀ ਗਲਤ ਹੈ ਤੇ ਟੋਪੀ ਵਾਲੀ ਗੱਲ ਕਹਿਣ ਦੀ ਕੀ ਲੋੜ ਸੀ ਜੀ, ਠੀਕ ਹੈ। ਵਿੱਚੋਂ ਗਾਣੇ ਦੇ ਬਹਾਨੇ ਕੱਢਣੀ ਆਪਣੀ ਨਿੱਜੀ, ਕਿਹੜਾ ਮੈਚੋਰਿਟੀ ਹੈ ਨਹੀਂ, ਸਿਰਫ ਹੈ ਕੁਛ ਨਹੀਂ ਕੱਢਣ ਪਾਉਣ। ਧੰਨਵਾਦ, ਥੈਂਕ ਯੂ। ਉਹਦੇ ਵਿੱਚ ਦੇਖੋ ਕਿ ਟੋਪੀ ਦੇ ਵਿੱਚ ਜਾਂ ਉਹਦੇ ਚ ਆਮ ਆਦਮੀ ਪਾਰਟੀ ਨੂੰ ਟਾਰਗੇਟ ਕੀਤਾ ਗਿਆ ਹੈ ਨਾ, ਉਹ ਪੋਲੀਟੀਕਲ ਮਾਈਲੇਜ ਆ ਉਹਦੇ ਚ। ਹੁਣ ਕੀ ਦੇਖੋ, ਸਿੱਧੂ ਮੂਸੇਵਾਲਾ ਉਹਦੀ ਮੰਮੀ ਨੇ ਕੀ ਉਹਦੇ ਬਚਪਨ ਚ ਟੋਪੀਆਂ ਬੁਣ ਕੇ ਨਹੀਂ ਪਾਈਆਂ ਹੋਣੀਆਂ? ਕੀ ਰਾਤ ਨੂੰ ਕੈਪ ਨਹੀਂ ਲੈਂਦਾ ਹੋਣਾ ਸਿੱਧੂ ਮੂਸੇਵਾਲਾ? ਕਿਹੜਾ ਬੱਚਾ ਛੋਟਾ ਹੁੰਦਾ ਵੂਲਨ ਕੈਪ ਨਹੀਂ ਲੈਂਦਾ ਯਾਰ? ਟੋਪੀ ਚ ਕੀ ਐਡੀ ਕੋਈ ਗੁਨਾਹ ਥੋੜੀ ਹੋ ਗਿਆ ਹੈ ਨਾ। ਤਾਂ ਉਸ ਦੀ ਟੋਪੀ ਨੂੰ ਜਾਂ ਉਹਨੂੰ ਪੱਗ ਨੂੰ ਟਾਰਗੇਟ ਕਰਨਾ। ਕਿਹੜੇ ਬੱਚੇ ਨੇ, ਕਿੰਨੀਆਂ ਕੁ ਪੰਜਾਬ ਚ ਪੱਗਾਂ ਹੁੰਦੀਆਂ ਸੀ, ਮੰਗਵੀਂ ਪੱਗ ਬੰਨ ਕੇ ਲਿਜਾਂਦੇ ਸੀਗੇ ਪਿੰਡਾਂ 'ਚ। ਇੱਕ ਘਰ 'ਚ ਇੱਕ ਦੋ ਦੋ ਪੱਗਾਂ ਹੁੰਦੀਆਂ ਸੀ, ਉਹ ਸਾਰੇ ਉਹੀ ਬੰਨ੍ਹਦੇ ਸੀ। ਤਾਂ ਹੁਣ ਚਲੋ ਅਸੀਂ ਅਮੀਰ ਹੋ ਗਏ ਹਾਂ। ਤੁਸੀਂ ਯਾਦ ਕਰੋ ਆਪਣੇ ਬਜ਼ੁਰਗਾਂ ਦਾ ਵੇਲਾ, ਛੋਟੀਆਂ ਛੋਟੀਆਂ ਸਾਫੀਆਂ ਹੁੰਦੀਆਂ ਸੀ, ਵਿਰਲੇ ਵਿਰਲੇ ਬੰਦੇ ਪੱਗ ਬੰਨ੍ਹਦੇ ਸੀ। ਕਦੇ ਨਹੀਂ ਆਮ ਕਿਤੇ ਜਾਣਾ, ਪਰਨਾ ਹੀ ਲਪੇਟ ਲੈਂਦੇ ਸੀਗੇ, ਗਮਛਾ ਲਪੇਟ ਲੈਂਦੇ ਸੀ, ਸਮੋਸਾ ਬਠਿੰਡੇ ਵਾਲਿਆਂ ਦਾ ਗਾਣਾ। ਸੋ ਇਦਾਂ ਮਤਲਬ ਦਸਤਾਰ ਦੀ ਦਾਅਵੇਦਾਰੀ, ਜੇ ਦਸਤਾਰ ਵੇਖਿਆ ਜਾਵੇ ਹਿੰਦੂ ਧਰਮ ਵਿੱਚ ਤਾਂ ਹੁਣ ਵੀ ਰਸਮ ਪਗੜੀ ਆਉਂਦਾ ਮਰਗਤ ਨੂੰ ਹੈ ਨਾ। 3500 ਸਾਲ ਪੁਰਾਣਾ ਪੱਗ ਦਾ ਇਤਿਹਾਸ ਹੈ ਨਾ। ਬਾਈਬਲ ਦੇ ਵਿੱਚ ਆਉਂਦਾ ਕਿ ਜਿਹੜੀਆਂ ਪਰੀਆਂ ਨੇ ਉਹ ਵੀ ਪੱਗਾਂ ਬੰਨ੍ਹਦੀਆਂ ਸੀ। ਇਸਲਾਮ 'ਚ ਪਗੜੀ ਹੈ। ਸਿੱਖ ਧਰਮ ਤਾਂ ਆਇਆ 600 ਸਾਲ ਦਾ, ਪਰ ਅਸੀਂ ਨਾ ਆਖੀਏ ਕਿ ਸਾਡੇ ਕੋਲ ਹੀ ਪੱਗਾਂ ਨੇ, ਅਸੀਂ ਉਹ ਪੱਗਾਂ ਦੇ ਲਾਣੇਦਾਰ ਹਾਂ। ਕਿਹੜੇ ਧਰਮ 'ਚ ਪੱਗਾਂ ਨਹੀਂ ਸੀਗੀਆਂ ਮੈਨੂੰ ਦੱਸ ਦਿਓ। 4-5 ਹਜ਼ਾਰ ਸਾਲ ਪੁਰਾਣਾ ਇਤਿਹਾਸ ਆ। ਪੜ੍ਹ ਲਓ ਕਦੇ ਡਾਕਟਰ ਆਸਾ ਸਿੰਘ ਘੁੰਮਣ ਹੋਰਾਂ ਦੀ ਕਿਤਾਬ। ਜੀ ਸਰਮਸਤਾਪੁਰ ਤੋਂ ਸਤਨਾਮ ਸਿੰਘ, ਸਵਾਗਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਖਾਲਿਸਤਾਨ ਦਾ ਰੌਲਾ ਪਾਉਂਦੇ ਆ, ਖਾਲਿਸਤਾਨ ਦਾ ਮਤਲਬ ਹੀ ਦੱਸਣ, ਜਾਂ ਦੇ ਕਹੇ ਰਣਜੀਤ ਸਿੰਘ ਵਰਗਾ 40 ਸਾਲ ਜਿਹੜਾ ਰਾਜ ਹੋਇਆ ਉਦਾਂ ਦਾ ਰਾਜ ਦੇਵਾਂਗੇ। ਇਹ ਕੋਈ ਵੀ ਪਾਰਟੀ ਦੇਵੇ, ਅਸੀਂ ਤਾਂ ਆਪ ਹੀ ਕਵਾਂਗੇ ਵਾਕਈ ਖਾਲਿਸਤਾਨ ਆ। ਹਰੇਕ ਨੂੰ ਬੰਦੇ ਨੂੰ ਮਤਲਬ ਹੁਣ ਦੇ ਚੋਰੀ ਹੋਣ ਡਈ ਆ, ਡਾਕਾ ਹੋਣ ਡਿਆ, ਕੋਈ ਬੰਦਾ ਸੇਫ ਨਹੀਂਗਾ ਹੈ। ਤੇ ਕਮ ਸੇ ਕਮ ਖਾਲਿਸਤਾਨ ਦਾ ਇਹਨਾਂ ਨੂੰ ਕਹੋ ਵੀ ਅਰਥ ਦੱਸੋ, ਵੀ ਅਰਥ ਕੀ ਹੈ ਖਾਲਿਸਤਾਨ ਦਾ। ਕੋਈ ਵੀ ਪਾਰਟੀ ਆ ਜਾਵੇ, ਚਮੋਨਾ ਆ ਜਾਵੇ, ਸਿੱਖ ਆ ਜਾਵੇ, ਕੋਈ ਵੀ ਹੈ, ਸਾਰੇ ਸਿਆਸੀ ਹੈ ਭਾਜੀ ਇਹ। ਥੈਂਕ ਯੂ ਸਤਨਾਮ ਸਿੰਘ ਸਰਮਸਤਾਪੁਰ ਜਲੰਧਰ ਤੋਂ। ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਈ ਜੀ, ਥੈਂਕ ਯੂ ਸਰਮਸਤਾਪੁਰ ਤੋਂ ਜਲੰਧਰ ਤੋਂ ਬਾਈ ਸਤਨਾਮ ਸਿੰਘ ਅਲਫ ਤੋਂ ਨੇ, ਉਦਾਂ ਬੜੇ ਪੁਰਾਣੇ ਸਰੋਤੇ ਨੇ। ਬਿਲਕੁਲ। ਸੋ ਗੱਲ ਇਹ ਹੈ ਨਾ ਕਿ ਸਬਜ਼ ਵਾਗ ਦਿਖਾ ਕੇ ਗੇਮ ਖੇਡੀ ਜਾ ਰਹੀ ਹੈ ਜੀ। ਸੁਰਿੰਦਰ ਵੀਰ, ਵਿਧਾਨ ਸਭਾ ਦੀ ਪੰਜਾਬ ਦੀ ਸਿਆਸਤ ਕਰੋ ਖਤਮ। ਤੇ ਉਧਰ ਰਾਜਸਥਾਨ ਦੇ ਵਿੱਚ ਫਿਰ ਪੁਲਿਸ ਤੇ ਤਲਵਾਰ ਨਾਲ ਹਮਲਾ ਹੋਇਆ, ਜਿਹੜਾ ਉਸ ਸਿਲਸਿਲੇ ਵਿੱਚ ਮਰਡਰ ਹੋਇਆ। ਟੈਰਰ ਐਂਗਲ ਤੋਂ ਉਹਦੀ ਜਾਂਚ ਚੱਲ ਰਹੀ ਹੈ ਕਿ ਕਿਵੇਂ ਕਨਈਆ ਲਾਲ, ਇੱਕ ਹਿੰਦੂ ਨੌਜਵਾਨ ਦਾ ਕਤਲ ਇਸਲਾਮ ਵਾਲਿਆਂ ਨੇ ਕੀਤਾ, ਤੇ ਖੂਬ ਅੱਗ ਬਲੀ ਹੈ ਪੂਰੇ ਭਾਰਤ 'ਚ ਇਸ ਮਾਮਲੇ ਨੂੰ ਲੈ ਕੇ। ਥੋੜਾ ਜਿਹਾ ਜਿਹੜਾ ਇਸੇ ਤਰ੍ਹਾਂ ਪਿਛਲੇ ਦਿਨੀ ਪੱਤਰਕਾਰ ਫੜਿਆ ਗਿਆ ਜ਼ੁਬੈਰ, ਜਿਸ ਨੇ ਕੁਝ ਇਸ ਤਰ੍ਹਾਂ ਦੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ, ਉਸ ਜ਼ੁਬੈਰ ਦੇ ਮਾਮਲੇ ਦੇ ਵਿੱਚ ਵੀ UNO ਦਾ ਬਿਆਨ ਆ ਗਿਆ। ਕਹਿੰਦੇ ਪੱਤਰਕਾਰਾਂ ਨੂੰ ਜੇਲ੍ਹ ਨਹੀਂ ਕਰਨੀ ਚਾਹੀਦੀ। ਇਹਦੇ 'ਚ ਏਡੀ ਵੀ ਗੱਲ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਪੱਤਰਕਾਰੀ ਦੇ ਨਾਂ ਤੇ ਆਪਣਾ ਨਿੱਜੀ ਦੁਕਾਨਾਂ ਚਲਾਉਂਦੇ ਨੇ। ਕੋਈ ਵਿਧੀ ਵਿਧਾਨ ਤਾਂ ਵੈਸੇ ਹੋਣਾ ਚਾਹੀਦਾ ਹੈ ਨਾ ਜੀ ਸੁਰਿੰਦਰ। ਬਾਕੀ ਵਿਧਾਨ ਸਭਾ 'ਚ ਅਗਨੀਪਥ ਨੂੰ ਲੈ ਕੇ ਵੀ ਕਾਫੀ ਅੱਜ ਰੌਲਾ ਪਿਆ। ਕਰ ਦਿਓ ਕਿਰਾਂ ਕੰਪਲੀਟ ਜੀ ਸੁਰਿੰਦਰ, ਕਾਲ ਨਹੀਂ ਲਵਾਂਗੇ ਥੋੜੀ ਦੇਰ ਪਲੀਜ਼। ਜੀ ਸੁਰਿੰਦਰ ਕਰੋ ਕੰਪਲੀਟ ਬਾਈ ਜੀ। ਹਾਂ ਦੇਖੋ, ਵਿਧਾਨ ਸਭਾ 'ਚ ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ ਕਿ ਰਾਜੇ ਵੜਿੰਗ ਨੂੰ ਟਾਈਮ ਦਿੱਤਾ ਗਿਆ ਤੇ ਸਪੀਕਰ ਵੱਲੋਂ ਕਹਿ ਦਿੱਤਾ ਗਿਆ ਕਿ ਆਹ ਜਿਹੜੀ ਮੇਰੇ ਕੋਲ ਬਿੱਲ ਪਈ ਆ ਪਹਿਲੀ ਵੱਜੇਗੀ ਤੇ ਇਹਦਾ ਮਤਲਬ ਤਾਂ ਹੈਗਾ ਟਾਈਮ ਖਤਮ ਹੋ ਗਿਆ, ਤੇ ਪਹਿਲੀ ਤੇ ਦੂਸਰੀ ਦੇ ਵਿਚਾਲੇ 1 ਮਿੰਟ ਦਾ ਜਾਂ ਅੱਧੇ ਮਿੰਟ ਦਾ ਫਰਕ ਹੋਏਗਾ। ਤਾਂ ਰਾਜਾ ਵੜਿੰਗ ਫਿਰ ਕਿਹੜਾ ਘੱਟ ਸੀਗਾ, ਉਹ ਵੀ ਤਾਂ ਗਵਾਂਢੀ ਸੀਗਾ। ਕਹਿੰਦਾ ਜੀ ਦੇਖੋ ਸਪੀਕਰ ਸਾਹਿਬ, ਮੈਨੂੰ ਤੁਹਾਡੇ 'ਚ ਨਾ ਜਿਸ ਤਰ੍ਹਾਂ ਦੀ ਤੁਹਾਡਾ ਤੁਸੀਂ ਅਸਕਨ ਪਾ ਕੇ ਬੈਠਦੇ ਹੋ,
ਤੇ ਜੈਕਟ ਹੁੰਦੀ ਮੈਨੂੰ ਗਿਆਨੀ ਦਿਖਦਾ ਜੀ। ਤੇ ਗਿਆਨੀ ਜੈਲ ਸਿੰਘ ਜੀ ਜਿੱਦਾਂ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੇ ਹੋਮ ਮਿਨਿਸਟਰ ਆਫ ਇੰਡੀਆ ਤੇ ਫਿਰ ਰਾਸ਼ਟਰਪਤੀ ਬਣੇ ਸੀ, ਮੈਨੂੰ ਉਹ ਤੁਹਾਡੇ ਤੋਂ ਉਮੀਦ ਦਿਖਦੀ ਹੈ। ਇਸ ਕਰਕੇ ਵੈਸੇ ਵੀ ਮੈਂ ਤੁਹਾਡਾ ਗੁਆਂਢੀ ਆ ਤੇ ਤੁਸੀਂ ਵੈਸੇ ਵੀ ਪਹਿਲਾਂ ਆਪਾਂ ਇਕੱਠੇ ਹੀ ਰਹੇ ਆ, ਮਤਲਬ ਇਹ ਵੀ ਸ਼ੋਅ ਕਰਤਾ ਤੁਸੀਂ ਕਾਂਗਰਸੀ ਆ। ਤੇ ਕਹਿੰਦੇ ਵੀ ਮੇਰੇ ਥੋੜਾ ਜਿਹਾ ਲਿਹਾਜ਼ ਕਰ ਲਿਆ ਕਰੋ, ਆਪਾਂ ਗੁਆਂਢੀ ਆ। ਕਹਿੰਦੇ ਵੈਸੇ ਹੀ ਗੁਆਂਢੀ ਦਾ ਬੰਦਾ ਖਿਆਲ ਰੱਖਦਾ ਹੁੰਦਾ, ਔਖੇ ਸਮੇਂ ਗੁਆਂਢੀ ਇੱਕ ਦੂਜੇ ਦੇ ਕੰਮ ਆਉਂਦੇ ਹੁੰਦੇ ਆ। ਤੇ ਮਿੱਠੇ ਹੋ ਕੇ ਛੁਰੀ ਮਾਰਦੇ ਆ। ਹਾਂ, ਮਤਲਬ ਛੁਰੀ ਤੇ ਚੰਗਾ, ਕਿਉਂਕਿ ਹੁਣ ਕਲਤਾਰ ਸਿੰਘ ਸੰਧਵਾ ਨੂੰ ਪਤਾ ਸੀ ਵੀ ਜੋ ਕੋਈ ਸੱਤਾਧਾਰੀ ਧਿਰ ਵੱਲੋਂ ਹੋਣਾ, ਉਧਰ ਫੌਜ ਸੰਗਲ ਤੜਵਾਈ ਫਿਰਦੀ ਹੈ ਤੇ ਫਿਰ ਆਪੋਜੀਸ਼ਨ ਵੱਲੋਂ ਕੁਝ ਹੋਇਆ ਤਾਂ ਫਿਰ ਰੌਲਾ ਤਾਂ ਪੈਣਾ ਹੀ ਪੈਣਾ। ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਕਹਿਤਾ, ਉਹਨੂੰ ਪਤਾ ਸੀ ਰਾਜਾ ਵੜਿੰਗ ਬੋਲਣ ਲੱਗ ਗਿਆ ਤੇ ਇਹਨੇ ਹਟਣਾ ਨਹੀਂ ਹੈ। ਉਹਨਾਂ ਨੇ ਕਹਿਤਾ, ਫਿਰ ਰਾਜਾ ਵੜਿੰਗ ਕਿਹੜਾ ਘੱਟ ਸੀਗਾ, ਉਹਨੇ ਵੀ ਗੱਡੀ ਸਿਰੇ ਲਾ ਦਿੱਤੀ, ਦੱਸ ਦਿੱਤਾ ਕਿ ਤੁਸੀਂ ਵੀ ਕਾਂਗਰਸੀ ਹੋ ਤੇ ਕਾਂਗਰਸੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਟਾਈਮ ਦਿੰਦੇ ਹੋ, ਜਿਨ੍ਹਾਂ ਤੈਨੂੰ ਬਿਠਾਇਆ ਤੇ ਉਹ ਭੰਡੀ ਵੀ ਕਾਂਗਰਸੀਆਂ ਨੂੰ ਜਾਂਦੇ ਨੇ। ਤੇ ਉਹ ਸਾਰਾ ਕੁਝ ਹੀ ਕਲੀਅਰ ਕਰ ਗਿਆ, ਯਾਨੀ ਕਿ ਹਾਸਾ ਠੱਠਾ ਵੀ ਹੈਗਾ ਸੀ, ਪਰ ਕੁੱਲ ਮਿਲਾ ਕੇ ਇਹ ਸੀ ਕਿ ਚਲੋ ਹਾਸਾ ਠੱਠਾ ਚੱਲ ਜਾਂਦਾ। ਪਰ ਬਜਟ ਸੈਸ਼ਨ ਸੀ, ਬਜਟ ਸੈਸ਼ਨ ਦੇ ਲਈ 0 ਆਵਰ ਤੁਹਾਡੇ ਕੋਲ ਆਉਂਦਾ ਸੀ ਕਿ ਕਿਸੇ ਵੀ ਹਲਕੇ ਦਾ ਬਹੁਤ ਸੀਰੀਅਸ ਇਸ਼ੂ ਆ, ਉਹਨੂੰ ਉਠਾ ਦੋ ਉੱਥੇ ਤੇ ਕੰਮ ਖਤਮ। ਉਹਦੇ ਬਾਅਦ ਜਦੋਂ ਤੁਸੀਂ ਬਜਟ ਤੇ ਬੋਲਣਾ, ਬਜਟ 'ਚ ਵਿਰੋਧੀ ਧਿਰ ਕੋਲੇ ਕੀ ਹੈ ਜੀ, ਆਹ ਜਿਹੜਾ ਤੁਸੀਂ ਸਕੀਮਾਂ ਲੈ ਕੇ ਆਏ, ਇਹਦਾ ਪੈਸਾ ਕਿੱਥੋਂ ਪੂਰਾ ਕਰਨਾ। ਗੱਲ ਤਾਂ ਐਨੀ ਸੀ। ਤੁਸੀਂ ਉਹਨਾਂ ਦੇ ਪਰਦੇ ਫੋਲਦੇ ਹੋ ਤਾਂ ਫਿਰ ਉਹ ਜਿਹੜਾ ਕਹਿੰਦਾ ਮੈਂ ਭਮੱਕੜ ਕੱਢ ਦਿਆਂਗਾ, ਭਮੱਕੜ ਕੱਢਣ ਵਾਲਾ ਮੁੱਖ ਮੰਤਰੀ ਦੇ ਰੂਪ 'ਚ ਆ ਗਿਆ। ਕਹਿੰਦਾ ਜਿੱਥੋਂ ਮਰਜ਼ੀ ਲਈਏ, ਤੁਸੀਂ ਕੌਣ ਹੁੰਦੇ ਆ ਪੁੱਛਣ ਵਾਲੇ। ਜਦੋਂ ਅਸੀਂ ਐਲਾਨ ਕੀਤਾ ਅਸੀਂ ਜਿਹੜੀ ਸਕੀਮ ਦੇਣੀ ਆ, ਅਸੀਂ 5 ਸਾਲ ਲਈ ਚੁਣ ਕੇ ਆਏ, ਜਿੱਥੋਂ ਮਰਜ਼ੀ ਦੇਈਏ। ਮਤਲਬ ਇਹ ਵਿਧਾਨ ਸਭਾ ਦੀ ਲੈਂਗੁਏਜ ਨਹੀਂ ਹੈ। ਜੇ ਵਿਰੋਧੀ ਧਿਰ ਕਰਦੀ ਹੈ ਤਾਂ ਘੱਟੋ ਘੱਟ ਸੱਤਾਧਾਰੀ ਧਿਰ ਨੂੰ ਥੋੜਾ ਜਿਹਾ ਜਿਹੜਾ ਉਹ ਸੰਕੋਚਣਾ ਪਏਗਾ, ਥੋੜਾ ਜਿਹਾ ਆਪਣੀ ਜ਼ੁਬਾਨ ਤੇ ਲਗਾਮ ਰੱਖਣੀ ਪਏਗੀ, ਜਿਹਦੇ ਨਾਲ ਇਹ ਹੈ ਕਿ ਅੱਗੇ ਨੂੰ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਆ ਉਹ ਚੰਗੀ ਤਰ੍ਹਾਂ ਚੱਲ ਸਕੇ। ਤੇ ਪੇਚਾ ਫਸ ਗਿਆ ਰੋਡਵੇਜ਼ ਦੀਆਂ ਬੱਸਾਂ ਤੇ, ਪੇਚਾ ਫਸਾ ਲਿਆ ਪ੍ਰਤਾਪ ਬਾਜਵਾ ਨੇ ਆ ਕੇ। ਪ੍ਰਤਾਪ ਬਾਜਵਾ ਕਹਿੰਦੇ ਵੀ ਜਦੋਂ ਅਸੀਂ ਕਿਹਾ ਸੀਗਾ ਕਿ ਬੱਸਾਂ ਚਲਾਓ ਆਪਣੇ ਨੂੰ ਦਿੱਲੀ ਏਅਰਪੋਰਟ ਨੂੰ, ਤਾਂ ਤੁਸੀਂ ਕਿਉਂ ਰੋਕੀਆਂ। ਤਾਂ ਫਿਰ ਟਰਾਂਸਪੋਰਟ ਮਿਨਿਸਟਰ ਆ ਗਿਆ, ਕਹਿੰਦਾ ਜੀ ਜਦੋਂ ਤੁਸੀਂ ਸਾਨੂੰ ਕਿਹਾ ਉਦੋਂ ਮਹੀਨੇ 2 ਦਾ ਸਮਾਂ ਸੀ, ਸਾਨੂੰ 3 ਮਹੀਨੇ ਲੱਗ ਗਏ ਏਅਰਪੋਰਟ ਤੋਂ ਅਥਾਰਟੀ ਤੋਂ ਪਰਮਿਸ਼ਨ ਲੈਂਦੇ ਆ, ਤੇ 2 ਮਹੀਨੇ 'ਚ ਕਿੱਦਾਂ ਹੋ ਸਕਦਾ ਸੀ। ਤੇ ਫਿਰ ਪ੍ਰਤਾਪ ਬਾਜਵਾ ਕਿਹੜਾ ਘੱਟ ਸੀ, ਉਹ ਕਹਿੰਦਾ 2018 'ਚ ਬੰਦ ਕਿਹਨੇ ਕੀਤੀਆਂ ਸੀ, ਉਹ ਵੀ ਤਾਂ ਦੱਸ ਦਿਓ। ਤੇ ਫਿਰ ਗੱਲ ਨਹੀਂ ਆਉਣੀ। ਸੋ ਇਸ ਕਰਕੇ ਹੈ ਕਿ ਜੋ ਕੁਛ ਵਿਧਾਨ ਸਭਾ 'ਚ ਹੋਇਆ ਠੀਕ ਆ, ਕਮੀਆਂ ਹਰ ਧਿਰ ਆਪਣੀਆਂ ਛਪਾਉਂਦੀ ਹੈ, ਸੱਤਾਧਾਰੀ ਧਿਰ ਆਪਣੀਆਂ ਛਪਾਉਂਦੀ ਆ, ਵਿਰੋਧੀ ਧਿਰ ਨੇ ਜਿਹੜੇ ਕਾਰਨਾਮੇ ਕੀਤੇ ਹੁੰਦੇ ਉਹਨਾਂ ਨੂੰ ਛਪਾਉਂਦੇ ਆ। ਪਰ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਜਿਹੜਾ ਕੁਛ ਵਿਧਾਨ ਸਭਾ 'ਚ, ਲੋਕ ਸਭਾ ਤੇ ਰਾਜ ਸਭਾ 'ਚ ਚਾਹੀਦਾ, ਉਹ ਇਹ ਚਾਹੀਦਾ ਜਿਹੜੇ ਮੁੱਦੇ ਨੇ ਉਹ ਮੁੱਦੇ ਬਾਰੇ ਜਾਣ, ਕਿਸੇ ਦੇ ਕੱਪੜੇ ਨਾ ਉਤਾਰੇ ਜਾਣ। ਤੇ ਸਪੀਕਰ ਵਿਚਾਰੇ ਦੀ ਪ੍ਰੋਬਲਮ ਕੀ ਹੋ ਜਾਂਦੀ ਆ, ਮੈਂ ਪਹਿਲਾਂ ਵੀ ਕਹਿਣਾ ਹੁੰਦਾ, ਪਾਰਟੀ ਦਾ ਸਪੋਕਸਮੈਨ, ਵਿਧਾਨ ਸਭਾ ਦਾ ਸਪੀਕਰ, ਲੋਕ ਸਭਾ ਦਾ ਸਪੀਕਰ ਤੇ ਰਾਜ ਸਭਾ ਦਾ ਸਭਾਪਤੀ ਤੇ ਉਪ ਸਭਾਪਤੀ, ਇਹਨਾਂ ਦੀ ਵਿਚਾਰਿਆਂ ਦੀ ਜਿਹੜਾ ਉਹ ਪੋਲ ਦੇ ਉੱਪਰ ਟੰਗਿਆ ਹੁੰਦਾ ਨਾ, ਖੰਭਿਆਂ ਤੇ ਵੀ ਸ਼ਹਿਰਾਂ 'ਚ ਕਈ ਵਾਰੀ ਲਾ ਦਿੰਦੇ ਆ, ਉਹਨੂੰ ਕਹਿੰਦੇ ਹੁੰਦੇ ਧੂਤਾ, ਉਹਦੇ ਵਾਲੀ ਹਾਲਤ ਹੁੰਦੀ ਆ। ਹੁਣ ਮੁੱਖ ਮੰਤਰੀ ਵੱਲੋਂ ਨਾਮ ਪ੍ਰਪੋਜ਼ ਕੀਤਾ ਗਿਆ ਕਿ ਸਾਡਾ ਆਪਣਾ ਸਪੀਕਰ ਹੋਏਗਾ ਵਿਧਾਨ ਸਭਾ ਦਾ, ਤਾਂ ਫਿਰ ਉਸ ਸਪੀਕਰ ਦੀ ਕੀ ਹਿੰਮਤ ਆ ਕਿ ਉਹ ਆਪਦੇ ਸੱਤਾਧਾਰੀ ਧਿਰ ਦੇ ਵਿਰੁੱਧ ਜਾਂ ਮੁੱਖ ਮੰਤਰੀ ਦੇ ਵਿਰੁੱਧ ਕੋਈ ਸ਼ਬਦ ਬੋਲ ਜੇ। ਵਿਧਾਨ ਸਭਾ 'ਚ ਦੇਖਣ ਨੂੰ ਮਿਲਿਆ ਸੀ, ਚਰਨਜੀਤ ਸਿੰਘ ਅਟਵਾਲ ਸਪੀਕਰ ਸੀ ਵਿਧਾਨ ਸਭਾ ਦੇ, ਸੁਖਬੀਰ ਸਿੰਘ ਬਾਦਲ ਨੇ ਕਿਹਾ ਤੁਸੀਂ ਸਪੀਕਰ ਕਾਹਦੇ ਹੋ, ਤੁਸੀਂ ਇਹਨਾਂ ਨੂੰ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਦੇ ਜਾਂ ਇਹਨਾਂ ਨੂੰ ਬਿਠਾਉਂਦੇ ਕਿਉਂ ਨਹੀਂ। ਉਹ ਕਹਿੰਦਾ ਮੈਂ ਸਪੀਕਰ ਹਾਂ, ਇਹ ਤਾਂ ਸਪੀਕਰ ਜ਼ਿੰਮੇਵਾਰੀ ਮੇਰੀ, ਮੈਂ ਕਿਹਨੂੰ ਬਿਠਾਉਣਾ, ਜਦੋਂ ਤੁਸੀਂ ਨਹੀਂ ਬਹਿੰਦੇ ਤੇ ਉਹਨਾਂ ਨੂੰ ਮੈਂ ਕਿੱਦਾਂ ਬਿਠਾ ਦਿਆਂ। ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਬਤੌਰ ਪਾਰਟੀ ਪ੍ਰਧਾਨ ਦੌਕਾ ਮਾਰਤਾ ਸੀ ਸਿੱਧਾ ਹੀ, ਇਹ ਭੁੱਲ ਗਿਆ ਕਿ ਵਿਧਾਨ ਸਭਾ ਵਾ, ਇਹ ਵਿਧਾਨ ਸਭਾ 'ਚ ਸਪੀਕਰ ਨੂੰ ਹੁਕਮ ਨਹੀਂ ਕੀਤਾ ਜਾਂਦਾ। ਪਰ ਸਪੀਕਰ ਅੱਜ ਵਾਰ-ਵਾਰ ਕਹਿੰਦਾ ਰਿਹਾ ਬਾਜਵਾ ਸਾਹਿਬ, ਉਹ
ਇੱਧਰ ਸਦਨ ਨੂੰ ਸੰਬੋਧਨ ਕਰਨਾ ਤੇ ਮੇਰੇ ਵੱਲ ਮੂੰਹ ਕਰੋ। ਉਹ ਵੀ ਸਪੀਕਰ ਵੱਲ ਮੂੰਹ ਨਹੀਂ ਸੀ ਕਰਦੇ, ਨਾ ਹੀ ਭਗਵੰਤ ਮਾਨ ਕਰਦਾ ਸੀ। ਭਗਵੰਤ ਮਾਨ ਨੂੰ ਵਾਰ-ਵਾਰ ਕਹਿੰਦੇ ਮੁੱਖ ਮੰਤਰੀ ਸਾਹਿਬ ਮੇਰੇ ਵੱਲ ਮੂੰਹ ਕਰਕੇ ਸੰਬੋਧਨ ਕਰੋ, ਐਡਰੈਸ ਇੱਧਰ ਨੂੰ ਕਰੋ ਪੜੋ। ਹੁਣ ਸਾਰੇ ਤਾਂ ਭੁਮੱਕੜ ਕੱਢਣ ਲੱਗੇ ਹੋਏ ਸੀਗੇ ਤੇ ਸਪੀਕਰ ਨੂੰ ਆਪਣੀ ਇੱਜ਼ਤ ਆਪ ਕਰਾਉਣ ਦੱਸਣਾ ਪੈਂਦਾ। ਬਾਹਲਾ ਨਿਆਣਾ ਪਾਣਾ। ਇੱਕ ਦਿਨ ਉਹ ਨਹੀਂ, ਉਹ ਗੁਰਲਾਲ ਆਪਣਾ ਘਨੌਰੀਏ ਤੁਹਾਡੇ ਗੁਆਂਢੀ, ਉਹ ਵਿਚਾਰੇ ਕੌਡੀ ਪਾਉਂਦੇ ਚੰਗੀ, ਉਦਾਂ ਵਧੀਆ ਨੇ ਚਲੋ ਸਪੋਰਟਸਮੈਨ, ਉਹ ਕੋਡੇ ਹੋਏ ਖੜੇ। ਉਹ ਸਪੀਕਰ ਸਾਹਿਬ ਨੇ ਫੇਰ ਆਖਿਆ ਵੀ ਬਹੁਤ ਸੈਂਸਿਟਿਵ ਮਾਈਕ ਨੇ ਭਾਈ, ਤੁਸੀਂ ਇੰਨੇ ਵੀ ਸਤਿਕਾਰ ਨਾਲ ਨਾ ਚੁੱਕੋ ਹੈਨਾ। ਉਹਦਾ ਘਸੁੰਨ ਮਾਰਨ ਹੀ ਜਾਂਦੇ ਹੋ, ਸਪੀਕਰ ਜਿਹੜਾ ਮਾਈਕ ਤੇ ਇੰਨਾ ਝੁਕ ਜਾਂਦੇ ਹੋ ਹੈਨਾ, ਮੋੜੀ ਜਾਂਦੇ ਹੋ ਜਮਾਂ ਹੀ। ਸੋ ਈਵਨ ਪਹਿਲਾਂ ਈਟੀਓ ਸਾਹਿਬ ਪਿੱਠ ਕਰਕੇ ਹੀ ਖੜ ਗਏ ਸੀਗੇ ਸਪੀਕਰ ਵੱਲ ਨੂੰ, ਉਹਨਾਂ ਨੂੰ ਕਹਿਣਾ ਪਿਆ ਈਟੀਓ ਸਾਹਿਬ ਸਪੀਕਰ ਦੀ ਬਹੁਤ ਵੈਲਿਊ ਹੁੰਦੀ ਹੈ, ਇਹਨੂੰ ਉਹ ਕਰੋ। ਖੈਰ ਅਗਨੀਪਥ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਨੇ, ਜਾਂ ਓਵਰਆਲ ਕੀ ਫਿਰ ਸਮਾਪਤੀ ਤੋਂ ਪਹਿਲਾਂ ਵੈਸੇ ਖਾਣਾ ਖੂਣਾ ਵਧੀਆ ਖਾਂਦੇ ਨੇ, ਬੜੀਆਂ ਬਰੌਡ ਸਮੈਲਾਂ ਆ ਰਹੀਆਂ ਨੇ ਵੈਸੇ ਬਾਜਵਾ ਦੀਆਂ ਵੀ ਤੇ ਉਹਨਾਂ ਦੀਆਂ ਵੀ, ਧਾਲੀਵਾਲ ਹੋਰਾਂ ਦੀਆਂ ਵੀ, ਸਾਰਿਆਂ ਦੀਆਂ ਨਾਲ ਮਿਲ ਕੇ। ਵੈਸੇ ਪਬਲਿਕ ਖੂਬ ਇੰਜੋਏ ਕਰਦੀ ਹੈ, ਕਾਫੀ TRP ਜਾਂਦੀ ਹੈ ਇਹਨਾਂ ਦੇ ਜਿਹੜੇ ਹਸਗੁੱਲੇ ਨੇ ਜਾਂ ਮਸ਼ਕਰੀਆਂ ਨੇ। ਈਵਨ ਮਸ਼ਕਰੀਆਂ ਤਾਂ ਅਮਨ ਅਰੋੜਾ ਵੀ ਚੰਗੀਆਂ ਕਰਦਾ, ਹਾਲਾਂਕਿ ਉਹਦਾ ਭਾਵੇਂ ਮਿਲਿਆ ਭਾਵੇਂ ਨਹੀਂ, ਪਰ ਉਹਦੇ DNA ਤੇ ਵੀ ਸਵਾਲ ਖੜੇ ਹੋ ਗਏ, ਕਹਿੰਦੇ ਤੇ DNA ਚੈੱਕ ਕਰਾਓ। ਨਹੀਂ ਉਹ ਚ ਇੱਕ ਚੀਜ਼ ਹੋਰ ਦੇਖਣ ਨੂੰ ਮਿਲ ਗਈ। ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਸੰਬੋਧਨ ਕਰਦੇ ਕਹਿਤਾ, ਕਹਿੰਦਾ ਸਪੀਕਰ ਸਾਹਿਬ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਮੇਰੇ ਵੱਲੋਂ ਆਪਣੇ ਲੀਡਰ ਨੂੰ ਕਹੋ ਕਿ ਇਸ ਬੰਦੇ ਦੀ ਪ੍ਰਮੋਸ਼ਨ ਕਰ ਦੋ, ਇਹ ਬੰਦਾ ਬਹੁਤ ਮਿਹਨਤੀ ਆ, ਤੇ ਜਿਹੜੀਆਂ 8 ਅਸਾਮੀਆਂ 9 ਖਾਲੀ ਪਈਆਂ ਉਹਦੇ ਚ ਇੱਕ ਇਹਨੂੰ ਵੀ ਦੇ ਦੋ ਤੇ ਥੋੜਾ ਜਿਹਾ ਸ਼ਾਂਤ ਹੋ ਜਾਵੇ। ਯਾਨੀ ਕਿ ਜਿਹੜਾ ਕੰਮ ਮੰਤਰੀ ਨੇ ਜਵਾਬ ਦੇਣਾ ਸੀ ਪੂਰੇ ਸਦਨ 'ਚ, ਮੰਤਰੀ ਦੀ ਜਗ੍ਹਾ MLA ਉੱਠ ਕੇ ਖੜਾ ਹੋ ਜਾਂਦਾ, ਜਿਹੜਾ ਕਿ ਇਹ ਸਪੀਕਰ ਨੂੰ ਸੋਚਣਾ ਪਊਗਾ ਜਿਹੜਾ ਵਿਧਾਨ ਸਭਾ ਦਾ ਕਾਨੂੰਨ ਆ ਉਹਨੂੰ ਪੜ੍ਹ ਲਵੇ। ਕੋਈ ਵੀ MLA ਸੱਤਾਧਾਰੀ ਧਿਰ ਦਾ ਮੰਤਰੀ ਦੀ ਜਗ੍ਹਾ ਜਵਾਬ ਨਹੀਂ ਦੇ ਸਕਦਾ, ਨਾਲੇ ਖੜਾ ਹੋ ਜਾਂਦਾ ਨਾਲੇ ਕਹਿੰਦਾ ਇਹ ਮੇਰਾ ਬਣਦਾ ਨਹੀਂ ਸੀ, ਪਰ ਚਲੋ ਮੈਂ ਕੋਈ ਨਹੀਂ, ਮੈਂ ਜਵਾਬ ਦੇ ਦਿੰਦਾ। ਵੀ ਇੱਕ MLA ਜਿੱਦਾਂ ਦੇ ਤੁਸੀਂ ਉਹ MLA ਉਦਾਂ ਦੇ ਜਿਹੜਾ ਵਿਰੋਧੀ ਧਿਰ 'ਚ ਬੈਠਾ ਉਹ MLA ਆ। ਹੋ ਸਕਦਾ ਕਿ ਉਹ ਬੰਦਾ ਤੁਹਾਡੇ ਤੋਂ ਵੀ ਜ਼ਿਆਦਾ ਸੀਨੀਅਰ ਹੋਵੇ, ਤੇ ਤੁਸੀਂ ਸਰਕਾਰ ਦਾ ਪੱਖ ਇੱਕ MLA ਨਹੀਂ ਰੱਖ ਸਕਦਾ। ਸਰਕਾਰ ਦਾ ਪੱਖ ਰੱਖਣਾ ਉਸ ਡਿਪਾਰਟਮੈਂਟ ਨਾਲ ਸੰਬੰਧਿਤ ਮੰਤਰੀ ਰੱਖੇਗਾ। ਮੰਤਰੀ ਜਵਾਬ ਦੇਵੇ ਤੇ ਮੰਤਰੀ ਦੀ ਜਗ੍ਹਾ ਤੇ MLA ਹੀ ਲੱਗ ਗਿਆ। ਇਹ ਤੇ ਪਹਿਲੀ ਵਾਰੀ ਮੈਂ ਵਿਧਾਨ ਸਭਾ 'ਚ ਦੇਖਿਆ ਵੀ ਇਹ ਫੋਨ ਕੀ ਗਿਆ। ਔਰ ਇੱਕ ਪਰਮਿੰਦਰ ਮੈਂ ਪਿਛਲੇ ਦਿਨਾਂ ਤੋਂ ਰਹਿ ਜਾਵਾਂ, ਪਹਿਲਾਂ ਪੋਸਟ ਪਾਉਣ ਲੱਗਾ ਸੀ, ਉਹ ਫਿਰ ਮੈਂ ਕਿਹਾ ਕੱਲ ਨੂੰ ਬੜੀਆਂ ਸਮੱਸਿਆਵਾਂ ਕੱਢਣੀਆਂ। ਐਡਵੋਕੇਟ ਜਨਰਲ ਨੇ ਕਹਿਣਾ ਯਾਰ ਤੁਸੀਂ ਕਾਹਦੇ ਮੇਰੇ ਮਿੱਤਰ ਸੀ, ਤੁਸੀਂ ਮੈਨੂੰ ਵੀ ਠੋਕੀ ਜਾਂਦੇ ਹੋ, ਹਟਦੇ ਨਹੀਂ। ਮਤਲਬ ਆਪਣੇ ਮੁੱਖ ਮੰਤਰੀ ਦੀ ਮਗਰਲੀ ਸੀਟ ਦੇ ਉੱਪਰ ਆ ਕੇ ਐਡਵੋਕੇਟ ਜਨਰਲ ਬੈਠਾ ਹੈ। ਮਤਲਬ ਤੁਸੀਂ ਦੇਖੋ ਇਹ ਜਿਹੜੀਆਂ 117 ਸੀਟਾਂ ਨੇ, 117 ਦੀਆਂ 117 ਦੇ ਉੱਪਰ ਕੇਵਲ ਤੇ ਕੇਵਲ ਜਿਹੜਾ ਇਸ ਸਦਨ ਦੇ ਲਈ ਚੁਣਿਆ ਹੋਇਆ ਲੀਡਰ ਹੈ, ਚੁਣਿਆ ਹੋਇਆ ਨੇਤਾ ਉਹੀ ਆ ਕੇ ਬੈਠੇਗਾ, ਜਿਹੜਾ ਮੈਂਬਰ ਆ ਚੁਣਿਆ ਹੋਇਆ ਯਾਨੀ ਕਿ MLA ਉਹ ਬੈਠੇਗਾ। ਇੱਥੇ ਨਾ ਚੀਫ ਸੈਕਟਰੀ ਬੈਠ ਸਕਦਾ, ਨਾ DGP ਬੈਠ ਸਕਦਾ, ਨਾ ਐਡਵੋਕੇਟ ਜਨਰਲ ਬੈਠ ਸਕਦਾ। ਪਰਸੋਂ ਬੈਠੇ ਸੀ ਅਨਮੋਲ ਰਤਨ ਸਿੱਧੂ ਕੱਲ। ਹਾਂ ਨਹੀਂ ਮੇਰੇ ਕੋਲ ਫੋਟੋਆਂ ਪਈਆਂ ਸੀ, ਫੇਰ ਮੈਂ ਕਿਹਾ ਪਾ ਦੇਣੀਆਂ, ਪਹਿਲਾਂ ਤਾਂ ਮੇਰਾ ਇਰਾਦਾ ਹੀ ਪਾ ਦਿਆਂ। ਹਾਂ ਮੈਂ ਕਿਹਾ ਵੀ ਚੱਲ ਰਹਿਣ ਦੇ, ਬਖਸ਼ ਦੋ ਇਹਨਾਂ ਨੂੰ, ਇੱਕ ਅੱਧੀ ਵਾਰੀ ਇੰਨਾ ਹੀ ਬਹੁਤ ਆ। ਪਰ ਮੈਂ ਹੈਰਾਨ ਇਸ ਗੱਲੋਂ, ਉਹ ਵੀ ਫਸਟ ਟਾਈਮ ਬਣੇ ਨੇ ਨਾ, ਕਈ ਵਾਰੀ ਪ੍ਰੋਟੋਕੋਲ ਦਾ ਸ਼ਾਇਦ ਨਹੀਂ ਪਤਾ ਹੁੰਦਾ, ਇਹ ਵੀ ਹੋ ਸਕਦਾ ਮੇ ਵੀ। ਪਰ ਉਹ ਜਿਹੜਾ ਦੇਖੋ ਸਦਨ ਦੀ ਜਿਹੜੀ ਟੀਮ ਹੈ ਨਾ, ਜਿਹੜੇ ਆਫੀਸਰ ਨੇ, ਜਿਹੜੇ ਪੂਰੀ ਅੱਜ ਕੱਲ ਥੋੜਾ ਜਿਹਾ ਸਪੀਕਰ ਕਿਉਂਕਿ ਫਸਟ ਟਾਈਮ ਨੇ ਤੇ ਪੂਰਾ ਉਹ ਉਹਨਾਂ ਨੂੰ ਡਿਕਟੇਟ ਕਰਦੇ ਨੇ, ਜਾਂ ਕਹਿ ਲਓ ਉਹਨਾਂ ਨੂੰ ਗਾਈਡ ਕਰਦੇ ਨੇ, ਕੁਝ ਵੀ ਕਹਿ ਸਕਦੇ ਹੋ। ਡਿਕਟੇਟ ਤਾਂ ਚਲੋ ਕੀ ਕਰਦੇ, ਗਾਈਡ ਕਰਦੇ ਨੇ। ਤੇ ਹੋ ਸਕਦਾ ਅਗਲੇ ਝਿਜਕਦੇ ਹੋਣ ਕਿ ਐਡਵੋਕੇਟ ਜਨਰਲ ਸਾਹਿਬ ਨੇ ਨਾਰਾਜ਼ ਨਾ ਹੋਣ, ਏਦਾਂ ਮਤਲਬ ਉਹ। ਪਰ ਇਹ ਪੁਆਇੰਟ ਆਪੋਜੀਸ਼ਨ ਨੇ ਵੀ ਨਹੀਂ ਉਠਾਇਆ ਜਿਹੜਾ ਤੁਸੀਂ ਨੋਟ ਕੀਤਾ ਨਾ ਅਨਮੋਲ ਰਤਨ ਸਿੱਧੂ ਹੋਰਾਂ ਦਾ, ਹਾਲਾਂਕਿ ਵਧੀਆ ਵਕੀਲ ਨੇ, ਤੇ ਪਰ ਉਹ ਨੋਟ ਆਪੋਜੀਸ਼ਨ ਨੇ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਸਾਰਿਆਂ ਨਾਲ ਵਧੀਆ ਅੰਡਰਸਟੈਂਡਿੰਗ ਹੈ ਨਾ। ਨਹੀਂ ਉਹ ਹਰਿਆਣੇ 'ਚ ਵੀ ਐਡਵੋਕੇਟ ਜਨਰਲ ਰਹੇ ਨੇ, ਉਹਨਾਂ ਨੂੰ ਘੱਟੋ ਘੱਟ ਜੇ ਇੱਕ ਐਡਵੋਕੇਟ ਜਨਰਲ ਨੂੰ ਨਹੀਂ ਪਤਾ ਕਿ ਵਿਧਾਨ ਸਭਾ ਦੇ ਚੱਲਦੇ ਸੈਸ਼ਨ 'ਚ ਕਿਹੜਾ ਕਿਹੜੀ ਚੇਅਰ ਤੇ ਬੈਠ ਸਕਦਾ, ਤਾਂ ਫਿਰ ਕਿਹਨੂੰ ਪਤਾ ਹੋਏਗਾ। ਚਲੋ ਹੋ ਜਾਂਦਾ। ਵੈਸੇ ਤਾਂ ਉਹ ਸਾਰਾ ਇਹਦੇ ਮਿੰਟਸ ਹੁੰਦੇ ਨੇ, ਪ੍ਰੋਟੋਕੋਲ ਹੁੰਦਾ, ਤਰਤੀਬ ਵਾਈਜ਼ ਸਾਰਿਆਂ ਦੀ ਸਿਟਿੰਗ ਹੁੰਦੀ ਹੈ। ਖੈਰ ਇਸ ਦੌਰਾਨ ਸੁਰਿੰਦਰ ਭਾਈ ਜੀ
ਜਿਹੜਾ ਰਾਜਸਥਾਨ ਬਲ ਉੱਠਿਆ ਇਸ ਦੌਰਾਨ ਜੋ ਇੱਕ ਕਨ੍ਹਈਆ ਲਾਲ ਦਾ ਮਰਡਰ ਹੋਇਆ ਜਿਹਨੇ ਨੂਪਰ ਸ਼ਰਮਾ ਦੇ ਹੱਕ 'ਚ ਪੋਸਟ ਪਾਈ ਸੀ, ਬੜਾ ਬੇਰਹਿਮੀ ਦੇ ਨਾਲ ਉਸ ਦਾ ਕਤਲ ਹੋਇਆ, 2 ਸਿਰਫਿਰਿਆਂ ਨੇ ਕੀਤਾ। ਉਸ ਤੋਂ ਬਾਅਦ ਫਿਰ ਉਸ ਦੀ ਜ਼ਿੰਮੇਵਾਰੀ ਚੁੱਕੀ ਹੈ, ਕੇਸ NIA ਕੋਲ ਚਲਾ ਗਿਆ। ਇਹ ਜਿਹੜੇ ਸਿਰਫਿਰੇ ਗੌਸ ਮੁਹੰਮਦ ਤੇ ਰਿਆਜ਼ ਜ਼ੁਬਾਰ, ਇਹਨਾਂ ਨੇ ਜਿਵੇਂ ਵਹਿਸ਼ਨਾਕਾਰਾ ਕੀਤਾ, ਅਤ ਨਿੰਦਣਯੋਗ ਹੈ, ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਇਹਨਾਂ ਨੂੰ ਖੌਫ ਕੋਈ ਨਹੀਂ ਹੈ, ਇੱਕ ਵਿਅਕਤੀ ਦਾ ਇਸ ਤਰ੍ਹਾਂ ਬੇਤਹਾਸ਼ਾ ਕਤਲ ਕਰਕੇ ਬੇਰਹਿਮੀ ਦੇ ਨਾਲ, ਕਿੱਡੀ ਕੁ ਗੱਲ ਸੀ ਜੇ ਉਹਨੇ ਨੂਪਰ ਸ਼ਰਮਾ ਦੀ ਸਪੋਰਟ ਵੀ ਕਰ ਦਿੱਤੀ। ਕੋਈ ਉਹਨੇ ਇਸਲਾਮ ਨੂੰ ਆਪ ਥੋੜੀ ਸੀ ਨਿੰਦਿਆ, ਠੀਕ ਹੈ, ਨਿੰਦਣ ਵਾਲੀ ਦੀ ਸਪੋਰਟ ਕਰ ਦਿੱਤੀ। ਇੱਕ ਟੇਲਰ ਸੀ, ਗਰੀਬ ਬੰਦਾ ਸੀ, ਚਾਹੇ ਅਮੀਰ ਵੀ ਹੋਵੇ, ਐਡਾ ਮਤਲਬ ਬੇਤਹਾਸ਼ਾ ਅਫਸੋਸਨਾਕ ਇਹ ਵਰਤਾਰਾ ਹੈ। ਤੇ ਇਹ ਵਿਅਕਤੀ ਕਿੱਡੇ ਸਿਰਫਿਰੇ ਜਹਾਦੀ ਲੋਕ ਨੇ, ਹਾਲਾਂਕਿ ਇਹਨਾਂ ਦਾ ਬੜਾ ਵਿਰੋਧ ਵੀ ਹੋਇਆ ਕਿ ਇਹ ਜੋ ਕੁਝ ਕਰ ਰਹੇ ਨੇ ਇਹ ਇਸਲਾਮ 'ਚ ਨਹੀਂ ਲਿਖਿਆ। ਇਸਲਾਮ ਦੀਆਂ ਕੁਝ ਸੈਕੰਡਰੀ ਕਿਤਾਬਾਂ ਨੇ ਜਿਨ੍ਹਾਂ 'ਚ ਇਹ ਚੀਜ਼ਾਂ ਲਿਖੀਆਂ ਨੇ। ਉਸ ਨੂੰ ਲੈ ਕੇ ਕੇਸ ਹੁਣ NIA ਕੋਲ ਆ। ਇਸ ਕੇਸ ਦੇ ਵਿੱਚ ਜਿਹੜਾ ਮਰਡਰ ਤੋਂ 4 ਘੰਟੇ ਬਾਅਦ ਇਹ ਲੋਕ ਫੜ ਵੀ ਲੈ ਗਏ ਨੇ ਭੀਮ ਇਲਾਕੇ ਦੇ ਵਿੱਚੋਂ। ਮੁਹੰਮਦ ਗੌਸ ਤੇ ਰਿਆਜ਼ ਜ਼ੁਬਾਰ ਰਾਜਸਮੰਦ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਵੀ ਕੀਤਾ। 3 ਹੋਰ ਲੋਕ ਵੀ ਗ੍ਰਿਫਤਾਰ ਹੋਏ ਨੇ। ਕਨ੍ਹਈਆ ਲਾਲ ਦਾ ਜੋ ਇਹਨਾਂ ਨੇ ਕਤਲ ਕੀਤਾ, ਇਹ ਸ਼ਿਕਾਇਤ ਕਰਨ ਵਾਲਾ ਉਸਦਾ ਜਿਹੜਾ ਗੁਆਂਢੀ ਸੀ ਨਾਜ਼ਮ, ਉਹ ਵੀ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਪਰਿਵਾਰ ਦਾ ਰੋਣਾ ਵੇਖਿਆ ਨਹੀਂ ਜਾ ਰਿਹਾ। ਮ੍ਰਿਤਕ ਦੀ ਪਤਨੀ ਯਸ਼ੋਦਾ ਸਾਹੂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਭ ਕੁਝ ਉੱਜੜ ਜਾਂਦਾ ਤੇ ਮਤਲਬ ਕਤਲ ਵੀ ਇਸ ਤਰ੍ਹਾਂ ਦਾ ਕਿ ਹਰ ਇਨਸਾਨ ਮਾਯੂਸ ਹੈ ਇਸ ਵਰਤਾਰੇ ਤੋਂ। ਪਰ ਇਸ ਤੋਂ ਬਾਅਦ ਵੱਡੇ ਪੱਧਰ ਤੇ ਜਿਸ ਤਰ੍ਹਾਂ ਹਿੰਸਾ ਹੋ ਰਹੀ ਹੈ, ਅੱਜ ਵੀ ਪੁਲਿਸ ਕਰਮਚਾਰੀਆਂ ਤੇ ਤਲਵਾਰਾਂ ਨਾਲ ਹਮਲੇ ਹੋਏ ਤੇ ਰਾਜਸਥਾਨ ਦੇ ਵਿੱਚ ਜੋ ਕੁਝ ਵਾਪਰ ਰਿਹਾ, ਤਾਲਿਬਾਨੀ ਕਾਂਡ ਵਾਪਰਿਆ, ਤੇ ਇਹਦੇ 'ਚ ਮੈਂ ਸਮਝਦਾ ਕਿ ਬਹੁਤੀ ਗੈਰ ਜ਼ਿੰਮੇਵਾਰੀ ਇਹਨਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਿਭਾਈ ਹੈ। ਜੇ ਉਹਨੇ ਪੋਸਟ ਪਾਈ ਸੀ, ਵੱਧ ਤੋਂ ਵੱਧ ਕੀ ਤੁਸੀਂ ਇੰਨਾ ਉਹਦੇ ਤੇ ਕੋਈ ਕਾਰਵਾਈ ਕਰੋ। ਕੁੱਟਮਾਰ ਹੋ ਸਕਦੀ ਹੈ ਜੇ ਤੁਸੀਂ ਬੇਵਕੂਫੀ ਕਰਨੀ ਹੋਵੇ, ਪਰ ਐਡਾ ਬੁਰੀ ਤਰ੍ਹਾਂ ਕਤਲ ਕਰਨਾ ਤੇ ਫਿਰ ਉਹਨੂੰ ਜਨਤਕ ਤੌਰ ਤੇ ਕਬੂਲ ਕਰਨਾ। ਤੇ ਅੱਜ ਵੱਡੀ ਤਾਦਾਦ ਦੇ ਵਿੱਚ ਭੀੜ ਨੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੰਸਕਾਰ ਤੇ ਇਹਦਾ ਪੂਰਾ ਤਰ੍ਹਾਂ ਰਾਜਨੀਤੀਕਰਨ ਹੋ ਰਿਹਾ ਹੈ। ਪੁਲਿਸ ਮੁਲਾਜ਼ਮਾਂ ਤੇ ਵੀ ਅੱਜ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਤੇ ਜਾਂਚ NIA ਕੋਲੋਂ ਚਲੀ ਗਈ। ਇਹ ਕੇਸ ਵੀ ਨੈਸ਼ਨਲ ਮੁੱਦਾ ਬਣ ਰਿਹਾ। ਅਫਸੋਸ ਕਿ ਇਸ ਮਾਮਲੇ ਨੂੰ ਲੈ ਕੇ ਸਿਆਸਤ ਜਿਹੜੀ ਹੈ ਉਹ ਨੀਵੇਂ ਤੋਂ ਨੀਵੇਂ ਪੱਧਰ ਤੇ ਨੂੰ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਜਿਹੜਾ ਇਹ ਉਦੈਪੁਰ ਦੇ ਵਿੱਚ ਮਰਡਰ ਹੋਇਆ, ਉਸ ਦੌਰਾਨ ਜਿਹੜੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਉਹਨਾਂ ਤੇ ਰਿਸਕ ਵੱਧ ਗਿਆ। ਹਾਲਾਂਕਿ ਡਰੋਨ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਆਸਥਾ ਹੈ, ਲੋਕੀ ਬਰਫਾਨੀ ਬਾਬਾ ਦੇ ਦਰਸ਼ਨਾਂ ਨੂੰ ਜਾਂਦੇ ਨੇ। ਇਸ ਦੌਰਾਨ ਉੱਥੇ ਵੀ ਕੋਈ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਅਗਰ ਘਟਦੀ ਹੈ ਤੇ ਹੋਰ ਜਿਹੜਾ ਕਿਤੇ ਨਾ ਕਿਤੇ ਇਹ ਜਿਹੜੀ ਵੋਟ ਪੋਲਿਟਿਕਸ ਹੈ, ਡਰ ਦੀ ਪੋਲਿਟਿਕਸ ਹੈ, ਇਹ ਵਧਣੀ ਹੈ। ਕੀ ਮਹਿਸੂਸ ਕਰਦੇ ਹੋ ਇਸ ਵਰਤਾਰੇ ਤੇ? ਜੀ ਸੁਰਿੰਦਰ। ਦੇਖੋ, ਇੱਕ ਦੀ ਜਾਨ ਚਲੀ ਗਈ ਤੇ 2 ਸਦਾ ਲਈ ਜੇਲ੍ਹ ਚਲੇ ਗਏ। ਹੋ ਸਕਦਾ ਉਹਨਾਂ ਦੀ ਵੀ ਜਾਨ ਚਲੀ ਜਾਵੇ ਇਸੇ 'ਚ, ਲੇਕਿਨ ਇਹਦਾ ਫਾਇਦਾ ਕਿਹਨੂੰ ਆ? ਉਜਾੜਾ ਹੋ ਰਿਹਾ ਪਬਲਿਕ ਦਾ। ਜਿਹਦਾ ਜੀ ਚਲਾ ਗਿਆ, ਜਿਨ੍ਹਾਂ ਦੇ ਜੀ ਅੰਦਰ ਚਲੇ ਗਏ, ਉਹ ਉਮਰ ਭਰ ਲਈ ਲਟਕਣਗੇ, ਪਰ ਫਾਇਦਾ ਸਿੱਧਾ BJP ਨੂੰ ਹੋਏਗਾ। ਸੱਤਾਧਾਰੀ ਤੇਰਾ ਉਹ ਤੇ ਇਹ ਕੁਝ ਚਾਹੁੰਦੀ ਆ, ਉਹਨਾਂ ਨੇ ਇਹੀ ਕੁਝ ਤਾਂ ਕਰਨਾ, ਕਿਉਂਕਿ ਉਹਨਾਂ ਦਾ ਨਿਸ਼ਾਨਾ ਅਗਲਾ ਰਾਜਸਥਾਨ ਵੀ ਹੈ ਨਾ। ਮੁਹੰਮਦ ਜ਼ੁਬੈਰ ਤੇ ਗੌਸ, ਇਹਨਾਂ ਦੀ ਵੀਡੀਓ ਤੁਸੀਂ ਵੇਖੋ। ਜਦੋਂ ਇਹ ਅਰੈਸਟ ਹੋਏ ਨੇ, ਪੁਲਿਸ ਨੇ ਘੇਰ ਕੇ ਮੁਹੰਮਦ ਗੌਸ ਤੇ ਰਿਆਜ਼ ਜ਼ੁਬਾਰ ਦੀ ਜਿਸ ਤਰ੍ਹਾਂ ਰਾਜਸਥਾਨ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੀ ਫੜਦਿਆਂ ਦੀ ਕੁਦਰਤੀ ਵੀਡੀਓ ਬਣ ਗਈ ਤੇ ਇਹਨਾਂ ਦਾ ਜਿਵੇਂ ਲੱਤਾਂ ਨਾਲ, ਠੁੱਡਿਆਂ ਨਾਲ ਜਿਵੇਂ ਇਹਨਾਂ ਦਾ ਕਟਾਪਾ ਸੜਕ ਤੇ ਹੋ ਰਿਹਾ, ਤੇ ਹਸ਼ਰ ਤਾਂ ਮਾੜਾ ਹੀ ਹੈ ਨਾ, ਪਰ ਉਹ ਸਮਝਦੇ ਨਹੀਂ। ਜਹਾਦੀ ਅੱਡੇ ਬਣਾ ਦਿੱਤੇ, ਮਨੁੱਖੀ ਬੰਬ ਅੱਡੇ ਬਣਾ ਦਿੱਤੇ, ਹੈਨਾ ਜੀ। ਗੱਲ ਉਹੀ ਹੈ ਨਾ ਕਿ ਦੇਖੋ, ਜਿਹੜੀ ਵੀ ਘਟਨਾ ਵਾਪਰਦੀ ਆ ਉਹਨੂੰ ਡੂੰਘਾਈ 'ਚ ਜਾਪੋ, ਆਪਣਾ ਉਹਨੂੰ ਨਾਪੋ ਕਿ ਉਹਦਾ ਬੈਨੀਫਿਟ ਕਿਹਨੂੰ ਹੋ ਰਿਹਾ। ਬੈਨੀਫਿਟ ਦੇਖੋ ਸੁਰਿੰਦਰ, ਜਦੋਂ ਇਹਨਾਂ ਨੂੰ ਫੜ ਕੇ ਥਾਣੇ ਲਿਆਂਦਾ ਨਾ ਪੁਲਿਸ ਨੇ, 500-700 ਬੰਦਾ ਹਿੰਦੂ ਭਾਈਚਾਰੇ ਦਾ, ਉਹ ਭੀਮ ਥਾਣੇ ਨੂੰ ਆ ਕੇ ਉਹਨਾਂ ਨੇ ਘੇਰ ਲਿਆ ਕਿ ਸਾਡੇ ਹਵਾਲੇ ਕਰੋ, ਅਸੀਂ ਇਹਨਾਂ ਨੂੰ ਸਜ਼ਾ ਦੇਵਾਂਗੇ। ਹੁਣ ਜੇ ਭੀੜ ਦਾ ਇੰਨਾ ਗੁੱਸਾ ਹੈ, ਉਹ ਗੁੱਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇਹ ਤਾਂ ਪੁਲਿਸ ਕਸਟਡੀ 'ਚ ਨੇ, ਉਹ ਗੁੱਸਾ ਕਿਸੇ ਹੋਰ ਤੇ ਫੁੱਟੇਗਾ। ਉਹ ਜਿਹੜੀ ਹਿੰਦੂ ਮੁਸਲਿਮ ਦੀ ਆਪਸੀ ਸਾਂਝ ਸੀ ਉਹਨੂੰ ਪੂਰਾ ਲਾਂਬੂ ਲਾ ਦਿੱਤਾ ਇਸ ਮਰਡਰ ਨੇ। ਇਹ ਮਤਲਬ ਨਾਪਾਕ ਹਰਕਤ ਇਹਨਾਂ ਦੋਨਾਂ ਮੁਸਲਿਮ ਮੁੰਡਿਆਂ ਨੇ ਕੀਤੀ ਹੈ
ਜੇ ਦੇਖੋ ਨੂਪਰ ਸ਼ਰਮਾ ਨੇ ਇਸਲਾਮ ਦੇ ਖਿਲਾਫ ਇਤਰਾਜ਼ਯੋਗ ਲਫ਼ਜ਼ ਕਹੇ ਨੇ, ਉਹਨੂੰ ਸਜ਼ਾ ਬਣਦੀ ਹੋਏਗੀ, ਪਰ ਤੁਸੀਂ ਆਪਣੇ ਤੌਰ ਤੇ ਇਹ ਜਿਹੜੀ ਸਜ਼ਾ ਦੇ ਰਹੇ ਹੋ ਇਹ ਵੀ ਜਾਇਜ਼ ਨਹੀਂ ਹੈ ਨਾ। ਪਰ ਗੱਲ ਕੀ ਹੈ ਕਿ ਜਿਵੇਂ ਉਹ ਕਰਨਾਟਕਾ ਦੇ ਇੱਕ ਗਵਰਨਰ ਨੇ, ਹਾਲਾਂਕਿ ਇਸਲਾਮ ਨਾਲ ਸੰਬੰਧਿਤ ਨੇ, ਉਹ ਕਹਿੰਦੇ ਜਿਹੜਾ ਮਦਰਸਿਆਂ 'ਚ ਸਿੱਖਿਆ ਹੀ ਇਦਾਂ ਦਿੱਤੀ ਜਾਂਦੀ ਹੈ ਕਿ ਸਿਰ ਕਲਮ ਕਰ ਦਿਓ, ਤੇ ਇਹ ਸਾਡੇ ਧਰਮ 'ਚ ਵੀ ਆਉਂਦਾ ਕਿ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕਰੋ ਤੇ ਸੰਗ ਕਿਰਪਾਨ। ਸੋ ਇਹ ਸਿੱਖਾਂ 'ਚ ਵੀ ਹੈਗਾ, ਉਹ ਵੀ ਕਹਿੰਦੇ ਨੇ ਗੁਰੂ ਦੀ ਨਿੰਦਾ ਕਰਦਾ ਤੇ ਵੱਢ ਦਿਓ, ਹੈ ਨਾ। ਤੇ ਹਾਲਾਂਕਿ ਕਿਤੇ ਨਾ ਕਿਤੇ ਲੋਕਤੰਤਰੀ ਤੌਰ ਤਰੀਕੇ ਨੇ, ਸਾਨੂੰ ਇਨਸਾਫ ਦੇ ਲਈ ਥੋੜੀ ਉਡੀਕ ਕਰਨੀ ਚਾਹੀਦੀ ਹੈ। ਹੁਣ ਬੇਅਦਬੀ ਦਾ ਮੁੱਦਾ ਹੋਇਆ ਸੀ, ਉਹ ਜਿਹੜਾ ਠੀਕ ਹੈ ਦਰਬਾਰ ਸਾਹਿਬ ਵਾਲਾ ਡਾਊਟਫੁਲ ਸੀ, ਪਰ ਜਿਹੜਾ ਉਹ ਕਪੂਰਥਲਾ ਦੇ ਵਿੱਚ ਸੀ ਉਹ ਤਾਂ ਮੰਦਬੁੱਧੀ ਸੀ ਵਿਚਾਰਾ। ਕਿਵੇਂ ਉਹਦੀ ਮਤਲਬ ਸੇਵਾ ਲੈਣ ਨੂੰ ਪਰਵਾਨੇ ਹੋ ਰਹੀ ਜਾਂ ਹੋਰ ਕਹਿੰਦੇ ਸੀ ਅਸੀਂ ਵੱਢਣਾ, ਹੈ ਨਾ। ਤੇ ਉਹਦੇ 'ਚ ਮਤਲਬ ਕੌਮ ਕਮਿਊਨਿਟੀ ਦੀ ਕਾਰਗੁਜ਼ਾਰੀ ਤੇ ਸਵਾਲ ਤਾਂ ਕਿਤੇ ਨਾ ਕਿਤੇ ਖੜੇ ਹੁੰਦੇ ਨੇ ਨਾ। ਜਦੋਂ ਤੁਸੀਂ ਕਾਨੂੰਨ ਹੱਥ 'ਚ ਲੈਂਦੇ ਹੋ, ਉਡੀਕ ਕਰ ਲੈਣੀ ਚਾਹੀਦੀ ਹੈ ਇਨਸਾਫ ਕਦੋਂ ਮਿਲਦਾ ਕਦੋਂ ਨਹੀਂ ਮਿਲਦਾ। ਜੀ ਸੁਰਿੰਦਰ। ਪਰ ਉਡੀਕ ਨਹੀਂ ਨਾ ਕੋਈ ਕਰਦਾ। ਹੁਣ ਉਹੀ ਪਰਵਾਨੇ ਦਾ ਜਦੋਂ ਪਟਿਆਲੇ ਵਾਲੇ ਕੇਸ ਤੋਂ ਬਾਅਦ ਕਪੂਰਥਲੇ ਵਾਲੇ ਕੇਸ 'ਚ ਰਿਮਾਂਡ ਗਿਆ ਤਾਂ ਉਹਦਾ ਪਰਿਵਾਰ ਚੀਕਦਾ ਸੀ, ਕਹਿੰਦਾ ਜੀ ਉਦੋਂ ਤਾਂ ਇਹਨੂੰ ਫੜਿਆ ਨਹੀਂ, ਹੁਣ ਕਿਉਂਕਿ ਇਸ ਵਾਰ ਤਾਂ ਹੁਣ ਸਰਕਾਰ ਦੀ ਨੀਅਤ 'ਚ ਸ਼ੱਕ ਆ ਸਾਨੂੰ, ਕਹਿੰਦੇ ਆ। ਗੱਲ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਸੀ ਕਿ ਇਹ ਸੇਵਾ ਦਾਸ ਨੂੰ ਦਿਓ, ਇਹ ਦਾਸ ਇਹਨੂੰ ਸੋਧਾ ਲਾਏਗਾ, ਤਾਂ ਹੁਣ ਫਿਰ ਸਿੱਧਮ ਸਿੱਧੀ ਗੱਲ ਤਾਂ ਤੁਹਾਡੇ ਤੇ ਆ ਕੇ ਰੁਕਣੀ ਸੀ ਨਾ। ਵੀਡੀਓ ਵੀ ਵਾਇਰਲ ਹੋਈ, ਸਭ ਨੂੰ ਪਤਾ ਕਿੱਦਾਂ ਫਸਾਇਆ ਗਿਆ, ਕੀ ਕੁਝ ਕੀਤਾ ਗਿਆ। ਤੇ ਜਦੋਂ ਆ ਕੇ ਫਿਰ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਹਾਲਾਤ ਜਿਹੜੇ ਨੇ ਉਹ ਵਿਗੜਦੇ ਵੀ ਨੇ। ਪਰ ਕੁੱਲ ਮਿਲਾ ਕੇ ਇਹ ਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਦੋਨੋਂ ਧਿਰਾਂ, ਜਿਹੜੀ ਨੇ ਪਹਿਲਾਂ ਦਿੱਤਾ ਹੁੰਦਾ ਤੇ ਜਿਹੜੀ ਨੇ ਬਾਅਦ 'ਚ ਦਿੱਤਾ ਹੁੰਦਾ, ਉਹਨਾਂ ਨੂੰ ਨਹੀਂ, ਇਹਦੇ ਸਿਆਸੀ ਮਫਾਦ ਨੇ ਤੇ ਸਿਆਸੀ ਧਿਰ ਕਿਹੜੀ ਇਹਦਾ ਫਾਇਦਾ ਲੈਂਦੀ ਆ, ਦੇਖਣਾ ਘੱਟੋ ਘੱਟ ਉਸ ਬੰਦੇ ਨੂੰ ਬਣਦਾ। ਉਹ ਧਿਰਾਂ ਜਿਹੜੀਆਂ ਇਹਨਾਂ ਘਟਨਾਵਾਂ ਜਿਹੜੀਆਂ ਇਹਦੇ ਤੇ ਆਪਣੀਆਂ ਰੋਟੀਆਂ ਜਿਹੜੀਆਂ ਉਹ ਕਿਹੜੇ ਤਰੀਕੇ ਨਾਲ ਸੇਕਦੀ। ਬਿਲਕੁਲ, ਇਹਦੇ 'ਚ ਗੱਲ ਇਹ ਹੈ ਕਿ ਉਹ ਰੋਟੀਆਂ ਬਾਈ ਜੀ ਸੇਕੀਆਂ ਜਾ ਰਹੀਆਂ ਨੇ, ਇਸ ਤੇ ਅਫਸੋਸ ਇਸ ਗੱਲ ਦਾ। ਥੈਂਕ ਯੂ ਸੁਰਿੰਦਰ ਵੀਰ। ਕੋਈ ਹੋਰ ਅਪਡੇਟ ਹੋਵੇ ਜਾਂਦੇ ਸਵੇਰੇ ਲਾਈਏ ਫਿਰ ਗੱਲਬਾਤ ਜੀ। ਹਾਂ, ਇਸ ਵੇਲੇ ਗਰਮੀ ਨੇ ਕਚੂੰਬਰ ਕੱਢਿਆ, ਸਵੇਰੇ ਲਾ ਲਾਂਗੇ, ਕੋਈ ਗੱਲ ਨਹੀਂ। ਥੈਂਕ ਯੂ। ਚਲੋ ਕੋਈ ਨਹੀਂ, ਸਵੇਰੇ ਠੰਡ ਵੀ ਹੋ ਜਾਣੀ ਹੈ, ਮੀਂਹ ਪਵਾ ਦੇਣਾ ਆਪਾਂ। ਤੇ ਹੁਣ ਨਾਲੇ ਆਇਆ ਨਾ ਭਾਈ ਤੁਹਾਡੇ ਜਿਹੜਾ ਉਰੇ ਹੈਗੇ ਨੇ। ਨਹੀਂ ਅੱਜ ਹੈ ਨਹੀਂਗਾ ਵੱਡਾ ਵਾਂਸ ਹੈਗਾ ਜਿਹਦੇ ਨਾਲ ਮੀਂਹ ਪਾਉਣਾ। ਨਹੀਂ ਵੱਡਾ ਵਾਂਸ ਨਹੀਂ, ਪਰ ਜਿਹੜਾ ਮੀਂਹ ਰੋਕਦਾ ਉਹ ਨਹੀਂ ਹੈਗਾ, ਮੈਨੂੰ ਪਤਾ। ਉਹ ਇੰਗਲੈਂਡ ਗਿਆ ਹੋਇਆ। ਅੱਛਾ, ਮੀਂਹ ਰੋਕਣ ਵਾਲਾ ਗਿਆ ਹੋਇਆ। ਅੱਛਾ ਮੈਂ ਕਿਹਾ ਕਿਤੇ ਰੋਕਣ ਵਾਲਾ ਇੰਗਲੈਂਡ ਗਿਆ। ਗੱਪੀਆਂ ਵਾਲੀ ਗੱਲ ਯਾਦ ਹੈ ਨਾ, ਕਹਿੰਦਾ ਸਾਡੇ ਦਾਦੇ ਕੋਲ ਏਡਾ ਵਾਂਸ ਹੁੰਦਾ ਸੀ ਵੱਡਾ ਨਾ, ਕਹਿੰਦਾ ਜਦੋਂ ਮੀਂਹ ਦੀ ਲੋੜ ਹੁੰਦੀ ਸੀ ਨਾ, ਦਾਦਾ ਚੱਕ ਕੇ ਸਿੱਧਾ ਕਹਿੰਦਾ ਰੱਬ ਦੀ ਧੁੰਨੀ 'ਚ ਮਾਰਦਾ ਸੀ, ਕਹਿੰਦਾ ਉਸੇ ਵੇਲੇ ਮੀਂਹ ਪੈ ਜਾਂਦਾ ਸੀ। ਠੀਕ ਹੈ ਨਾ। ਤੇ ਦੂਜਾ ਕਹਿੰਦਾ ਰੱਖਦਾ ਕਿੱਥੇ ਸੀ, ਕਹਿੰਦਾ ਜਿਹੜੇ ਤੇਰੇ ਦਾਦੇ ਨੇ ਵੱਡਾ ਲੰਬਾ ਸਾਰਾ ਮਕਾਨ ਬਣਾਇਆ ਹੋਇਆ ਸੀ, ਕਹਿੰਦਾ ਉਹਦੇ 'ਚ ਹੀ ਰੱਖਦਾ ਸੀ। ਠੀਕ ਹੈ ਨਾ। ਉਹ ਪਹਿਲੇ ਅਮਲੀ ਨੇ ਫੜ ਮਾਰਤੀ ਸੀ। ਕਹਿੰਦਾ ਸਾਡਾ ਮਕਾਨ ਜਿਹੜਾ ਸੀ ਉਹ ਏਡਾ ਵੱਡਾ ਸੀ ਨਾ, ਪੂਰੀ ਦੁਨੀਆ ਕਹਿੰਦਾ ਉਹ 'ਚ ਸਮਾ ਜਾਵੇ, ਕਹਿੰਦਾ ਏਡਾ ਵੱਡਾ ਮੇਰੇ ਦਾਦੇ ਨੇ ਮਕਾਨ ਬਣਾਇਆ ਸੀ। ਕਹਿੰਦਾ ਅੱਛਾ। ਫਿਰ ਦੂਜੇ ਨੇ ਇਹ ਸੁਣਾਤੀ, ਜਦੋਂ ਕਹਿੰਦਾ ਉਹ ਰੱਖਦੇ ਕਿੱਥੇ ਸੀ, ਕਹਿੰਦਾ ਤੇਰੇ ਦਾਦੇ ਵਾਲੇ ਮਕਾਨ 'ਚ ਰੱਖਦੇ ਸੀ ਜਿਹ 'ਚ ਸਾਰੀ ਦੁਨੀਆ ਆ ਸਕਦੀ ਸੀ। ਚਲੋ ਕੋਈ ਨੀ, ਪਵਾ ਦਿਓ ਫਿਰ, ਜ਼ਰੂਰੀ ਆ। ਠੀਕ ਹੈ, ਪਵਾ ਦੇਣਾ ਠੰਡਾ ਰਹੂਗਾ ਕੰਮ। ਠੀਕ ਹੈ, ਸਤਿ ਸ਼੍ਰੀ ਅਕਾਲ। ਆਮ ਆਦਮੀ ਪਾਰਟੀ ਵਾਲੇ ਔਖੇ ਹੋਣਗੇ। ਸਤਿ ਸ਼੍ਰੀ ਅਕਾਲ। ਮੈਂ ਤਾਂ ਉਦੋਂ ਪੋਸਟਾਂ ਪਾਉਣ ਲੱਗ ਗਿਆ, ਮੈਂ ਨਹੀਂ ਪਾਇਆ ਕਰਨੀਆਂ, ਹੁਣ ਰੁੱਸ ਜਾਣਾ ਮੈਂ ਵੀ ਪੋਸਟਾਂ ਨਾਲ। ਥੈਂਕ ਯੂ, ਮਿਹਰਬਾਨੀ। ਤੇ ਲਓ ਦੋਸਤੋ, ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ, ਸਾਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਲੌਸਡੇਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਲੌਸਡੇਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 84 13।
ਅੱਜ ਐਡਾਂ ਸਾਰੀਆਂ ਰਹਿ ਗਈਆਂ, ਬੋਲਣ ਨੂੰ ਮਾਫੀ ਚਾਹੁੰਦੇ ਹਾਂ। ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਬਾਈ ਸੁਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਟਰੱਕ ਵਾਲਿਆਂ ਨੂੰ ਬ੍ਰੇਕ। ਯੂਨੀਅਨ ਵੇਸ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ। ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ। ਟਰੱਕ ਤੋਂ ਆਓ ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ 661 304 7500 6613047500। ਜੈ ਘੁੰਮਣ ਹੋਰਾਂ ਦਾ ਨੰਬਰ 661 304 7500 6613047500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਜੈ ਘੁੰਮਣ ਹੋਰਾਂ ਦਾ ਨੰਬਰ 661 885 8858। ਇਸੇ ਤਰ੍ਹਾਂ ਵਾਸ਼ਿੰਗਟਨ ਫੀਲਡ ਸਰਵਿਸ ਹੈ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਅੱਛੇ ਵੇਜਸ ਪੇ ਕਰਦੇ ਨੇ। ਸੋ ਡਰਾਈਵਿੰਗ ਦੀ ਜੌਬ ਤੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਜਗਦੇਵ ਸਿੰਘ ਸੰਧੂ ਨੂੰ ਕਾਲ ਕਰੋ। ਨੰਬਰ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਇਸੇ ਤਰ੍ਹਾਂ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲੇ ਸਾਨੂੰ ਸਪੋਰਟ ਕਰਦੇ ਨੇ, ਜਿਨ੍ਹਾਂ ਨੂੰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ, ਜਿਨ੍ਹਾਂ ਕੋਲ ਆਪਣੇ ਰੀਫਰ ਨੇ। ਤੇ ਤੁਸੀਂ ਜਿਹੜਾ ਇਹਨਾਂ ਤੋਂ ਸੰਪਰਕ ਕਰ ਸਕਦੇ ਹੋ। ਰੀਫਰ ਦੇ ਲੋਡ ਤੁਹਾਨੂੰ ਮੁਹੱਈਆ ਕਰਾਉਂਦੇ ਨੇ ਲਰੀਡੋ ਟੈਕਸਸ ਤੋਂ, ਜੌਨਸਟਾਊਨ ਪੈਨਸਿਲਵੇਨੀਆ ਦੇ, ਅਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ। ਇਹ ਕੰਪਨੀ ਦੇ ਡਾਇਰੈਕਟ ਲੋਡ ਨੇ। ਤੁਸੀਂ ਇਹਨਾਂ ਨੂੰ ਸਾਈਨ ਅਪ ਕਰ ਦਿਓ, ਤੁਹਾਡੀ ਸਹੂਲਤ ਵਾਸਤੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਆ, ਤੁਹਾਡਾ ਦਿਹਾੜੀ ਜੋ ਤਾਂ ਬਚਦਾ ਹੈ। ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ ਤੇ ਤਾਪਮਾਨ ਰੀਫਰ ਦਾ 33 ਤੋਂ 54 ਡਿਗਰੀ ਦਰਮਿਆਨ ਦੇ ਲੋਡ ਨੇ ਤੇ ਫਰੋਜ਼ਨ ਲੋਡ ਬਹੁਤ ਘੱਟ ਹੁੰਦੇ ਨੇ, ਇਸ ਕਰਕੇ ਡੀਜ਼ਲ ਦੀ ਖਪਤ ਰੀਫਰ ਦੀ ਘਟਦੀ ਹੈ ਤੇ ਤੁਹਾਨੂੰ ਰੀਫਰ ਲੈਣ 'ਚ ਵੀ ਇਮਦਾਦ ਕਰਦੇ ਨੇ। ਕੰਪਨੀ ਦੇ ਡਾਇਰੈਕਟ ਲੋਡ ਨੇ 10% ਕਮਿਸ਼ਨ ਚਾਰਜ ਕਰਦੇ ਨੇ ਤੇ ਵਧੀਆ ਕਿਰਾਏ ਭਾੜੇ ਨੇ। MD ਨੇ ਪ੍ਰਗਟ ਸਿੰਘ ਬੈਦਵਾਨ, ਗੋਲਡਨ ਕੀ ਐਕਸਪ੍ਰੈਸ ਪੈਨਸਿਲਵੇਨੀਆ LLC ਦੇ। ਨੰਬਰ ਹੈ ਇਹਨਾਂ ਦਾ 484 320 6700। ਆਫਿਸ ਨੰਬਰ ਹੈ 4843206700। ਸੈਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ 302 563 0080 3025630080। ਸੈਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਦਾ। ਵੈਬਸਾਈਟ ਹੈ goldenKeyAccess.com ਤੇ ਈਮੇਲ ਹੈ goldenKeyAccess@gmail.com। ਲੋਡ ਤੁਹਾਨੂੰ ਰੀਫਰ ਦੇ ਮਿਲਣਗੇ ਲਰੀਡੋ ਟੈਕਸਸ ਤੋਂ, ਜੌਨਸਟਾਊਨ ਪੈਨਸਿਲਵੇਨੀਆ ਦੇ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਕੰਪਨੀ ਦੇ ਲੋਡ ਨੇ। ਇਸੇ ਤਰ੍ਹਾਂ ਇਸੇ ਪਰਿਵਾਰ ਚੋਂ ਡਾਕਟਰ ਜਸਪ੍ਰੀਤ ਸਿੰਘ ਮਾਵੀ ਟੈਕਸਸ ਡੈਲਸ ਦੇ ਵਿੱਚ ਰੀਅਲ ਸਟੇਟ ਦਾ ਕਾਰੋਬਾਰ ਕਈ ਸਾਲਾਂ ਤੋਂ ਕਰਦੇ ਨੇ ਤੇ ਇਹ ਇਲਾਕਾ ਜਿਹੜਾ ਇੱਥੇ ਬਹੁਤ ਸਾਰੇ ਕਾਲਜ, ਯੂਨੀਵਰਸਿਟੀਆਂ, ਸਕੂਲ ਨੇ ਤੇ ਸੈਂਟਰਲ ਅਫੋਰਡੇਬਲ ਏਰੀਆ ਦੇ ਵਿੱਚ ਤੁਹਾਨੂੰ 3 ਤੋਂ 5 ਲੱਖ ਦੇ ਕੀਮਤ ਦੇ ਘਰ ਮਿਲ ਜਾਂਦੇ ਨੇ। ਜੇ ਤੁਸੀਂ ਟਰੈਕਿੰਗ ਦੇ ਵਿੱਚੋਂ ਕ੍ਰਾਸ ਕੰਟਰੀ ਡਰਾਈਵ ਕਰਦੇ ਹੋ ਤਾਂ ਸੈਂਟਰਲ ਅਫੋਰਡੇਬਲ ਏਰੀਆ ਟੈਕਸਸ ਦੇ ਵਿੱਚ ਤੁਹਾਨੂੰ ਇਹ 3 ਤੋਂ 5 ਲੱਖ ਦੀ ਕੀਮਤ ਦੇ ਘਰ ਲੈਣੇ ਕਾਫੀ ਸੁਵਿਧਾਜਨਕ ਹੋ ਸਕਦਾ ਹੈ, ਕਿਉਂਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਵਧੀਆ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ। ਟੈਕਸਸ ਇਨਕਮ ਟੈਕਸ ਫ੍ਰੀ ਸਟੇਟ ਹੈ, ਸੋ ਲੋਨ ਲੈਣ ਦੇ ਵਿੱਚ ਵੀ ਤੁਹਾਡੀ ਇਮਦਾਦ ਕਰਦੇ ਨੇ। ਡਾਕਟਰ ਜਸਪ੍ਰੀਤ ਸਿੰਘ ਮਾਵੀ ਨੂੰ ਮਸ਼ਵਰਾ ਕਰੋ ਇਨਵੈਸਟਮੈਂਟ ਓਪਰਚੁਨਿਟੀ ਰੀਅਲ ਸਟੇਟ ਜਾਂ ਕਮਰਸ਼ੀਅਲ ਪ੍ਰਾਪਰਟੀ ਦੀ। ਨੰਬਰ ਹੈ ਮਾਵੀ ਸਾਹਿਬ ਹੋਰਾਂ ਦਾ 972 363 3700 9723633700 972 363 3700 ਨੰਬਰ ਹੈ ਜਸਪ੍ਰੀਤ ਮਾਵੀ ਹੋਰਾਂ ਦਾ। ਕਈ ਸਾਰੀਆਂ ਕਾਲ ਮਿਸ ਨੇ। UK ਤੋਂ ਸੈਮ ਚਹਿਲ ਹੋਰਾਂ ਦੀ ਕਾਲ ਮਿਸ ਹੈ, ਰਸ਼ਪਿੰਦਰ ਹੋਰਾਂ ਦੀ ਕਾਲ ਮਿਸ ਹੈ ਤੇ ਆਸਟ੍ਰੇਲੀਆ ਤੋਂ ਬਾਈ ਗਗਨ ਦੀ ਕਾਲ ਮਿਸ ਹੈ। ਮਿਹਰਬਾਨੀ, ਸੌਰੀ। ਲਓ ਦੋਸਤੋ, ਸੰਧੂ ਗੋਲੂ ਮਾਫੀ ਚਾਹੁੰਦੇ ਹਾਂ, ਤੁਹਾਡੀਆਂ ਕਾਲ ਮਿਸ ਨੇ ਵੀਰ। ਇੰਡੀਆ ਦੇ ਨੰਬਰ ਤੋਂ ਵੀ ਇੱਕ ਕਾਲ ਹੋਲਡ ਤੇ ਪਈ ਹੈ। 13 ਨੰਬਰ ਆਪਣਾ ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਨੇਤਰ ਸਿੰਘ ਸਤਿ ਸ਼੍ਰੀ ਅਕਾਲ ਦਾਨਾ ਸਾਹਿਬ। ਸਤਿ ਸ਼੍ਰੀ ਅਕਾਲ। ਸਿਹਤ ਕਿਵੇਂ ਆ ਬਾਈ ਜੀ? ਪਹਿਲਾਂ ਤਾਂ ਸਿਹਤ ਦੱਸੋ ਤੁਹਾਡੀ ਤੇ ਮਾਨ ਸਾਹਿਬ ਦੀ ਠੀਕ ਹੈ? ਸਿਹਤ ਬਹੁਤ ਵਧੀਆ ਜੀ। ਮੈਂ ਜਾਣਿਆ ਅਮਰੀਕਾ ਦੀ ਰਿਆਸਤੀ ਕੇ ਆਉਣੇ ਆ, ਕੰਮ ਫਿਰ ਕੇ ਆਉਣੇ ਆ। ਅੱਛਾ ਅੱਛਾ, ਠੀਕ ਹੈ। ਹੁਣ ਚਲੋ ਵੈਗਰੂ ਬਖਸ਼ੇ। ਦੀ ਗੱਲ ਆ ਸਰੋਂ ਹੁੰਦੇ ਵੀ ਉਹ ਜਿਹੜੀ ਯਾਰ ਮਾਂ ਨਾ ਸਰੋਂ ਦੇ ਖੇਤ ਚ ਫਿਰਦੇ ਨੇ, ਬਹੁਤ ਵੱਡਾ ਫਾਰਮ ਆ
ਉਹ ਕਹਾ ਕਾਲੀ ਪੱਗ ਬੰਨੀ ਮਾਨ ਖੜਾ ਕਿਸੇ ਗੱਤੇ ਤੇ ਉਹ ਕਹਾ ਇਹ ਨੰਦਾ ਆਪਣੇ ਕਬਜ਼ਾ ਕਰ ਲਿਆ। ਉਹ ਕਹਾ ਆ ਜਾ ਮੁੜਿਆ ਪਿੱਛੇ ਕਹਾ ਆਏ ਕੋਏ ਕਿਰਪਾਨਾ ਵੱਧ ਕੇ ਹੈ ਨਾ ਹਾਂ ਜੀ ਹਾਂ। ਉਹ ਕਹਾ ਨੂੰ ਗੱਲਾਂ ਹੋਰ ਨਿਕਲ ਆ ਗਈਆਂ। ਕੀ ਹੋ ਗਿਆ? ਸ਼ੁਕਰ ਹੈ ਛੋਕਰਾ ਕਰ ਲਿਆ ਇਹ ਸਾਡੇ ਕਿੰਨੀ ਨੂੰ ਆ ਰਹੇ ਨੇ। ਉਹ ਕਹਿੰਦਾ ਬਾਲ ਤੋਂ ਬਗੈਰ ਸਾਰੇ ਆ ਜਾਣਗੇ ਜਾਏ। ਅੱਛਾ ਬਾਲ ਨਹੀਂ ਲੈਣਾ। ਅੱਛਾ ਤੁਹਾਡੀ ਪਾਰਟੀ ਚ ਆ ਰਹੇ ਨੇ ਸਾਰੇ। ਧਿਆਨ ਰੱਖਿਓ ਕਿਤੇ ਗਲਤ ਬੰਦੇ ਨਾ ਵੜ ਜਾਣ, ਮੁੜ ਕੇ ਤੰਗ ਕਰਦੇ ਹੁੰਦੇ। ਨਾ ਅਸੀਂ ਸੰਤ ਮੇ ਰੱਖਾਂਗੇ ਜੇ ਰੱਖੇ ਵੀ ਆਣ ਪਰ ਰੱਖਾਂਗੇ ਕਿਉਂਕਿ ਹੁਣ ਤੁਹਾਡੀ ਚੜਾਈ ਹੋਈ ਆ। ਹਰ ਬੰਦਾ ਕਹੂਗਾ ਚੱਲ ਮਾਨ ਦੀ ਟਿਕਟ ਹੀ ਲੈ ਲਈਏ, ਹੋਰ ਨਹੀਂ ਐਮਐਲ ਦੀ ਆਵਾਜ਼ ਤਾਂ ਲੜ ਲਾਂਗੇ। ਸੌਰੀ ਇਹਨਾਂ ਦਾ ਹੁਣ ਸਮਾਨ ਲੋਕ ਤੇ ਬਣ ਕੇ ਗੱਡੀਆਂ ਦਾ ਉੱਧਰ ਘਰੋਂ ਆਏ ਫੁੱਲਾਂ ਦੇ ਤੇ ਦੇਣਗੇ। ਚਲੋ ਕੋਈ ਨਹੀਂ, ਦੇਖੋ ਚੰਗੀ ਗੱਲ ਹੈ ਕਿਹਦੇ ਹਿੱਸੇ ਕੀ ਆਉਂਦਾ। ਥੈਂਕ ਯੂ ਨੇਤਰ ਭਾਈ ਜੀ, ਸਤਿ ਸ਼੍ਰੀ ਅਕਾਲ। ਬਾਠਾਂ ਤੋਂ ਨੇਤਰ ਸਿੰਘ। ਲਓ ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ। ਸੋਢੀ ਸਰਾਣਾ ਆਵਾਜ਼ ਸਾਫ਼ ਨਹੀਂ ਆ ਰਹੀ। ਸੋਢੀ ਰੂਪ ਵਾਲੀ ਮੇਰੀ ਆਵਾਜ਼ ਦਿੱਕਤ ਹੈ। ਚਲੋ ਸਰਵੇਸ਼ ਵਾਸਤੇ ਭਾਈ ਜੀ ਤਲਵਾੜਾ ਤੋਂ, ਹਰਜੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਹੇੜੀਆਂ, ਜੋਰਾ ਸਿੰਘ ਸਿੱਧੂ, ਸੋਢੀ ਸਰਾਣਾ, ਅਮਲੂਕ ਸਿੰਘ ਲਾਹੌਰੀਆ, ਵਿੱਕੀ ਸੁਨੇਤ, ਮਨਿੰਦਰ ਸਿੰਘ ਤੇ ਗੁਰਮੁਖ ਸਿੰਘ, ਪਿਆਰਾ ਸਿੰਘ ਥੈਂਕ ਯੂ। ਲਾਲੀ ਟੋੜਾ ਜੀ ਥੈਂਕ ਯੂ। ਜਗਦੀਪ ਸਿੰਘ ਸਿੱਧੂ, ਮਾਨ ਟਿਵਾਣਾ, ਭੈਣ ਰਾਣੀ ਰਵਿੰਦਰ ਕੌਰ, ਬਹਾਦਰ ਲਖਨ ਈਸ਼ਰਵਾਲ, ਲਾਲੀ ਟੋੜਾ ਤੇ ਇਕੱਤਰ ਸਿੰਘ ਬਰਾੜ, ਜੱਗੀ ਬਾਜਵਾ, ਬਲਾ ਸਿੰਘ ਸੰਧੂ, ਅੰਕਲ ਲਾਹੌਰਾ ਸਿੰਘ ਬਧੇਰ, ਭੈਣ ਰਾਣੀ ਹਰਵਿੰਦਰ ਜਵਾਲ ਥੈਂਕ ਯੂ। ਲਓ ਦੋਸਤੋ ਇਸ ਦੇ ਨਾਲ ਹੀ ਹੁਣ ਵਕਤ ਤੁਹਾਡੇ ਤੋਂ ਵਿਦਾਇਗੀ ਦਾ। ਤੇ ਮੇਰੀ ਇੱਕ ਫੇਰ ਬੇਨਤੀ ਆਪ ਸਭ ਨੂੰ, ਜਿਸ ਤਰ੍ਹਾਂ ਬਾਈ ਸੁਮੀਤ ਕਹਿ ਕੇ ਗਏ ਨੇ, ਬਾਈ ਜੀ ਇਦਾਂ ਲਾਂਭਾ ਨਾ ਦਵਾਇਆ ਕਰੋ। ਤੁਸੀਂ ਗੱਲ ਕਹਿ ਕੇ ਜਾਂਦੇ ਹੋ ਤੇ ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਕਿ ਸਾਡੇ ਮੰਚ ਤੋਂ ਅਗਰ ਕਿਸੇ ਦੇ ਖਿਲਾਫ ਵੀ ਕੋਈ ਇਸ ਤਰ੍ਹਾਂ ਦੀ ਗੱਲ ਜਾਂਦੀ ਹੈ ਜੋ ਬਿਲਕੁਲ ਨਜਾਇਜ਼ ਹੈ, ਇਹ ਸੋਹੰਦੀ ਨਹੀਂ। ਖਾਸ ਕਰਕੇ ਧਰਮ ਦੇ ਮਸਲੇ ਤੇ ਹਰ ਧਰਮ 'ਚ ਕਮੀਆਂ ਪੇਸ਼ੀਆਂ ਨੇ, ਪੁਰਾਣਿਆਂ 'ਚ ਬਹੁਤੀਆਂ ਨੇ, ਨਵਿਆਂ 'ਚ ਘੱਟ ਹੋ ਸਕਦੀਆਂ ਨੇ ਜਾਂ ਬਰਾਬਰ ਵੀ ਹੋ ਸਕਦੀਆਂ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਨਿੱਘਰ ਆਲੋਚਨਾ ਕਰਿਆ ਕਰੋ, ਸੋਹਣੇ ਸ਼ਬਦਾਂ 'ਚ ਆਲੋਚਨਾ ਕਰਿਆ ਕਰੋ, ਤਾਂ ਜੋ ਆਪਾਂ ਇਹ ਜਿਹੜਾ ਸਮਾਜ ਹੈ ਇਸ ਦੇ ਵਿੱਚ ਨਫ਼ਰਤ ਜੋ ਫੈਲਦੀ ਹੈ ਉਸ ਨੂੰ ਥੋੜਾ ਘਟਾ ਤਾਂ ਸਕੀਏ। ਜੇ ਵਧਾ ਨਹੀਂ ਸਕਦੇ, ਜੇ ਘਟਾ ਨਹੀਂ ਸਕਦੇ ਤਾਂ ਘੱਟੋ ਘੱਟ ਵਧਾਈਏ ਨਾ, ਇੰਨੀ ਕੁ ਮੇਰੀ ਬੇਨਤੀ ਹੈ। ਤੇ ਇਸ ਕਰਕੇ ਕਿਸੇ ਦੇ ਵੀ ਖਿਲਾਫ ਬੋਲਣ ਤੋਂ ਪਹਿਲਾਂ ਗੁਰੇਜ਼ ਕਰਿਆ ਕਰੀ ਕਿ ਜੇ ਧਰਮ ਦਾ ਮਸਲਾ ਤੇ ਉਹ ਤੁਹਾਡੇ ਧਰਮ ਤੇ ਵੀ ਸਵਾਲ ਖੜੇ ਕਰਨਗੇ। ਸ਼ਬਦ ਸੰਜੀਦਾ ਦੀ ਚੋਣ ਕਰੀ। ਸੋ ਇਸੇ ਬੇਨਤੀ ਦੇ ਨਾਲ ਮੇਰੀ ਸੁਮੀਤ ਹੋਰਾਂ ਨੂੰ ਵੀ ਬੇਨਤੀ ਕਿ ਬਾਈ ਜੀ ਮੈਨੂੰ ਲਿੰਕ ਭੇਜ ਦਿਓ, ਮੈਂ ਦੇਖ ਲਾਂਗਾ ਕਿਹੜੇ ਸਰੋਤੇ ਨੇ ਗੱਲ ਕਹੀ ਹੈ। ਸੋ ਜ਼ਰੂਰ ਉਹਨਾਂ ਨੂੰ ਇਸ ਬਾਰੇ ਤਾਕੀਦ ਕਰਾਂਗੇ। ਮਿਹਰਬਾਨੀ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਵਾਣਾ ਨੂੰ ਇੱਥੇ ਦਿਵਾ ਗਿਆ। ਸਵੇਰੇ 6 ਵਜੇ ਹੁੰਦੀ ਹੈ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।